मैं हाँ आप जी ਦਾ ਹੋਸਟ ਤੇ ਦੋਸਤ ਸੋਹਣ ਸਿੰਘ ਪੱਗਾ ਮੇਰੇ ਵੱਲੋਂ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਤੇ ਆਦਾਬ ਤੇ ਜੈ ਗੁਰਦੇਵ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਆਪ ਜੀ ਲਈ ਲੈ ਕੇ ਆਇਆ ਹਾਂ ਤੇ ਆਪ ਜੀ ਦਾ ਮੇਰੇ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਉਮੀਦ ਹੈ ਕਿ ਤੁਸੀਂ ਇਸ ਤਰ੍ਹਾਂ ਹੀ ਮੇਰੇ ਨਾਲ ਜੁੜੇ ਰਹੋਗੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਅਸੀਂ ਆਪਣੇ ਇੱਕ ਮਹਾਨ ਯੋਧਾ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜਿਨ੍ਹਾਂ ਨੂੰ ਕਿ 31 ਜੁਲਾਈ ਨੂੰ ਫਾਂਸੀ ਦਿੱਤੀ ਗਈ ਸੀ ਪੈਂਟੋਵਿਲ ਜੇਲ੍ਹ ਇੱਥੇ UK ਦੇ ਵਿੱਚ ਇੰਗਲੈਂਡ ਦੇ ਵਿੱਚ। ਅਤੇ ਉਹਨਾਂ ਨੇ ਕੀ ਕੀਤਾ, ਕਿਉਂ ਫਾਂਸੀ ਦਿੱਤੀ ਗਈ ਅਤੇ ਉਹਨਾਂ ਦੀ ਜੀਵਨੀ ਬਾਰੇ ਅਸੀਂ ਅੱਜ ਜਿਹੜਾ ਵਿਚਾਰ ਕਰਨੇ ਹਨ। ਉਮੀਦ ਹੈ ਕਿ ਆਪ ਜੀ ਇਸ ਤਰ੍ਹਾਂ ਮੇਰਾ ਸਾਥ ਦਿੰਦੇ ਰਹੋਗੇ। ਅਤੇ ਸ਼ੁਰੂ ਕਰਨ ਤੋਂ ਪਹਿਲਾਂ ਆਓ ਇੱਕ ਉਸ ਅਵਤਾਰ ਸੱਚੇ ਪਾਤਸ਼ਾਹ ਦੀ ਉਸ ਦੇ ਵਿੱਚ ਇੱਕ ਸ਼ਬਦ ਸੁਣ ਲਈਏ। ਹਾਂਜੀ।
हाँ जी, आप जी ਸਰਵਣ ਕਰ ਰਹੇ ਸੀ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦਾ ਸ਼ਬਦ ਹੈ ਗਿਆਨੀ ਸੰਦੀਪ ਸਿੰਘ ਤੇ ਭਾਈ ਸਰੂਪ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਉਮੀਦ ਹੈ ਕਿ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਇਹ ਹੈ ਸਾਡੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦੀ ਸ਼ਹੀਦੀ ਕੱਲ੍ਹ ਸੀ 31 ਜੁਲਾਈ ਨੂੰ, ਅਤੇ ਉਹਨਾਂ ਨੂੰ ਸਮਰਪਿਤ ਇਹ ਜਿਹੜਾ ਮੇਰਾ ਪ੍ਰੋਗਰਾਮ ਹੈ ਹੋਵੇਗਾ ਅੱਜ ਦਾ। ਅਤੇ ਕਾਲਾਂ ਦੇ ਲਈ ਵੀ ਕੋਈ ਹੈ ਨਹੀਂ ਸਿਲਸਿਲਾ ਜੀ ਤਾਂ ਅਜੇ ਮੈਨੂੰ ਇਹ ਵੀ ਨਹੀਂ ਪਤਾ ਲੱਗ ਗਿਆ ਵੀ ਕਿਹੜਾ ਮੈਨੂੰ ਵਾਚ ਕਰ ਰਿਹਾ, ਪਰ ਉਮੀਦ ਹੈ ਕਿ ਤੁਸੀਂ ਸਾਰੇ ਮੇਰਾ ਸਾਥ ਦਿਓਗੇ। ਅਤੇ ਸ਼ਹੀਦ ਊਧਮ ਸਿੰਘ ਇਹਨਾਂ ਦਾ ਜਨਮ ਜਿਹੜਾ ਆ 26 ਦਸੰਬਰ 1899 ਨੂੰ ਇੱਕ ਸੁਨਾਮ ਪਿੰਡ ਆ ਪੰਜਾਬ ਦੇ ਵਿੱਚ, ਅਤੇ ਉੱਥੇ ਇਹਨਾਂ ਦਾ ਹੋਇਆ ਸੀ। ਅਤੇ ਇਹਨਾਂ ਨੂੰ ਜਿਹੜੀ ਮੌਤ ਦੀ ਸਜ਼ਾ ਸੀ ਜਦੋਂ ਫਾਂਸੀ ਰਕਾਤੀ, ਇਹਨਾਂ ਦੀ ਉਮਰ ਸਿਰਫ 41 ਸਾਲ ਸੀ। ਸੋ 31 ਜੁਲਾਈ 1940 ਨੂੰ ਇਹਨਾਂ ਨੂੰ ਪੈਂਟੋਵਿਲ ਜੇਲ੍ਹ ਦੇ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਪਹਿਲਾ ਨਾਮ ਇਹ ਜਦੋਂ ਜਦੋਂ ਇਹ ਪੈਦਾ ਹੋਏ ਆ ਸ਼ੇਰ ਸਿੰਘ ਸੀਗਾ ਇਹਨਾਂ ਦਾ ਨਾਮ, ਅਤੇ ਪਿਤਾ ਜੀ ਟਹਿਲ ਸਿੰਘ ਅਤੇ ਮਾਤਾ ਨਾਰਾਇਣ ਕੌਰ। ਅਤੇ ਦੇਖੋ ਕਿੰਨਾ ਜਿਹੜਾ ਇੱਕ ਮਾਂ ਦਾ ਦੁੱਖ ਕਿੰਨਾ ਹੈ ਜਾਣ ਦਾ। ਅਜੇ 2 ਸਾਲਾਂ ਦੇ ਸੀ ਜਦੋਂ ਉਹਨਾਂ ਦੀ ਮਾਤਾ ਜੀ ਗੁਜ਼ਰ ਗਏ ਆ, ਅਤੇ ਪਿਤਾ ਟਹਿਲ ਸਿੰਘ ਲਈ ਬੜਾ ਇਹ ਇੱਕ ਸਹਿ ਸਦਮਾ ਸੀ। ਛੋਟੇ ਬੱਚਿਆਂ ਨੂੰ ਪਾਲਣਾ, ਉਹਨਾਂ ਨੂੰ ਦੇਖਣਾ ਇੱਕ ਮਾਂ ਦੇ ਬਿਨਾਂ ਬੜਾ ਔਖਾ ਹੈ। ਖੈਰ ਪਿਤਾ ਜੀ ਇਹਨਾਂ ਦੇ ਜਿਹੜੇ ਟਹਿਲ ਸਿੰਘ ਸੀਗੇ ਇੱਕ ਚੌਕੀਦਾਰ ਸੀਗੇ ਰੇਲਵੇ ਕ੍ਰੋਸਿੰਗ ਦੇ, ਉੱਥੇ ਆਪਣੀ ਡਿਊਟੀ ਕਰਦੇ ਸੀ ਅਤੇ ਉੱਥੇ ਜ਼ਿਆਦਾ ਰਹਿਣਾ। ਅਤੇ ਜਦੋਂ ਉਹਨਾਂ ਦੀ ਘਰਵਾਲੀ ਦੀ ਗੁਜ਼ਰ ਗਈ ਅਤੇ ਫਿਰ ਬੜਾ ਮੁਸ਼ਕਿਲ ਹੋ ਗਿਆ। ਫਿਰ ਬੱਚਿਆਂ ਨੂੰ ਇੱਕ ਇਹਨਾਂ ਦਾ ਵੱਡਾ ਭਰਾ ਸੀ ਸ਼ਹੀਦ ਊਧਮ ਸਿੰਘ ਦਾ, ਅਤੇ ਇਹਨਾਂ ਦੋਨਾਂ ਨੂੰ ਫਿਰ ਉਹਨਾਂ ਨੇ ਇਹਨਾਂ ਦਾ ਵੱਡਾ ਇੱਕ ਭਰਾ ਸੀ ਮੁਕਤਾ ਸਿੰਘ, ਅਤੇ ਉੱਥੇ ਉਹਨਾਂ ਕੋਲ ਭੇਜਤਾ ਅੰਮ੍ਰਿਤਸਰ। ਸੋ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ ਅਤੇ ਅੰਮ੍ਰਿਤਸਰ ਬੱਚੇ ਭੇਜ ਦਿੱਤੇ। ਉੱਥੇ ਸੀਗਾ ਇਹਨਾਂ ਦਾ ਸਰਦਾਰ ਟਹਿਲ ਸਿੰਘ ਦਾ ਛੋਟਾ ਭਾਈ ਚੰਚਲ ਸਿੰਘ, ਉਹ ਅੰਮ੍ਰਿਤਸਰ ਰਹਿੰਦੇ ਸੀ, ਉਹਨਾਂ ਕੋਲ ਭੇਜ ਦਿੱਤੇ। ਅਤੇ ਰੱਬ ਦੀ ਦੇਖੋ ਜਦੋਂ ਕਹਿੰਦੇ ਹੁੰਦੇ ਆ ਸੋਰੋਜ਼ ਐਂਡ ਸਫਰਿੰਗ ਨੈਵਰ ਕਮ ਅਲੋਨ, ਅਤੇ ਇਹਨਾਂ ਦਾ ਪਿਤਾ ਟਹਿਲ ਸਿੰਘ ਚੱਲ ਵਸਿਆ। ਅਤੇ ਇਸੇ ਕਰਕੇ ਜਿਹੜੀ ਫਿਰ ਇਹਨਾਂ ਦੀ ਸਾਰੀ ਸੀ ਭਾਵਨਾ ਵਗੈਰਾ ਉੱਥੇ ਅੰਮ੍ਰਿਤਸਰ ਹੀ ਇਹਨਾਂ ਦੇ ਚਾਚਾ ਜੀ ਕੋਲ ਹੋਈ ਆ। ਅਤੇ ਇਹਨਾਂ ਦੇ ਚਾਚਾ ਜੀ ਨੇ ਉੱਥੇ ਚੀਫ ਖਾਲਸਾ ਅਨਾਥ ਆਸ਼ਰਮ ਸੀ ਭਾਈ ਵੀਰ ਸਿੰਘ ਜੀ ਦਾ। ਮੈਨੂੰ ਪਤਾ ਭਾਈ ਵੀਰ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਆ, ਲੇਖਕ ਹੋਏ ਹਨ, ਅਤੇ ਉਹਨਾਂ ਨੇ ਇਹ ਚੀਫ ਖਾਲਸਾ ਅਨਾਥ ਆਸ਼ਰਮ ਚਲਾਇਆ ਹੋਇਆ ਸੀ। ਸੋ ਇਹਨਾਂ ਦੇ ਚਾਚੇ ਨੇ ਇਹਨਾਂ ਨੂੰ ਮਜਬੂਰੀ ਬਸ ਉੱਥੇ ਭੇਜਤਾ ਅਨਾਥ ਆਸ਼ਰਮ ਦੇ ਵਿੱਚ, ਅਤੇ ਉੱਥੋਂ ਫਿਰ ਇਹਨਾਂ ਦਾ ਨਾਂ ਪਹਿਲਾਂ ਸ਼ੇਰ ਸਿੰਘ ਸੀਗਾ, ਇੱਥੋਂ ਇਹਨਾਂ ਦਾ ਨਾਂ ਜਿਹੜਾ ਊਧਮ ਸਿੰਘ ਬਣਿਆ। ਇੱਥੋਂ ਹੀ ਮੈਟਰਿਕ ਕੀਤੀ ਇਹਨਾਂ ਨੇ। ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀਗੇ, ਬਹੁਤ ਹਾਈਲੀ ਇੰਟੈਲੀਜੈਂਟ ਬੰਦੇ ਸੀ। ਸੋ
ਕੁਦਰਤ ਦੀ ਦੇਖੋ ਮਾਰ ਜਿਹੜੀ ਆ, ਜਿਹੜਾ ਇਹਨਾਂ ਦਾ ਭਰਾ ਸੀਗਾ ਇੱਕ ਸਗਾ ਮੁਕਤਾ ਸਿੰਘ, ਉਹ ਵੀ ਚੱਲ ਵਸਿਆ। ਸੋ ਸਰਦਾਰ ਊਧਮ ਸਿੰਘ ਜੀ ਇਕੱਲੇ ਹੀ ਰਹਿ ਗਏ। ਕਿੰਨੀ ਦੇਖ ਲਓ ਵੀ ਇਹ ਇੱਕ ਦੁਖਦਾਈ ਹੈ ਗੱਲ। ਤੇ ਕਿੱਦਾਂ ਜ਼ਿੰਦਗੀ ਪਹਾੜਾਂ ਦੀ ਹੋਏ। ਫਿਰ ਆਨੇ ਅਸੀਂ ਜਲ੍ਹਿਆਂਵਾਲੇ ਸਾਕਾ ਜਿਹੜਾ ਹੋਇਆ, ਉੱਥੇ ਕੀ ਹੋਇਆ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀਗੀ, ਇਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ, ਉਹਨੂੰ ਕਹਿੰਦੇ ਸੀ ਰੌਲਟ ਐਕਟ। ਉਹਦੇ ਜਿਹੜੀ ਪੁਲਿਸ ਨੂੰ ਬਹੁਤ ਪਾਵਰਾਂ ਦੇ ਦਿੱਤੀਆਂ ਵੀ ਪੁਲਿਸ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਕਿਸੇ ਵੀ ਕਾਰਨ 'ਤੇ। ਅਤੇ ਦੂਜਾ ਇਹਨਾਂ ਨੇ ਨਾਲ ਕਿ ਕਿਤੇ ਵੀ ਜਗ੍ਹਾ ਜਿਹੜੇ ਆ 4 ਤੋਂ ਵੱਧ ਬੰਦੇ ਇਕੱਠੇ ਨਾ ਹੋਣ, ਕਿਉਂਕਿ ਉਸ ਵੇਲੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਬੜੀ ਜੱਦੋਜਹਿਦ ਚੱਲ ਰਹੀ ਸੀ, ਬੜੇ ਮੁਜ਼ਾਹਰੇ ਹੋ ਰਹੇ ਸਨ। ਸੋ ਬ੍ਰਿਟਿਸ਼ ਗੌਰਮੈਂਟ ਨੇ ਉਸ ਵੇਲੇ ਇਹ ਐਕਟ ਪਾਸ ਕਰਤਾ ਵੀ 4 ਬੰਦੇ ਨੇ ਇਕੱਠੇ ਹੋਣ, ਅਤੇ ਜਿਹਨਾਂ 'ਤੇ ਵੀ ਸ਼ੱਕ ਹੈ ਕੋਈ ਪੁਲਿਸ ਨੂੰ ਅਰੈਸਟ ਕਰ ਸਕਦੀ ਹੈ। ਇਸ ਕਾਨੂੰਨ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਐਜੀਟੇਸ਼ਨਾਂ ਸ਼ੁਰੂ ਹੋ ਗਈਆਂ, ਇਹਦੇ ਖਿਲਾਫ ਮੁਜ਼ਾਹਰੇ ਸ਼ੁਰੂ ਹੋਣ ਲੱਗੇ। ਇਸੇ ਤਰ੍ਹਾਂ ਫਿਰ ਇੱਕ ਜਿਹੜਾ ਮੁਜ਼ਾਹਰਾ ਉਹ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਰੱਖਿਆ ਗਿਆ, ਕਿ ਨਾਲ ਹੀ ਜਲ੍ਹਿਆਂਵਾਲਾ ਬਾਗ ਹੈ। ਆਪ ਜਿਹੜੇ ਜਾਓ ਨਾ ਤੁਸੀਂ ਹਰਿਮੰਦਰ ਸਾਹਿਬ, ਉਹ ਤੋਂ ਦੂਰ ਨਹੀਂ ਹੈਗਾ, ਉੱਥੇ ਇਹ ਰੱਖਿਆ ਤਾਂ ਕਿ ਇੱਕ ਤਾਂ ਵਿਸਾਖੀ ਦਾ ਮੇਲਾ ਲੱਗਣਾ ਸੀ, ਦੁਨੀਆ ਬਹੁਤ ਆਊਗੀ, ਅਤੇ ਇਸ ਵਕਤ ਦੇ ਨਾਲ ਉੱਥੇ ਫਿਰ ਸਪੀਚਾਂ ਹੋਈਆਂ ਧੂਆਂਧਾਰ ਲੀਡਰਾਂ ਨੇ, ਅਤੇ 20,000 ਦੇ ਲੋਕ ਇਕੱਠੇ ਹੋਏ। ਉਹ ਜਲ੍ਹਿਆਂਵਾਲੇ ਬਾਗ ਉਹ ਇੱਦਾਂ ਸੀ, ਉਹਦੇ ਆਲੇ ਦੁਆਲੇ ਦੀਵਾਰ ਕੀਤੀ ਹੋਈ ਸੀਗੀ, ਸਿਰਫ ਇੱਕ ਗੇਟ ਸੀਗਾ ਜਿਹੜਾ 3 ਫੁੱਟ ਚੌੜਾ ਸੀ, ਬਾਕੀ ਸਾਰੇ ਆਲੇ ਦੁਆਲੇ। ਉਹਦੇ ਵਿੱਚ ਖੂਹ ਵੀ ਸੀਗਾ। ਅਤੇ ਉਹਨਾਂ ਟਾਈਮ 'ਤੇ ਜਿਹੜਾ ਸਰ ਮਾਈਕਲ ਅਡਵਾਇਰ ਆ, ਇਹ ਪੰਜਾਬ ਦਾ ਗਵਰਨਰ ਸੀ, ਸਰ ਜਾਣੀ ਕਿਸਮ ਦਾ ਕਿੰਗ ਸੀ ਪੰਜਾਬ ਦਾ ਉਸ ਵੇਲੇ। ਅਤੇ ਜਿਹੜੀਆਂ ਫੌਜਾਂ ਦਾ ਕਮਾਂਡਰ ਸੀਗਾ ਉਹ ਕਰਨਲ ਐਡਵਰਡ ਹੈਰੀ ਡਾਇਰ ਇਹ ਸੀਗਾ, ਜੋ ਕਿ ਦੱਸਦੇ ਹਨ ਵੀ ਇਹ ਵੀ ਪਾਕਿਸਤਾਨ 'ਚ ਪੈਦਾ ਹੋਇਆ ਸੀ ਆਪਣੇ, ਕਿ ਉੱਥੇ ਇਹ ਰਹਿੰਦੇ ਸੀਗੇ। ਅਤੇ ਹੁਣ ਅਸੀਂ ਕਈ ਵਾਰੀ ਭੁਲੇਖਾ ਖਾ ਜਾਂਦੇ ਹਾਂ, ਜਨਰਲ ਡਾਇਰ ਇਹ ਕਹਿ ਦਿੰਦੇ ਹਾਂ। ਗਵਰਨਰ ਸੀਗਾ ਮਾਈਕਲ ਉਡਵਾਇਰ, ਅਤੇ ਜਿਹੜਾ ਫੌਜਾਂ ਦਾ ਕਮਾਂਡਰ ਸੀ ਜਿਹਨੇ ਗੋਲੀਆਂ ਚਲਾਈਆਂ ਉਹ ਸੀਗਾ ਜਨਰਲ ਡਾਇਰ। ਅਤੇ ਇਹ ਅਸਲ 'ਚ ਜਿਹੜਾ ਸਾਰਾ ਇਹ ਹੁਕਮ ਸੀ, ਜਿਹੜਾ ਪੰਜਾਬ ਦਾ ਗਵਰਨਰ ਸੀ ਜਨਰਲ ਉਡਵਾਇਰ ਦਾ। ਅਤੇ ਉਹਨੇ ਜਦੋਂ ਦੇਖਿਆ ਵੀ ਇਹਨਾਂ ਦੇ ਐਜੀਟੇਸ਼ਨ ਇੱਥੇ ਹੋਈ ਆ, ਉਹਨੇ ਹੁਕਮ ਕੀਤਾ ਜਨਰਲ ਡਾਇਰ ਨੂੰ ਵੀ ਇਹ ਜਿਹੜੀ ਇਹਨਾਂ ਦਾ ਮੁਜ਼ਾਹਰਾ ਆ, ਐਜੀਟੇਸ਼ਨ ਆ, ਇਹਨੂੰ ਕਿਸੇ ਹਾਲਤ ਦੇ ਵਿੱਚ ਕੁਚਲ ਦਿੱਤਾ ਜਾਵੇ, ਗੋਲੀਆਂ ਚਲਾਈਆਂ ਜਾਣ, ਜਿੰਨੇ ਵੀ ਮਰੇ ਕੋਈ ਪਰਵਾਹ ਨਹੀਂ ਕਰਨੀ। ਅਤੇ ਇਹ ਲਈ ਉਸ ਵੇਲੇ ਫਿਰ ਜਿਹੜੀ ਨਾ ਗੋਰਖਾ ਦੀ ਰੈਜੀਮੈਂਟ ਸੀ, ਗੋਰਖਾ ਰੈਜੀਮੈਂਟ ਉਹਨੂੰ ਕਹਿੰਦੇ ਆ, ਉਹਨੂੰ ਲਿਆਂਦਾ ਗਿਆ, ਅਤੇ ਚਾਰੇ ਪਾਸੇ ਜਲ੍ਹਿਆਂਵਾਲਾ ਜਿਹੜਾ ਬਾਗ ਉਹਨੂੰ ਘੇਰਾ ਪਾ ਲਿਆ, ਅਤੇ ਜਿਹੜਾ ਗੇਟ ਸੀ ਉਹਦੇ ਮੂਹਰੇ ਵੀ ਤੋਪਾਂ ਜੋੜਤੀਆਂ ਗਈਆਂ, ਅਤੇ ਹੁਕਮ ਕਰਦਾ ਵੀ ਇਹਨਾਂ ਨੂੰ ਗੋਲੀਆਂ ਚਲਾਇਆ ਜਾਣ, ਮਾਰ ਦਿਓ ਜਿੰਨੇ ਮਾਰ ਸਕਦੇ ਆ। ਸੋ ਬੱਚੇ, ਔਰਤਾਂ, ਬੁੱਢੇ ਗੋਲੀਆਂ ਨਾਲ ਭੁੰਨ ਦਿੱਤੇ ਗਏ। ਇਹ ਬਾਅਦ ਦੀ ਰਿਪੋਰਟ ਆਈ ਸੀ ਇਨਕੁਆਰੀ ਦੀ ਵੀ ਇੱਕ 6 ਹਫ਼ਤਿਆਂ ਦਾ ਬੱਚਾ ਸੀ ਜਿਹੜਾ ਉਹ ਵੀ ਵਿੱਚ ਗੋਲੀ ਦੇ ਨਾਲ ਮਰਿਆ ਸੀ। ਸਾਰਾ ਖੂਹ ਜਿਹੜਾ ਸੀ ਲਾਸ਼ਾਂ ਨਾਲ ਭਰ ਗਿਆ, ਹਾਹਾਕਾਰ ਮਚ ਗਈ। ਉਹਦੇ ਵਿੱਚ ਊਧਮ ਸਿੰਘ ਵੀ ਸੀਗਾ। ਊਧਮ ਸਿੰਘ ਅਸਲ 'ਚ ਇਹ ਪਹਿਲਾਂ ਹੀ ਨਾ ਉੱਥੇ ਉਸ ਜਿਹੜਾ ਐਜੀਟੇਸ਼ਨ ਸੀਗੀ, ਇਹਦੀ ਡਿਊਟੀ ਸੀਗੀ ਵੀ ਮੈਂ ਪਾਣੀ ਪਿਲਾਉਣਾ, ਜਿੰਨੇ ਵੀ ਸੀਗੇ ਪਾਣੀ ਪਿਲਾ ਰਿਹਾ ਸੀਗਾ। ਅਤੇ ਇਹ ਫਿਰ ਜਦੋਂ ਹਾਹਾਕਾਰ ਮਚ ਗਈ ਅਤੇ ਇਹ ਲਾਸ਼ਾਂ ਦੇ ਢੇਰ ਦੇ ਥੱਲੇ ਦਬ ਹੋਇਆ, ਜਾਣੀ ਬਚ ਗਿਆ, ਰੱਬ ਨੇ ਜਿੱਦਾਂ ਬਚਾਉਣਾ ਸੀ। ਇਹ ਉੱਠਿਆ ਜਦੋਂ ਸਾਰਾ ਕੁਛ ਖਤਮ ਹੋ ਗਿਆ, ਅਤੇ ਇਹਨੇ ਦੇਖਿਆ ਹਰ ਪਾਸੇ ਖੂਨ ਖਰਾਬਾ, ਚੀਕ ਚਹਾੜਾ, ਅਤੇ ਇਹਨੇ ਫਿਰ ਕਸਮ ਖਾਧੀ ਉੱਥੇ ਕਿ ਇਹ ਸੱਚਾ ਪਾਤਸ਼ਾਹ, ਮੈਂ ਇਸ ਜਿਹੜਾ ਇੰਨਾ ਜ਼ੁਲਮ ਹੋਇਆ ਮੈਂ ਇਹਦਾ ਬਦਲਾ ਲਵਾਂਗਾ। ਅਤੇ ਇਤਿਹਾਸ ਦੇ ਵਿੱਚ ਇਹ ਆਇਆ ਵੀ ਉਸ ਵੇਲੇ 1300 ਮੌਤਾਂ ਹੋਈਆਂ ਉਸ ਜਗ੍ਹਾ 'ਤੇ, ਅਤੇ 1300 ਦੇ ਵਿੱਚੋਂ ਜਿਹੜੇ 799 ਬੰਦਿਆਂ ਦੇ ਨਾਂ ਆਏ ਆ, ਉਹਨਾਂ ਦੇ ਨਾਂ ਨਾਲ ਸਿੰਘ ਲਿਖਿਆ ਸੀ, ਬਾਕੀ ਜਿਹੜੇ ਸੀ ਉਹ ਹਿੰਦੂ ਜਾਂ ਮੁਸਲਿਮ ਨਾਮ ਦੇ ਸੀਗੇ। 1650 ਗੋਲੀਆਂ ਚੱਲੀਆਂ, ਅਤੇ 50 ਦੀ ਰਾਈਫਲਾਂ ਸੀਗੀਆਂ ਆਰਮੀ ਅਫਸਰਾਂ ਕੋਲ, 50 ਜਿਹੜੇ ਬੰਦੇ ਸੀ ਰਾਈਫਲਾਂ ਵਾਲੇ ਉਹਨਾਂ ਨੇ। ਅਤੇ ਇਸ ਇੰਸੀਡੈਂਟ ਨਾਲ ਸਾਰੇ ਪਾਸੇ ਹਾਹਾਕਾਰ ਮਚ ਗਈ, ਇੰਡੀਆ ਦੇ ਵਿੱਚ, ਬਾਹਰ ਇੰਗਲੈਂਡ ਦੇ ਵਿੱਚ, UK ਦੇ ਵਿੱਚ ਬੜੀ ਹਾਹਾਕਾਰ ਮਚੀ, ਬਹੁਤ ਪਾਰਲੀਮੈਂਟ ਦੇ ਵਿੱਚ ਸ਼ੋਰ ਸ਼ਰਾਬਾ ਹੋਇਆ। ਫਿਰ ਬ੍ਰਿਟਿਸ਼ ਸਰਕਾਰ ਨੇ ਇੱਕ ਕਮਿਸ਼ਨ ਬਿਠਾਇਆ ਇਹਦੀ ਇਨਕੁਆਇਰੀ ਕਰਨ ਲਈ, ਉਹਨੂੰ ਕਹਿੰਦੇ ਹੰਟ ਕਮਿਸ਼ਨ।
ਤੇ ਉਹਦੇ ਉੱਤੇ ਫਿਰ ਉਹਨੇ ਦੇਖਿਆ ਵੀ ਜਿਹੜਾ ਜਨਰਲ ਡਾਇਰ ਸੀਗਾ ਉਹਨੂੰ, ਪਰ ਜਿਹੜਾ ਪੰਜਾਬ ਦਾ ਗਵਰਨਰ ਸੀਗਾ ਜਨਰਲ ਉਡਵਾਇਰ, ਉਹ ਕਹਿੰਦਾ ਵੀ ਹੁਕਮ ਮੇਰਾ ਸੀਗਾ, ਸਜ਼ਾ ਮੈਨੂੰ ਦਿੱਤੀ ਜਾਵੇ ਜੋ ਦੇਣੀ ਹੈ। ਸੋ ਗੱਲ ਕੀ ਵੀ ਜਨਰਲ ਡਾਇਰ ਜਿਹੜਾ ਸੀਗਾ ਯੂਕੇ ਦੇ ਵਿੱਚ ਹੀਰੋ ਬਣ ਗਿਆ, ਅਤੇ ਇਹਨੇ ਇੰਨਾ ਚੰਗਾ ਕੰਮ ਕੀਤਾ ਦਬਾਉਣ ਦੇ ਲਈ, ਅਤੇ ਇੰਡੀਆ ਦੇ ਵਿੱਚ ਇਹਨੂੰ ਇੱਕ ਵਿਲਨ ਦੇ ਤੌਰ 'ਤੇ ਇਹਨੂੰ ਦੇਖਿਆ ਜਾਣ ਲੱਗਾ। ਸੋ ਬੜਾ ਹਾਹਾਕਾਰ ਮਚਿਆ, ਅਤੇ ਇਸੇ ਘਟਨਾ ਦੇ ਨਾਲ ਫਿਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਦੁਨੀਆ ਬਹੁਤ ਉੱਠ ਖੜ੍ਹੀ ਹੋਈ, ਬੜੀ ਨਫ਼ਰਤ ਫੈਲ ਗਈ। ਅਤੇ ਕਹਿੰਦੇ ਹਨ ਕਿ ਉਹਨਾਂ ਦਿਨਾਂ ਦੇ ਵਿੱਚ ਮਾਲ ਰੋਡ ਇੱਕ ਬੜਾ ਚੰਗਾ ਵੈਲ ਨੋਨ ਏਰੀਆ ਹੁੰਦਾ ਸੀ ਉਹਨਾਂ ਦਿਨਾਂ 'ਚ, ਉੱਥੇ ਵਪਾਰੀਆਂ ਦੀਆਂ ਦੁਕਾਨਾਂ, ਬਿਜ਼ਨਸ ਸੀਗੇ ਸਾਰੇ, ਅਤੇ ਉੱਥੇ ਪ੍ਰੋਟੈਸਟ ਦੇ ਵਜੋਂ ਉਹਨੇ ਕਿਹਾ ਵੀ ਮਾਲ ਰੋਡ ਜਿਹੜਾ ਇਹ ਬੰਦ ਕਰ ਦਿਓ ਇੱਕ ਦਿਨ ਲਈ, ਪ੍ਰੋਟੈਸਟ। ਅਤੇ ਉਸ ਵੇਲੇ ਜਿਹੜਾ DC ਸੀਗਾ ਉਹ ਮਿਸਟਰ ਇਰਵਿੰਗ ਸੀਗਾ ਅੰਮ੍ਰਿਤਸਰ ਦਾ, ਅਤੇ ਉਹਨੇ ਮੀਟਿੰਗ ਸੱਦੀ ਇਹਨਾਂ ਨੇ DC ਦੀ ਵਗੈਰਾ ਸਾਰੀ। ਉਹਨੇ ਕਿਹਾ ਵੀ ਜਿਹੜੇ ਵੀ ਦੁਕਾਨ ਖੋਲ੍ਹੀ ਉਹਦਾ ਅਸੀਂ ਬੁਰਾ ਹਾਲ ਕਰਾਂਗੇ। ਸੋ ਇਸ ਤਰ੍ਹਾਂ ਦਾ ਘਟਨਾ ਦੇ ਨਾਲ ਲੋਕਾਂ ਦਾ ਗੁੱਸਾ ਵਧਣਾ ਸੀਗਾ। ਅਤੇ ਉਸ ਵੇਲੇ ਇੱਕ ਹੋਰ ਇੰਸੀਡੈਂਟ ਹੋਈ ਇਹਨਾਂ ਦਿਨਾਂ ਦੇ ਵਿੱਚ, ਇੱਕ ਗੋਰੀ ਰਹਿੰਦੀ ਸੀ ਉੱਥੇ ਅੰਮ੍ਰਿਤਸਰ, ਉਹਨਾਂ ਸੀਗਾ ਮਿਸਿਜ਼ ਸ਼ਰਵੁੱਡ, ਅਤੇ ਉਹ ਕਿਤੇ ਲੰਘ ਰਹੀ ਸੀ, ਲੋਕ ਪਹਿਲੇ ਬੜੇ ਗੁੱਸੇ 'ਚ ਸੀਗੇ, ਉਹਨੇ ਫਿਰ ਉਹਦੀ ਬੇਇੱਜ਼ਤੀ ਕੀਤੀ, ਉਹਨੂੰ ਗਾਲਾਂ ਕੱਢੀਆਂ, ਥੁੱਕਿਆ ਉੱਤੇ, ਅਤੇ ਉਹਨੇ ਫਿਰ ਉਹ ਵਿਚਾਰੀ ਬੜੀ ਮੁਸ਼ਕਿਲ ਨਾਲ ਬਚੀ ਉੱਥੋਂ, ਉਹ ਗੋਰੀ ਸੀ ਜਿਹੜੀ। ਅਤੇ ਦੂਜੇ ਦਿਨ ਜਦੋਂ ਜਨਰਲ ਉਡਵਾਇਰ ਨੂੰ ਪਤਾ ਲੱਗਾ, ਉਹਨੇ ਜਨਰਲ ਡਾਇਰ ਅਤੇ DC ਜਿਹੜਾ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕੀਤੀ ਵੀ ਆਹ ਦੇਖੋ ਜਿਹੜੇ ਗੋਰੀ ਨੇ ਦੱਸਿਆ, ਮੇਰੇ ਨਾਲ ਇੰਨਾ ਬੁਰਾ ਹਾਲ ਹੋਇਆ। ਇਹ ਕਹਿੰਦੀ ਮੈਂ ਆਪਣੇ ਘਰ ਨੂੰ ਰੀਂਗ ਕੇ ਜਾਣੀ ਗੋਡਿਆਂ ਦੇ ਨਾਲ ਪਹੁੰਚੀ ਆ, ਅਤੇ ਇਸ ਕਰਕੇ ਇਹ ਮੇਰੀ ਬੜੀ ਬੇਇੱਜ਼ਤੀ ਹੋਈ ਹੈ। ਪਤਾ ਨਹੀਂ ਮੇਰੇ ਵਰਗੇ ਹੋਰ ਗੋਰੀਆਂ ਗੋਰੇ ਕਿੰਨਾਂ ਦੀ ਤਸ਼ੱਦਦ ਦਾ ਸ਼ਿਕਾਰ ਹੋਏ ਹੋਣੇ। ਅਤੇ ਫਿਰ ਇਹਨੇ ਜਨਰਲ ਡਾਇਰ ਨੇ ਅਤੇ ਉਡਵਾਇਰ ਨੇ ਕਿਹਾ ਵੀ ਹੁਣ ਜਿਹੜਾ ਵੀ ਇੱਥੇ ਲੰਘੇ ਨਾ ਉਹ ਰੀਂਗ ਕੇ ਜਾਵੇ ਆਪਣੇ ਘਰ ਨੂੰ, ਇਹਨੇ ਕੋਈ ਵੀ ਜਾਣੀ ਖੜ੍ਹ ਕੇ ਤੁਰ ਕੇ ਨਹੀਂ ਜਾ ਸਕਦਾ, ਅਤੇ ਸਾਰੇ ਰੀਂਗਣ ਜਾਣੀ ਰੀਂਗ ਕੇ ਦੇਖ ਲਓ ਕਿੰਨਾ ਇਹ ਡਿਫੀਕਲਟ ਹੈ। ਸੋ ਇਹਦੇ ਬਾਅਦ ਫਿਰ ਜਿਹੜਾ ਜਨਰਲ ਉਡਵਾਇਰ ਸੀਗਾ, ਸਰ ਜਨਰਲ ਉਡਵਾਇਰ, ਉਹਨੂੰ ਸਰ ਦਾ ਖਿਤਾਬ ਵੀ ਦਿੱਤਾ ਸੀ, ਉਹਨੂੰ UK ਸੱਦ ਲਿਆ ਗਿਆ ਇਸ ਘਟਨਾ ਦੇ ਬਾਅਦ ਦੇ ਵਿੱਚ। ਅਤੇ ਉੱਧਰ ਫਿਰ ਜਿਹੜਾ ਸਰਦਾਰ ਊਧਮ ਸਿੰਘ ਸੀਗਾ, ਇਹਨਾਂ ਨੇ ਊਧਮ ਸਿੰਘ, ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਸੰਘਰਸ਼ ਕਮੇਟੀ ਦੇ ਵਿੱਚ ਇਹ ਵੀ ਜਿਹੜੇ ਐਜੀਟੇਸ਼ਨ ਕਰ ਰਹੇ ਸੀ ਉਹਨਾਂ ਦੇ ਵਿੱਚ ਜਾ ਮਿਲਿਆ, ਅਤੇ ਫਿਰ ਇਹ ਅਫਰੀਕਾ ਚਲਾ ਗਿਆ। ਊਧਮ ਸਿੰਘ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਅਮਰੀਕਾ ਦੇ ਵਿੱਚ ਸੋਹਣ ਸਿੰਘ ਭਕਨਾ ਦੀ ਇੱਕ ਗਦਰ ਪਾਰਟੀ ਸੀ, ਉਹਦੇ ਵਿੱਚ ਸ਼ਾਮਲ ਹੋ ਗਿਆ। ਆਪ ਜੀ ਨੂੰ ਪਤਾ ਹੋਣਾ, ਸਾਡੇ ਬਜ਼ੁਰਗ, ਸਾਡਾ ਜਿਹੜਾ ਇੱਕ ਯੋਧਾ ਬਾਬੂ ਮੰਗੂਰਾਮ ਮੁੱਗੋਵਾਲੀਆ ਜੀ, ਉਹ ਵੀ ਉਸ ਸੰਘਰਸ਼ ਕਮੇਟੀ ਦੇ ਵਿੱਚ ਜਿਹੜੀ ਗਦਰ ਪਾਰਟੀ ਵਿੱਚ ਸੀਗੇ। ਸੋ ਇਹ ਵੀ ਊਧਮ ਸਿੰਘ ਵੀ ਉਸ ਗਦਰ ਪਾਰਟੀ 'ਚ ਜਿਹੜਾ ਗਿਆ, ਅਤੇ ਫਿਰ ਵਾਪਸ ਫਿਰ ਭਾਰਤ ਆ ਗਿਆ, ਅਤੇ ਜਿਹੜੀ ਉੱਥੇ ਮੂਵਮੈਂਟ ਚੱਲ ਰਹੀ ਸੀਗੀ ਇੰਡੀਆ ਦੀ, ਆਪ ਜੀ ਨੂੰ ਪਤਾ ਹੈ, ਉਹਦੇ ਵਿੱਚ ਸਰਗਰਮ ਹੋ ਗਿਆ। ਅਤੇ ਇੱਕ ਵਾਰੀ ਇਹ ਫੜਿਆ ਗਿਆ, ਨਜਾਇਜ਼ ਪਿਸਤੌਲ ਰੱਖਿਆ ਸੀ ਇਹਨੇ, ਤਾਂ ਇਹਨੂੰ 4 ਸਾਲ ਦੀ ਕੈਦ ਹੋਈ ਉੱਥੇ ਕੀਤੀ। ਫਿਰ ਇਹਦੇ 'ਤੇ ਜਿਹੜੀ CID ਜਿਹਨੂੰ ਅਸੀਂ ਕਹਿੰਦੇ ਹਾਂ ਖੁਫੀਆ ਏਜੰਸੀ, ਉਹ 'ਤੇ ਇੱਥੇ ਫਿਰ ਨਿਗਾਹ ਰੱਖਣ ਲੱਗ ਪਿਆ ਵੀ ਬੰਦਾ ਬੜਾ ਖਤਰਨਾਕ। ਅਤੇ ਇਹ ਫਿਰ UK ਪਹੁੰਚਿਆ, ਫਿਰ ਉਸੇ ਬਦਲਾ ਲੈਣ ਦੇ ਲਈ ਵੀ ਜਿਹੜਾ ਜਨਰਲ ਉਡਵਾਇਰ ਆ ਉਹਨੇ ਇੰਨੀ ਦੁਨੀਆ ਦਾ ਕਤਲੇ ਕੰਮ ਕੀਤਾ ਸਾਡੇ ਭੈਣਾਂ ਭਰਾਵਾਂ ਦਾ, ਅਤੇ ਇਹ ਇੰਗਲੈਂਡ ਪਹੁੰਚ ਗਿਆ। ਇੱਥੇ ਇਹਦੇ ਫਾਰਮ ਸੀਗੇ ਜਨਰਲ ਉਡਵਾਇਰ ਦੇ, ਉਹਦੇ ਵਿੱਚ ਨੌਕਰੀ ਕਰਦਾ ਰਿਹਾ ਬਹੁਤ ਚਿਰ, ਉੱਥੇ ਨੌਕਰੀ ਕੀਤੀ, ਅਤੇ ਉਹਦੇ ਬਾਅਦ 'ਚ ਇੱਥੇ ਇੱਕ ਫੋਰਡ ਦੀ ਫੈਕਟਰੀ ਸੀ, ਉੱਥੇ ਟੂਲ ਮੇਕਰ ਵੀ ਬਣਿਆ, ਕਾਫੀ ਹੁਸ਼ਿਆਰ ਸੀ, ਟੂਲ ਮੇਕਰ ਬਣਿਆ। ਫਿਰ ਇਹ ਵੀ ਆਉਂਦਾ ਲਿਖਤ ਦੇ ਵਿੱਚ ਵੀ ਹਾਲੀਵੁੱਡ ਦੀਆਂ ਕਈ ਫਿਲਮਾਂ 'ਚ ਛੋਟੇ ਰੋਲ ਵੀ ਕੀਤੇ, ਇੰਨਾ ਇਹ ਮਹਾਨ ਸਨ ਇਹ। ਤਾਂ ਫਿਰ ਇਹਦੇ ਇੰਨਾ ਕਰਦੇ ਇੱਥੇ ਕਾਫੀ ਸਾਲ ਇਹਨੂੰ ਲੰਘ ਗਏ, ਇਹਨੂੰ ਮੌਕਾ ਨਾ ਮਿਲੇ ਵੀ ਮੈਂ ਆਪਣਾ ਜਿਹੜਾ ਬਦਲਾ ਕਿੱਦਾਂ ਲਵਾਂ, ਹਾਂਜੀ। ਅਤੇ ਉੱਧਰ ਫਿਰ ਵਰਲਡ ਵਾਰ 2 ਲੱਗੀ ਹੋਈ ਸੀਗੀ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ। ਜਰਮਨਾਂ ਨੇ ਹਾਲੈਂਡ, ਬੈਲਜੀਅਮ, ਫਰਾਂਸ ਸਾਰੇ ਜਿੱਤ ਲਏ, ਇੱਕ ਸਵਿਟਜ਼ਰਲੈਂਡ ਰਹਿ ਗਿਆ ਸੀ। ਸਵਿਟਜ਼ਰਲੈਂਡ ਕਹਿੰਦਾ ਮੈਂ ਕਿਸੇ ਪਾਸੇ ਨਹੀਂ ਹੈਗਾ, ਉਸ ਕਰਕੇ ਉਹਨੂੰ ਛੱਡ ਦਿੱਤਾ, ਅਤੇ UK ਅੜਿਆ ਹਿਟਲਰ ਦੇ ਮੂਹਰੇ।
ਹਿਟਲਰ ਨੇ ਸਾਰੇ ਆਪਣੇ ਜਿਹੜੇ ਇਹਦੇ ਜਿੰਨੇ ਵੀ ਸ਼ਹਿਰ ਆ ਉੱਥੇ ਬੰਬਾਰਮੈਂਟ ਕੀਤੀ ਜਾਵੇ। ਤੋ ਲੰਡਨ ਕੀ ਕਾਵੈਂਟਰੀ ਸਭ ਜਗ੍ਹਾ ਇਹ ਬੰਬਾਰਮੈਂਟ ਹੋਈ। ਅਤੇ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਊਧਮ ਸਿੰਘ ਇੱਥੇ ਸੀਗਾ ਬਦਲਾ ਲੈਣ ਦੇ ਲਈ। ਅਤੇ ਉਹ ਕਹਿੰਦੇ ਆ ਵੀ ਉੱਥੇ ਇੱਕ ਸ਼ੈਫਰਡ ਬੁਸ਼ ਗੁਰਦੁਆਰਾ ਬੜਾ ਪੁਰਾਤਨ ਗੁਰਦੁਆਰਾ ਸੀ, ਉੱਥੇ ਜਾ ਕੇ ਸਰਦਾਰ ਊਧਮ ਸਿੰਘ ਨੇ ਅਰਦਾਸ ਕੀਤੀ ਕਿ ਇਹ ਜਿਹੜਾ ਜਨਰਲ ਡਵਾਇਰ ਆ ਇਹ ਕਿਤੇ ਜਿਹੜੀ ਬੰਬਾਰਮੈਂਟ ਹੋ ਰਹੀ ਹੈ ਹਿਟਲਰ ਵੱਲੋਂ ਉਹ 'ਚ ਨਾ ਕਿਤੇ ਮਾਰਿਆ ਜਾਵੇ। ਇਹ ਮੇਰਾ ਹੀ ਇਹ ਸ਼ਿਕਾਰ ਆ, ਮੈਂ ਇਹ ਪ੍ਰਮਾਤਮਾ ਮੈਨੂੰ ਹੀ ਦੇਖੋ ਤੁਸੀਂ ਜਜ਼ਬਾ ਜਦੋਂ ਬੰਦੇ ਦੇ ਆ ਜਾਵੇ। ਇਸ ਤਰ੍ਹਾਂ ਦੇ ਜਿਹੜੇ ਇਨਸਾਨ ਆ ਇਹ ਇਨਸਾਨ ਨਹੀਂ, ਇਹ ਕੋਈ ਖਾਸ ਹੀ ਕੋਈ ਗੋਡ ਦੀ ਕ੍ਰੀਏਸ਼ਨ ਆ ਜਿਨ੍ਹਾਂ ਦੇ ਇੰਨੀ ਦਿਲ ਦੇ ਵਿੱਚ ਹੈਗੀ। ਅਤੇ ਇਹਨੇ ਆਪਣੇ ਗੁਰਦੁਆਰੇ ਅਰਦਾਸ ਕੀਤੀ ਅਤੇ ਮੈਨੂੰ ਇਹ ਪ੍ਰਮਾਤਮਾ ਇਹਦਾ ਬਦਲਾ ਮੈਂ ਹੀ ਲਵਾਂ, ਕਿਤੇ ਜਿਹੜੀ ਇਹਨਾਂ ਦੀ ਵਰਲਡ ਵਾਰ ਦੇ ਜਰਮਨਾਂ ਦੇ ਬੰਬਾਂ 'ਚ ਨਾ ਮਾਰਿਆ ਜਾਵੇ। ਅਤੇ ਫਿਰ ਇਹਨੂੰ ਖਬਰ ਮਿਲੀ 13 ਮਾਰਚ 1940 ਨੂੰ ਵੀ ਇੱਕ ਕੈਕਸਟਨ ਹਾਲ ਆ, ਇੱਥੇ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਸਰ ਮਾਈਕਲ ਉਡਵਾਇਰ ਵੀ ਆ ਰਿਹਾ। ਇਹਨੂੰ ਸੂਚਨਾ ਮਿਲ ਗਈ ਕਿ ਉਹ ਇਹ ਵੀ ਮਗਰ ਪਿਆ ਸੀਗਾ। ਅਤੇ ਇਹਨੇ ਕੀ ਕੀਤਾ ਉੱਥੇ, ਹੁਣ ਜਿਹੜੇ ਇਨਵਾਈਟਡ ਸੀਗੇ ਉਹਨਾਂ ਨੂੰ ਸੀਗੇ, ਅਤੇ ਇਹਨੇ ਫਿਰ ਤੁਸੀਂ ਦੇਖਿਆ ਹੋਣਾ ਇਹਦੇ ਸਿਰ 'ਤੇ ਹੈਟ ਵਗੈਰਾ ਇਹ ਉਸ ਵੇਲੇ ਦੀ ਆ ਇਹਦੀ ਫੋਟੋ ਜਿਹੜੀ ਆ। ਅਤੇ ਇਹਨੇ ਉਹ ਹੈਟ ਹੁਟ ਲਾ ਕੇ ਕੋਟ ਪੈਂਟ ਪਾਇਆ ਅਤੇ ਇੱਕ ਕਿਤਾਬ ਸੀ ਵੱਡੀ ਸਾਰੀ, ਉਹਦੇ ਵਿੱਚ ਐਨ ਕੱਟ ਕਰਕੇ ਜਿਹੜਾ ਰਿਵਾਲਵਰ ਫਿੱਟ ਕੀਤਾ ਉਹਦੇ ਵਿੱਚ ਪਤਾ ਵੀ ਨਾ ਲੱਗੇ। ਉਹ ਜਿਹੜੀ ਕਿਤਾਬ ਸੀ ਉਹ ਕਛ ਦੇ ਵਿੱਚ ਲੈ ਕੇ ਇਹ ਗੇਟ ਕੀਪ ਨੇ ਕਿਹਾ ਜੇ ਤਾਂ ਬਹੁਤ ਪੜ੍ਹਿਆ ਲਿਖਿਆ ਬੰਦਾ ਲੱਗਦਾ ਕਿਤਾਬ ਆ ਕੋਈ, ਅੰਦਰ ਚਲੇ ਗਿਆ। ਅਤੇ ਉਹ ਜਿਹੜਾ ਦੱਸਦੇ ਆ ਵੀ ਰਿਵਾਲਵਰ ਆ ਇਹਨੇ ਇੱਕ ਆਇਰਿਸ਼ਮੈਨ ਤੋਂ ਖਰੀਦਿਆ ਸੀ। ਆਇਰਿਸ਼ਮੈਨ ਵੀ ਤੁਹਾਨੂੰ ਪਤਾ ਬੜੇ ਇਹਨਾਂ ਨੂੰ ਲੱਗਦੇ ਸੀ, ਅਤੇ ਉਹਨੇ ਫਿਰ ਇਹਨੂੰ ਇਹ ਰਿਵਾਲਵਰ ਦਿੱਤਾ ਤਾਂ ਉਹ ਕਿਤਾਬ ਲੈ ਕੇ ਅੰਦਰ ਚਲਾ ਗਿਆ। ਅਤੇ ਫਿਰ ਜੇ ਹੋਰ ਭਾਸ਼ਣ ਹੋਏ ਤਾਂ ਫਿਰ ਜਨਰਲ ਡਵਾਇਰ ਨੇ ਵੀ ਕਿਹਾ ਵੀ ਦੇਖੋ ਜੇ ਤੁਸੀਂ ਬ੍ਰਿਟਿਸ਼ ਰਾਜ ਚਾਹੁੰਦੇ ਆ ਤਾਂ ਤੁਹਾਨੂੰ ਇਹ ਜਰਾ ਸਖਤੀ ਨਾਲ ਕਰਨਾ ਪੈਣਾ। ਮੈਂ ਇਹਨਾਂ ਭਾਰਤੀਆਂ 'ਤੇ ਕੀਤਾ ਤਾਂ ਇਹਨਾਂ ਨੂੰ ਅਕਲ ਦਵਾਤੀ ਹੈ, ਇੱਦਾਂ ਦੀਆਂ ਸਪੀਚਾਂ ਕਰੇ। ਅਤੇ ਹੁਣ ਬੈਠਾ ਸੀ ਇਹ ਵੀ, ਇਹਦਾ ਫਿਰ ਖੂਨ ਖੋਲਣ ਲੱਗ ਪਿਆ। ਇਹਨੇ ਫਿਰ ਉਹ ਕੱਢਿਆ ਅਤੇ ਉਸੇ ਵੇਲੇ ਇਹਨੇ 6 ਗੋਲੀਆਂ ਮਾਰੀਆਂ ਉਹਦੇ, ਉਹ ਥਾਂ 'ਤੇ ਡਿੱਗ ਪਿਆ। ਅਤੇ 3 ਹੋਰ ਜਿਹੜੇ ਨਾਲ ਸੀ ਉਹ ਜ਼ਖਮੀ ਹੋ ਗਏ, ਭੱਜਿਆ ਨਹੀਂ। ਅਤੇ ਜਦੋਂ ਇਹਨੂੰ ਅਰੈਸਟ ਕੀਤਾ ਉਹਨੂੰ ਕਹਿੰਦੇ ਵੀ ਤੇਰਾ ਨਾਮ ਕੀ ਆ? ਕਹਿੰਦਾ ਰਾਮ ਮੁਹੰਮਦ ਸਿੰਘ ਆਜ਼ਾਦ। ਦੇਖ ਲਓ ਕਿੱਦਾਂ ਵੀ ਜਾਣੀ ਇਹ ਕੋਈ ਕਹੇ ਨਾ ਵੀ ਮੈਂ ਇਹ ਸਿੰਘ ਹੀ ਸੀਗਾ, ਜਾਂ ਇਹਨੇ ਸਾਰਿਆਂ ਦੇ ਨਾਂ ਰੱਖ ਕੇ ਇਹ ਨਾਂ ਲਿਖਾਇਆ ਸੀ। ਇਹਨਾਂ ਦੇ ਜਿਹੜਾ ਰੈਕੋਰਡ ਆ ਉਸ ਵੇਲੇ ਦਾ ਕੋਰਟ ਦਾ, ਉਹਦੇ ਵਿੱਚ ਹੈਗਾ ਰਾਮ ਮੁਹੰਮਦ ਸਿੰਘ ਆਜ਼ਾਦ। ਸੋ ਐਨੀਵੇ 2 ਦਿਨ ਜਿਹੜਾ ਟਰਾਇਲ ਚੱਲਿਆ ਇਹ, ਅਤੇ 11 ਅਪ੍ਰੈਲ 1940 ਨੂੰ ਫਿਰ ਇਹਨਾਂ ਨੂੰ ਮੌਤ ਦੀ ਸਜ਼ਾ ਹੋਈ। ਅਤੇ ਜਿਹੜੀ ਫਾਂਸੀ ਹੋਈ ਆ ਫਿਰ 31 ਜੁਲਾਈ ਨੂੰ 1940 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਪੈਂਟੋਗਲ ਪ੍ਰਿਜ਼ਨ ਹੈਗੀ ਇੱਕ ਬਾਰਨਸਬਰੀ ਦੇ ਵਿੱਚ ਏਰੀਏ ਦੇ ਵਿੱਚ ਹੈਗੀ ਆ। ਅਤੇ ਜਦੋਂ ਇਹਨਾਂ ਦੀ ਜਿਹੜੀ ਲਾਸ਼ ਸੀਗੀ ਉਹਨੂੰ ਉੱਥੇ ਦੱਬ ਦਿੱਤਾ ਗਿਆ। ਅਤੇ ਇੱਕ ਹੋਰ ਇੰਟਰਸਟ ਵਾਲੀ ਗੱਲ ਹੈ ਜੀ, ਆਪ ਜੀ ਨੂੰ ਪਤਾ ਹੋਣਾ, ਅਤੇ ਇੱਥੇ ਇੱਕ ਹੋਰ ਇਹਨਾਂ ਦੇ ਨਾਲ ਹੀ ਇੱਕ ਭਾਰਤੀ ਸੀਗਾ ਆਜ਼ਾਦੀ ਦਾ ਘੁਲਾਟੀਆ ਮਦਨ ਲਾਲ ਢੀਂਗਰਾ, ਉਹਨੇ ਕਰਜਨ ਵਾਈਟ ਨੂੰ ਮਾਰਿਆ ਸੀ, ਉਹਨੂੰ ਵੀ ਇੱਥੇ ਫਾਂਸੀ ਦਿੱਤੀ ਗਈ ਹੈ। ਉੱਥੇ ਇਹਦੀ ਵੀ ਮਜ਼ਾਰ ਉੱਥੇ ਹੀ ਬਣੀ ਹੋਈ ਹੈ। ਅਤੇ ਇਹ ਹੈ ਜੀ ਇਹਦੀ ਵਿਚਾਰੇ ਦੀ ਜੀਵਨੀ ਦੇ ਇਹਨਾਂ ਸਾਡੇ ਮਹਾਨ ਸ਼ਹੀਦਾਂ ਦੀ। ਤਾਂ ਹੁਣ ਇਸ ਜਿਹੜੀ ਘਟਨਾ ਆ ਇਹਦੇ ਵਿੱਚ ਕਈ ਲਿਖਾਰੀਆਂ ਨੇ ਕਈ ਤਰ੍ਹਾਂ ਦੇ ਪੱਖ ਪੇਸ਼ ਕੀਤੇ ਆ। ਸਾਡਾ ਇੱਕ ਬਹੁਤ ਵੱਡਾ ਲਿਖਾਰੀ ਹੈਗਾ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ, ਉਹਦਾ ਜਿਹੜਾ ਵਰਸ਼ਨ ਆ ਜਿਹੜਾ ਵੀ ਇਹ ਕੀ ਹੈਗੇ, ਉਹ ਕਹਿੰਦਾ ਵਰਲਡ ਵਾਰ 2 ਲੱਗੀ ਹੋਈ ਸੀ, ਜਿਹੜੀ ਸਿੱਖ LI ਇੱਕ ਰੈਜੀਮੈਂਟ ਸੀਗੀ ਜਿਹਨੂੰ ਕਿ ਸਾਡੇ ਸਿੱਖ ਲਾਈਟ ਇਨਫੈਂਟਰੀ ਕਹਿੰਦੇ ਆ, ਅਤੇ ਗੋਰਿਆਂ ਨੇ ਬਣਾਈ ਸੀਗੀ ਜਿਹੜੇ ਆਪਣੇ ਮਜ਼੍ਹਬੀ ਅਤੇ ਹੋਰ ਰਵਦਾਸੀਏ ਸਿੱਖ ਵਗੈਰਾ ਇਹਨਾਂ ਦੀ ਸੀ। ਇਹਨਾਂ ਨੇ ਫਿਰ ਉਹ ਜਿੱਤ ਦੇ ਵਿੱਚ ਇੰਨੀ ਦਰਬਾਰ ਸਾਹਿਬ ਦੇਗ ਲੈ ਕੇ ਗਏ ਇਹ ਵੀ ਅਸੀਂ ਇੱਥੇ ਕਰਾਏ। ਅਤੇ ਪਰ ਇਹਨਾਂ ਨੂੰ ਚੌਥੇ ਪੌੜੇ ਦੇ ਸਿੱਖ ਸੀਗੇ, ਇਹਨਾਂ ਕੋਲੋਂ ਉਹ ਲਿਆ ਨਹੀਂ, ਜਿਹੜਾ ਪ੍ਰਸ਼ਾਦ ਇਹਨਾਂ ਨੂੰ ਵੰਡਣ ਨਹੀਂ ਦਿੱਤਾ ਵੀ ਤੁਸੀਂ ਤਾਂ ਅਨਟਚੇਬਲ ਆ, ਤੁਸੀਂ ਛੋਟੀ ਜਾਤ ਦੇ ਆ। ਅਤੇ ਇਹਨਾਂ ਨੇ ਕਹਿੰਦੇ ਵੀ ਪ੍ਰੋਟੈਸਟ ਦੇ ਬਹੁਤ ਜਲਿਆਂਵਾਲੇ ਬਾਗ ਦੇ ਵਿੱਚ ਕੀਤਾ ਸੀ, ਅਤੇ ਤਾਂ ਉੱਥੇ ਜਿਹੜੇ ਜ਼ਿਆਦਾ ਮਾਰੇ ਗਏ ਜਿਹੜੇ ਹੈ ਸਿੱਖ LI ਦੇ ਬੰਦੇ ਸੀ ਉਹੀ ਮਾਰੇ ਗਏ। ਸੋ ਇਹ ਪ੍ਰੋਫੈਸਰ ਗੁਰਨਾਮ ਸਿੰਘ ਦੀ ਇਹ ਵਰਜਨ, ਅਤੇ ਉਹ ਕਹਿੰਦੇ ਵੀ ਇਹਦਾ ਰੈਕੋਰਡ ਵੀ ਹੈਗਾ
ਜਿਹਦੇ ਵਿੱਚ ਪਾਰਲੀਮੈਂਟ ਦੀ ਜਿਹੜੀ ਹੈਗੀ ਹੈ। ਅਤੇ ਇੱਕ ਹੋਰ ਤੁਹਾਡੇ ਇੰਟਰਸਟ ਲਈ ਮੈਂ ਦੱਸਾਂ, ਅਤੇ ਜਦੋਂ ਜਨਰਲ ਡਾਇਰ ਨੂੰ ਉਹਨੇ ਮਾਰਿਆ, ਇੰਨਾ ਕਾਰਜ ਕੀਤਾ, ਤਾਂ ਉਹਨੂੰ ਹਰਿਮੰਦਰ ਸਾਹਿਬ ਦਾ ਜਥੇਦਾਰ ਅਰੂੜ ਸਿੰਘ, ਜਿਹੜਾ ਕਿ ਸਿਮਰਨਜੀਤ ਮਾਨ ਸਿੰਘ ਦਾ ਨਾਨਾ ਸੀ, ਉਹਨੇ ਇਹਨੂੰ ਸਰੋਪਾ ਦਿੱਤਾ ਵੀ ਤੂੰ ਸ਼ਾਬਾਸ਼ ਵੀ ਬੜਾ ਚੰਗਾ ਕੰਮ ਕੀਤਾ। ਸੋ ਇਹ ਦੇਖ ਲਓ ਕਿ ਸਾਡੇ ਜਿਹੜਾ ਕਿ ਅੱਜ ਕੱਲ੍ਹ ਖਾਲਿਸਤਾਨ ਦਾ ਬੜਾ ਸਪੋਰਟਰ ਆ, ਅਤੇ ਕਾਫੀ ਕੁਛ ਉਹਨੇ। ਮੈਂ ਇੱਕ ਹੋਰ ਵੀ ਇਸ ਬੰਦੇ ਬਾਰੇ ਦੇਖਿਆ, ਇਹਨੇ ਭੈਣ ਮਾਇਆਵਤੀ ਦੇ ਖਿਲਾਫ ਇੰਨੀ ਗੰਦੀ ਸ਼ਬਦਾਵਲੀ ਯੂਜ਼ ਕੀਤੀ, ਜਿਹੜੀ ਕਿ ਸਟੇਜ ਦੇ ਉੱਤੋਂ। ਇਹ ਆ ਜਿਹੜਾ ਨਾ ਬਰਗਾੜੀ ਹੋਇਆ ਸੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ, ਉੱਥੇ ਸਾਰੇ ਲੀਡਰ ਇਕੱਠੇ ਹੋਏ ਸੀਗੇ, ਅਤੇ ਉੱਥੇ BSP ਦੇ ਵੀ ਸੀਗੇ ਸਾਰੇ। ਜਦੋਂ ਇਹ ਸਪੀਚ, ਇਹਦੀ ਸਪੀਚ ਦੇ ਕਲਿੱਪ ਵੀ ਹੈਗੇ ਆ, ਅਤੇ ਇਹ ਫਿਰ ਜਦੋਂ ਬੋਲਣ ਲੱਗਾ, ਉਹ ਕਹਿੰਦੇ ਜੀ ਮਾਇਆਵਤੀ ਹਰਿਆਣਾ ਸੀ, ਆਈ ਨਹੀਂ। ਇਹ ਕਹਿੰਦਾ ਅਸੀਂ ਤਾਂ ਇੱਦਾਂ ਦਾ ਨਹੀਂ, ਮਾਰਦੇ ਵੀ ਨਹੀਂ ਜਾਣੀ ਇੰਨੀ ਬੜੀ। ਸੋ ਇਸ ਬੰਦੇ ਦੇ ਇਹ ਜਿਹੜੇ ਗਦਾਰ ਆ, ਇਹ ਸਾਡੇ ਭਾਰਤੀ ਲੋਕਾਂ ਦੇ, ਇਹਦੇ ਨਾਨੇ ਨੇ ਇਹਨੂੰ ਜਨਰਲ ਨੂੰ ਸਰੋਪਾ ਦਿੱਤਾ ਸੀ। ਇਹ ਆਪ ਜੀ ਦੇ ਲਈ ਜਾਣਕਾਰੀ ਨੂੰ ਦੱਸ ਰਿਹਾ। ਸੋ ਟਰਾਇਲ ਸਮੇਂ, ਜਦੋਂ ਟਰਾਇਲ ਹੋ ਰਿਹਾ ਸੀ, ਉਸ ਵੇਲੇ ਜੱਜ ਨੇ ਇਹਨੂੰ ਕੁਐਸਚਨ ਕੀਤੇ। ਪਹਿਲਾਂ ਤਾਂ ਉਹ 'ਤੇ ਬੈਨ ਸੀ ਵੀ ਕੋਈ ਵੀ ਇਹਦੇ ਟਰਾਇਲ ਦਾ ਪ੍ਰੈਸ ਦੇ ਵਿੱਚ ਨਾ ਛਾਪਿਆ ਨਾ ਜਾਵੇ, ਅਤੇ ਪਰ ਫਿਰ ਬਾਅਦ ਦੇ ਵਿੱਚ ਹੁਣ ਉਹ ਇਹ ਗੱਲਾਂ ਜਿਹੜੀਆਂ ਬਾਹਰ ਆ ਰਹੀਆਂ ਹਨ। ਅਤੇ ਜੱਜ ਨੇ ਇਹਨੂੰ ਪੁੱਛਿਆ ਸੀ ਸਰਦਾਰ ਊਧਮ ਸਿੰਘ ਨੂੰ ਵੀ ਤੂੰ ਗੋਲੀ ਮਾਰ ਕੇ ਭੱਜਿਆ ਕਿ ਇਹਨੂੰ ਤੂੰ ਭੱਜ ਸਕਦਾ ਸੀ, ਤੇਰੇ ਕੋਲ ਪਿਸਤੌਲ ਸੀਗਾ। ਉਹ ਕਹਿੰਦਾ ਜੱਜ ਸਾਹਿਬ, ਜਿਸ ਤਰ੍ਹਾਂ ਜ਼ਾਲਮ ਡਾਇਰ ਨੇ ਸ਼ਰੇਆਮ ਬੇਕਸੂਰ ਲੋਕਾਂ ਨੂੰ ਭੁੰਨਿਆ, ਉਸ ਤਰ੍ਹਾਂ ਮੈਂ ਵੀ ਚਾਹੁੰਦਾ ਸੀ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਮੈਂ ਬਦਲਾ ਲੈ ਲਿਆ। ਦੇਖੋ ਕਿੰਨੀ ਬੜੀ ਇੱਕ ਯੋਧੇ ਦੀ ਅਣਖ ਦੀ ਇਹ ਕਿੰਨੀ ਵੱਡੀ ਗੱਲ ਹੈ। ਜੱਜ ਕਹਿੰਦਾ ਵੀ ਜੇ ਤੂੰ ਭੱਜ ਜਾਂਦਾ ਤਾਂ ਤੇਰੇ ਵਰਗੇ ਹੋਰ ਨਾਲ ਜੁੜ ਜਾਣੇ ਸੀ, ਤੂੰ ਜੋੜ ਸਕਦਾ ਸੀ। ਉਹ ਕਹਿੰਦਾ ਇਸ ਤਰ੍ਹਾਂ ਕਰਨ ਨਾਲ ਮੈਂ ਕੁਝ ਕੁ ਪਰਵਾਨਿਆਂ ਨੂੰ ਤਾਂ ਜੋੜ ਸਕਦਾ ਸੀ, ਪਰ ਹੁਣ ਮੇਰੀ ਮੌਤ ਤੋਂ ਮਗਰੋਂ ਹਜ਼ਾਰਾਂ ਹੀ ਊਧਮ ਸਿੰਘ ਪੈਦਾ ਹੋ ਜਾਣਗੇ। ਇਹ ਜਜ਼ਬਾ ਆ ਇਹਨਾਂ ਦੇ। ਅਸਲੀ ਜੇ ਬਾਬੇ ਆ ਸਾਡੇ, ਇਹ ਆ, ਇਹਨਾਂ ਦੀਆਂ ਇੰਨੀਆਂ ਕੁਰਬਾਨੀਆਂ ਅਸੀਂ ਦੇਣਾ ਨਹੀਂ ਦੇ ਸਕਦੇ। ਸੋ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਜਿਹੜੇ ਇਹ ਪਬਲਿਕ ਕੀਤੇ ਗਏ, ਪਹਿਲਾਂ ਨਹੀਂ ਸੀ ਹੈ। ਫਿਰ ਊਧਮ ਸਿੰਘ ਨੇ ਕਿਹਾ ਵੀ ਮੈਂ ਇਹਨੂੰ ਤਾਂ ਮਾਰਿਆ ਕਿਉਂਕਿ ਮੈਂ ਇਹਨੂੰ ਦਿਲੋਂ ਨਫ਼ਰਤ ਕਰਦਾ ਸੀ, ਇਹ ਮੇਰੇ ਦੇਸ਼ ਦੇ ਵਾਸੀਆਂ ਦੇ ਵਿਸ਼ਵਾਸ ਨੂੰ ਕੁਚਲਣਾ ਚਾਹੁੰਦਾ ਸੀ, ਪਰ ਮੈਂ ਇਹਨੂੰ ਕੁਚਲ ਦਿੱਤਾ। ਇਸ ਮੌਕੇ ਦੀ ਭਾਲ ਵਿੱਚ ਮੇਰੇ ਜ਼ਿੰਦਗੀ ਦੇ 21 ਸਾਲ ਲੱਗੇ। ਇਸ ਕਹਿੰਦਾ ਮੌਕਾ ਮੇਰੇ ਲਈ ਬੜੀ ਖੁਸ਼ਕਿਸਮਤੀ ਦਾ ਮੌਕਾ ਆ ਕਿ ਮੈਨੂੰ 21 ਸਾਲ ਲੱਗਣ ਤੋਂ ਬਾਅਦ ਕਾਮਯਾਬੀ ਮਿਲੀ ਹੈ। ਮੈਂ ਖੁਸ਼ ਹਾਂ ਕਿ ਮੇਰਾ ਮਕਸਦ ਪੂਰਾ ਹੋ ਗਿਆ ਹੈ। ਮੈਨੂੰ ਮੌਤ ਦਾ ਵੀ ਡਰ ਨਹੀਂ। ਇਹਨੇ ਇੱਦਾਂ ਵੀ ਕਿਹਾ ਵੀ ਮੈਂ ਇੱਕ ਕੁੱਤੇ ਨੂੰ ਮਾਰਿਆ। ਉਹ ਜੱਜ ਨੇ ਕਿਹਾ ਸੀ ਇਹ ਜਿਹੜਾ ਬਿਆਨ ਆ ਇਹਨੂੰ ਛਾਪਿਆ ਨਾ ਜਾਵੇ। ਹੁਣ ਬਾਅਦ 'ਚ ਪਤਾ ਲੱਗਾ। ਦੇਖ ਲਓ ਇੱਕ ਦਿਲ ਹਿਲਾ ਦੇਣੀ ਵਾਲੀ ਹੈ ਇਹਨਾਂ ਦੀ। ਅਤੇ ਮੈਂ ਤਾਂ ਇਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਹਾਂ ਆਪਣੇ ਯੋਧਿਆਂ ਨੂੰ। ਇਹਨਾਂ ਦੀ ਅਸੀਂ ਦੇਣੇ ਨਹੀਂ ਦੇ ਸਕਦੇ, ਜੋ ਵੀ ਹੋ ਜਾਵੇ। ਅਤੇ ਫਿਰ ਹੁਣ ਅਸੀਂ ਇਹਨਾਂ ਦੀ ਸ਼ਹੀਦੀ ਤਾਂ ਹੋ ਗਈ। ਇਹਦੇ ਬਾਅਦ ਦੇ ਵਿੱਚ ਫਿਰ 34 ਸਾਲ ਬਾਅਦ ਇੱਕ ਸਾਡੇ ਬਰਾਦਰੀ ਦੇ MLA ਪੰਜਾਬ ਦਾ ਸੀ ਸਾਧੂ ਸਿੰਘ ਥਿੰਦ, ਅਤੇ ਉਹਨੇ ਫਿਰ ਗੱਲ ਕੀਤੀ ਵੀ ਸਰਦਾਰ ਊਧਮ ਸਿੰਘ ਦੀਆਂ ਅਸਥੀਆਂ ਲਿਆਈਆਂ ਜਾਣ ਬ੍ਰਿਟਿਸ਼ ਗੌਰਮੈਂਟ ਦੇ ਨਾਲ। ਉਸ ਵੇਲੇ ਗਿਆਨੀ ਜੈਲ ਸਿੰਘ ਮੇਰੇ ਖਿਆਲ ਹੋਮ ਮਿਨਿਸਟਰ ਸੀਗੇ, ਅਤੇ ਉਹਨਾਂ ਦੀ ਮਦਦ ਦੇ ਨਾਲ ਦੇਖ ਲਓ ਫਿਰ ਉੱਥੇ ਜਿਹੜੀ ਦੱਬਿਆ ਸੀ ਉੱਥੋਂ ਕੱਢ ਕੇ ਉਹਨਾਂ ਦੀਆਂ ਅਸਥੀਆਂ ਇਹਦੇ ਪਿੰਡ ਜਿਹੜਾ ਪੰਜਾਬ ਸੁਨਾਮ, ਉੱਥੇ ਅੰਤਿਮ ਸੰਸਕਾਰ ਕੀਤਾ ਸੀ। ਇਹ ਵੀ ਮੈਂ ਤਾਂ ਕਹਿੰਦਾ ਰਿਸਪੈਕਟ ਹੈਗੀ ਸਾਡੇ ਲੀਡਰਾਂ ਦੀ ਬੜੀ ਵਧੀਆ ਸੀ। ਅਤੇ ਹੋਰ ਜਿਹੜੀ ਸਭ ਤੋਂ ਇਹਨਾਂ ਦੀ ਦੇਣ ਸਾਡੇ ਭੈਣ ਮਾਇਆਵਤੀ ਨੇ ਕੀਤੀ, ਉਹਨੇ ਇਹਨਾਂ ਦੇ ਨਾਂ 'ਤੇ ਇਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਉਹਨਾਂ ਦੀ ਯਾਦ ਦੇ ਵਿੱਚ ਅਕਤੂਬਰ 1995 ਦੇ ਵਿੱਚ UP ਦਾ ਇੱਕ ਜ਼ਿਲ੍ਹਾ ਬਣਾ ਦਿੱਤਾ, ਉਹਦਾ ਨਾਂ ਰੱਖਤਾ ਊਧਮ ਸਿੰਘ ਨਗਰ। ਤੁਸੀਂ ਜਾਣਦੇ ਹੋਣੇ ਊਧਮ ਸਿੰਘ ਨਗਰ ਬੜਾ ਮਸ਼ਹੂਰ ਹੋਇਆ। ਸੋ ਕੁਝ ਵੀ ਹੋਵੇ, ਸਾਡੀ ਗੁਲਾਮੀ ਦੀਆਂ ਜੰਜੀਰਾਂ ਨਾ ਤਾਂ ਹਿੰਦੂਆਂ ਨੇ ਕੱਟੀਆਂ ਨਾ ਮੁਸਲਮਾਨਾਂ ਨੇ। ਸਾਨੂੰ ਜੇ ਇਨਸਾਫ ਦਵਾਇਆ ਜਾਂ ਕੁਛ ਵੀ ਅੰਗਰੇਜ਼ਾਂ ਨੇ ਦਵਾਇਆ, ਇਹਨਾਂ ਨੇ ਜ਼ੁਲਮ ਵੀ ਬੜੇ ਕੀਤੇ ਆ, ਪਰ ਇਸ ਜ਼ੁਲਮ ਦੇ ਵਿੱਚੋਂ ਇੱਦਾਂ ਦੇ ਜਿਹੜੇ ਪਰਵਾਨੇ ਆ, ਕੌਮੀ ਪਰਵਾਨਿਆਂ ਨੇ ਵੀ ਜਨਮ ਲਿਆ ਹੈ। ਇਹ ਵੀ ਇੱਕ ਬਹੁਤ ਹੀ ਮਾਣ ਦੀ ਗੱਲ ਹੈ। ਸੋ ਮੇਰਾ ਤਾਂ ਸਰਦਾਰ ਊਧਮ ਸਿੰਘ ਨੂੰ ਲੱਖ ਲੱਖ ਪ੍ਰਣਾਮ ਹੈ।
ਦੇਖੋ ਜਿਹੜੀ ਗੁਰਬਾਣੀ ਹੈ, ਜੇ ਅਸੀਂ ਹੁਣ ਗੁਰਬਾਣੀ ਨੂੰ ਦੇਖੀਏ ਤੇ ਗੁਰਬਾਣੀ ਸਾਨੂੰ ਅਣਖ ਭਰੀ ਜ਼ਿੰਦਗੀ ਜਿਉਣ ਲਈ ਪ੍ਰੇਰਦੀ ਹੈ ਤੇ ਸ਼ਰਨ ਪੈ ਨੂੰ ਮਾਫ਼ ਕਰਨਾ ਵੀ ਸਿਖਾਉਂਦੀ ਹੈ। ਪਹਿਲੀ ਪਾਤਸ਼ਾਹੀ ਨੇ ਕਹਿਤਾ ਸੀ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਹ ਕਹਿੰਦੇ ਜੀਂਦਿਆਂ ਦੀ ਕੋਈ ਬੇਇੱਜ਼ਤੀ ਕਰਦਾ, ਤੁਹਾਡੀ ਬੇਅਦਬੀ ਕਰਦਾ, ਉਹਦੇ ਨਾਲੋਂ ਤਾਂ ਫਿਰ ਸਾਰਾ ਕੁਛ ਹਰਾਮ ਹੀ ਹੈ ਖਾਣਾ। ਸੋ ਸਰਦਾਰ ਊਧਮ ਸਿੰਘ ਨੇ ਇਹ ਜਿਹੜਾ ਗੁਰੂ ਸਾਹਿਬ ਦਾ ਸੀ ਇਹਨੂੰ ਪੂਰਾ ਕਰਕੇ ਦਿਖਾ ਲਿਆ। ਅਤੇ ਫਿਰ ਕਬੀਰ ਸਾਹਿਬ ਨੇ ਗੁਰਬਾਣੀ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਪੰਨਾ 1105 'ਤੇ ਕਹਿੰਦੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਏ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਵ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋੜੇ ਖੇਤ। ਇਹ ਦੇਖੋ ਵੀ ਗੁਰਬਾਣੀ ਦੇ ਵਿੱਚ ਵੀ ਕਬੀਰ ਸਾਹਿਬ ਨੇ ਵੀ ਲਿਖਤਾ ਵੀ ਜਿਹੜਾ ਦ੍ਰਿੜ ਬੰਦੇ ਆ ਉਹ ਕਦੇ ਵੀ ਆਪਣਾ ਜਿਹੜਾ ਮਕਸਦ ਆ ਆਪਣਾ ਉਹਨੂੰ ਛੱਡਦਾ ਨਹੀਂ, ਖੇਤ ਛੱਡਦਾ ਨਹੀਂ। ਅਤੇ ਇਹ ਬਹੁਤ ਦੁਨੀਆ ਦੇ ਘੱਟ ਹੁੰਦੇ ਇਸ ਤਰ੍ਹਾਂ ਦੇ। ਸੋ ਇਹੀ ਜਿਹੜਾ ਸੀ ਸਰਦਾਰ ਊਧਮ ਸਿੰਘ ਦੇ ਮੈਂ ਬੜਾ ਹੀ ਕਾਇਲ ਹਾਂ ਇਹਨਾਂ ਦੇ 'ਤੇ, ਅਤੇ ਇਹਨਾਂ ਨੇ ਐਡੀ ਵੱਡੀ ਕੁਰਬਾਨੀ ਹੈ। ਅਤੇ ਦੇਖ ਲਓ ਕਿ ਗਦਰ ਪਾਰਟੀ ਦੇ ਵਿੱਚ ਫਿਰ ਸਾਡੇ ਬਾਬੂ ਮੰਗੂ ਰਾਮ ਜੀ ਅਤੇ ਹੋਰ ਸੋਹਣ ਸਿੰਘ ਭਕਨਾ, ਇਹਨਾਂ ਦੀਆਂ ਕੁਰਬਾਨੀਆਂ ਕੋਈ ਨਹੀਂ ਦੇ ਸਕਦੇ ਅਸੀਂ। ਅਤੇ ਮੈਂ ਤਾਂ ਆਪਣੇ ਬਾਬੂ ਮੰਗੂ ਰਾਮ ਜੀ ਦੇ ਬਹੁਤ ਹੀ ਕੋਟੀ ਕੋਟੀ ਪ੍ਰਣਾਮ ਕਰਦਾ। ਉਹਨਾਂ ਦੀ ਜੀਵਨੀ ਦੇਖੋ, ਉਹਨਾਂ ਨੇ ਵੀ ਆਪਣੇ ਮੁਲਕ ਲਈ, ਸਭ ਤੋਂ ਪਹਿਲਾਂ ਆਪਣੇ ਮੁਲਕ ਲਈ ਗਦਰ ਪਾਰਟੀ ਦੇ ਵਿੱਚ ਰਲੇ, ਅਤੇ ਉਹਨਾਂ ਨੇ ਦੇਖੋ ਕਿੰਨੀਆਂ ਉਹਨਾਂ ਦੇ ਤਸੀਹੇ ਆਏ। ਮਗਰੋਂ ਉਹਨਾਂ ਦੀ ਜਿਹੜੇ ਘਰ ਵਾਲੀ ਸੀ ਅਤੇ ਉਹ ਵੀ ਦੇਖੋ ਬਿਠਾਤੀ ਕਿਸੇ ਆਪਣੇ ਵੱਡੇ ਭਰਾ ਦੇ ਛੋਟੇ। ਸੋ ਇਸ ਤਰ੍ਹਾਂ ਦੇ ਜ਼ਿੰਦਗੀ 'ਚੋਂ ਨਿਕਲਣਾ ਇਹ ਕਹਿਣਾ ਹੀ ਸੌਖਾ ਆ, ਇਹ ਕੋਈ ਕਰ ਸਕਦਾ। ਸੋ ਅਸੀਂ ਵੀ, ਸਾਡਾ ਹੀ ਫਰਜ਼ ਬਣਦਾ, ਅਸੀਂ ਆਪਣੇ ਜਿਹੜੇ ਯੋਧੇ ਆ ਸਵਰਗੀ ਬਾਬੂ ਮੰਗੂ ਰਾਮ ਜੀ ਵਰਗੇ, ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ। ਇਹਨਾਂ ਨੇ ਇੰਨਾ ਕੁਛ ਕੀਤਾ ਆ ਕਿ ਇੱਕ ਪ੍ਰੋਗਰਾਮ ਉਹਨਾਂ ਦੇ ਬਾਰੇ ਵੀ ਅਸੀਂ ਜ਼ਰੂਰ ਕਰਾਂਗੇ। ਅਤੇ ਅੱਜ ਦਾ ਜਿਹੜਾ ਸੀਗਾ ਸਬਜੈਕਟ ਸਰਦਾਰ ਊਧਮ ਸਿੰਘ ਜੀ ਦੇ ਬਾਰੇ ਸੀ, ਮੇਰਾ ਬੜਾ ਦਿਲ ਕਰਦਾ ਸੀ ਅਤੇ ਉਹਨਾਂ ਬਾਰੇ ਹਰ ਪ੍ਰੋਗਰਾਮ ਤੋਂ ਮੇਰੇ ਖਿਆਲ ਹੋਰ ਵੀ ਹੋਏ ਹੋਣੇ ਆ। ਅਤੇ ਕਿਉਂਕਿ ਇਹ ਹੁਣ ਟਾਈਮ ਢੁਕਦਾ ਸੀ, ਇਸ ਕਰਕੇ ਮੈਂ ਇਹਨੂੰ ਤੁਹਾਡੇ ਰੂਬਰੂ ਕੀਤਾ ਹੈ। ਅਤੇ ਹੁਣ ਅਸੀਂ ਆਉਂਦੇ ਹਾਂ ਕਿ ਇੱਕ ਹੋਰ ਮੈਂ ਤੁਹਾਡੇ ਇੰਟਰਸਟ ਲਈ, ਤਾਂ ਕਿ ਪ੍ਰੋਗਰਾਮ ਬਹੁਤਾ ਬੋਰਿੰਗ ਨਾ ਹੋਵੇ, ਅਤੇ ਉਹਦੇ ਬਾਰੇ ਤੁਹਾਨੂੰ ਕਰਦਾ ਹਾਂ। ਇੱਕ ਇਸ ਤਰ੍ਹਾਂ ਦੇ ਹੀ ਜਿਹੜੀ ਨਾ ਯੋਧੇ ਆ, ਇਹ ਜਿਹੜੇ ਡਰਦੇ ਨਹੀਂ, ਜਿਹਨਾਂ ਨੂੰ ਕੋਈ ਮੌਤ ਦਾ ਕੋਈ ਡਰ ਨਹੀਂ। ਇੱਦਾਂ ਹੀ ਇੱਕ ਇਰਾਨੀ ਫਕੀਰ ਹੋਇਆ ਸਰਮਦ, ਉਹ ਵੀ ਇੱਦਾਂ ਬੜਾ ਦ੍ਰਿੜ ਵਿਸ਼ਵਾਸ ਵਾਲਾ ਬੰਦਾ ਸੀ। ਅਤੇ ਉਹਨੂੰ ਤੁਹਾਨੂੰ ਪਤਾ ਉਹਦੇ ਟਾਈਮ 'ਤੇ ਜਿਹੜਾ ਜ਼ਾਲਮ ਔਰੰਗਜ਼ੇਬ ਸੀਗਾ, ਜਿਹਨੇ ਕਿ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਲਿਆ, ਅਤੇ ਆਗਰੇ ਦੇ ਵਿੱਚ 7 ਸਾਲ ਕੈਦ ਆਪਣੇ ਪਿਤਾ ਨੂੰ, ਸ਼ਾਹਜਹਾਨ ਨੂੰ ਇਹਨੇ ਰੱਖਿਆ ਸੀ ਜੇਲ੍ਹ ਦੇ ਵਿੱਚ, ਅਤੇ ਉਹਦਾ ਜੇਲ੍ਹ 'ਚ ਹੀ ਉੱਥੇ ਮੌਤ ਹੋ ਗਈ ਸੀ। ਅਤੇ ਫਿਰ ਇਹਨੇ ਔਰੰਗਜ਼ੇਬ ਦਾ ਜਿਹੜਾ ਭਰਾ ਸੀਗਾ ਦਾਰਾ ਸ਼ਿਕੋਹ, ਉਹਨੇ ਬਗਾਵਤ ਕਰਤੀ ਸੀ ਵੀ ਮੈਨੂੰ ਰਾਜ ਚਾਹੀਦਾ, ਅਤੇ ਉਹਨੇ ਫਿਰ ਆਪਣਾ ਜਿਹੜਾ ਪਿਓ ਜੇਲ੍ਹ 'ਚ ਬੰਦ ਕੀਤਾ ਸੀਗਾ, ਈਦ ਸੀ ਕਹਿੰਦੇ ਉਸ ਦਿਨ, ਅਤੇ ਉਹਨੇ ਇਹਦਾ ਦਾਰਾ ਸ਼ਿਕੋਹ ਦਾ ਸਿਰ ਵੱਢ ਕੇ ਨਾ ਪਲੇਟ ਦੇ ਵਿੱਚ ਰੱਖ ਕੇ ਉੱਪਰ ਕੱਪੜਾ ਸੀ, ਆਪਣੇ ਪਿਓ ਨੂੰ ਕਹਿੰਦਾ ਵੀ ਅੱਬਾ ਮੈਂ ਤੈਨੂੰ ਇੱਕ ਤੋਹਫਾ ਦੇਣਾ ਚਾਹੁੰਦਾ ਅੱਜ ਈਦ ਆ। ਕਹਿੰਦਾ ਦੇਖਿਆ ਤਾਂ ਉਹ ਮੁੰਡੇ ਦਾ ਦਾਰਾ ਸ਼ਿਕੋਹ ਦਾ ਸਿਰ ਵੱਢਿਆ ਸੀ, ਉਹਦੇ ਵਿੱਚ ਉਹਨੂੰ ਪੇਸ਼ ਕੀਤਾ। ਫਿਰ ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਜ਼ਹਿਰ ਦੇ ਕੇ ਮਰਵਾਇਆ, ਆਪਣੀ ਭੈਣ ਜਹਾਂਗੀਰ ਨੂੰ ਵੀ ਕੈਦ ਕੀਤਾ, ਅਤੇ ਆਪਣੀ ਧੀ ਨੂੰ ਸਲੇਮਗੜ੍ਹ ਦੀ ਕੈਦ ਦੇ ਵਿੱਚ ਬੰਦ ਕੀਤਾ। ਸੋ ਇੰਨਾ ਜ਼ਾਲਮ ਸੀਗਾ। ਮੈਂ ਤਾਂ ਦੇਖਦਾ ਵੀ ਇੱਥੇ ਕਈ ਸਾਡੇ ਪਾਕਿਸਤਾਨੀ ਵੀਰਾਂ ਨੇ ਆਪਣੇ ਨਾਂ ਔਰੰਗਜ਼ੇਬ ਰੱਖਿਆ। ਚਲੋ ਇਹ ਕਹਿੰਦੇ ਕਿ ਧਰਮੀ ਬਹੁਤ ਸੀ, ਧਰਮ ਕਾਹਦਾ ਜਿਹੜਾ ਜਿਹਨੇ ਆਪਣਾ ਪਿਤਾ, ਭਰਾ, ਭੈਣ 'ਤੇ ਜ਼ੁਲਮ ਇੰਨਾ ਕਰਨਾ, ਇਹ ਇੱਦਾਂ ਦੇ ਜਿਹੜੇ ਨਾਂ ਵੀ ਲੈਣਾ, ਅਤੇ ਇਹ ਤਾਂ ਗੁਨਾਹ ਆ ਮੇਰਾ ਖਿਆਲ। ਇਹ ਇੰਨਾ ਜ਼ਾਲਮ ਸੀਗਾ ਇਹ ਬੰਦਾ, ਧਰਮੀ ਬਹੁਤ ਕੱਟੜਤਾ ਸੀ। ਇਹਨੇ ਜ਼ਬਰਦਸਤੀ ਜਿਹੜੇ ਆ ਮੁਸਲਮਾਨ ਬਹੁਤ ਬਣਾਏ ਇੰਡੀਆ ਦੇ ਵਿੱਚ ਇਸ, ਪਰ ਇੱਕ ਹੈ ਵੀ ਅਖੀਰ ਦੇ ਵਿੱਚ ਇਹਦਾ ਰਿਹਾ ਕੁਛ ਨਹੀਂ, ਇਹਦੀ ਕੋਈ ਮੁਜ਼ਾਰ ਨਹੀਂ।
ਮੈਨੂੰ ਯਾਦ ਹੈ ਕਿ ਸਾਡੇ ਇੱਕ ਪਿੰਡ ਦੇ ਬਹੁਤ ਮਸ਼ਹੂਰ ਢਾਡੀ ਹੋਏ ਆ, ਉਹਨਾਂ ਨੇ ਇਹਦੇ ਬਾਰੇ ਲਿਖਿਆ ਸੀ ਵੀ ਸਾਡੀ ਯਾਦਗਾਰ ਦੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਨਾ, ਉਹ ਲਿਖਦੇ ਵੀ ਸਾਡੀ ਯਾਦਗਾਰ 'ਤੇ ਸਦਾ ਹੀ ਮੇਲੇ ਲੱਗਣਗੇ, ਤੇਰੀ ਮੜੀ 'ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ। ਵਾਕਿਆ ਜਿਹੜਾ ਜ਼ੁਲਮ ਆ, ਇਹ ਜ਼ੁਲਮ ਦਾ ਫਿਰ ਬਾਅਦ ਦੇ ਵਿੱਚ ਹੁਣ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਕਿਤੇ। ਸੋ ਖੈਰ ਅਸੀਂ ਕਰਦੇ ਸੀ ਈਰਾਨੀ ਜਿਹੜਾ ਫਕੀਰ ਆ ਸਰਮਦ, ਉਹਨੂੰ ਨੰਗਾ ਰਹਿੰਦਾ ਸੀ, ਉਹਦੀ ਸ਼ਿਕਾਇਤ ਕਰਤੀ ਔਰੰਗਜ਼ੇਬ ਦੇ ਕੋਲ, ਅਤੇ ਇਹ ਜਿਹੜਾ ਇਹ ਨਾਂ ਦਾ ਕਲਮਾ ਪੜ੍ਹਦਾ ਨੰਗਾ ਰਹਿੰਦਾ। ਕਹਿੰਦੇ ਅੱਛਾ ਇਹਨੂੰ ਫੜ ਕੇ ਲਿਆਓ, ਉਹਨੂੰ ਕਹੋ ਵੀ ਆਵੇ ਮੇਰੇ ਦਰਬਾਰ ਦੇ ਵਿੱਚ ਪੇਸ਼ ਹੋਵੇ। ਅਤੇ ਉਹ ਗਿਆ ਨੰਗਾ ਹੀ। ਉਹਨੂੰ ਔਰੰਗਜ਼ੇਬ ਕਹਿੰਦਾ ਵੀ ਤੂੰ ਨੰਗਾ ਕਿਉਂ ਰਹਿੰਦਾ ਬਈ? ਕਹਿੰਦਾ ਵੀ ਮੈਂ ਨੰਗਾ ਰਹਿਣਾ, ਕਹਿੰਦਾ ਪਰਦਾ ਤਾਂ ਜਿਹੜਾ ਗੁਨਾਹਾਂ ਨੂੰ ਛੁਪਾਉਣ ਲਈ ਕੀਤਾ ਜਾਂਦਾ, ਮੈਂ ਤਾਂ ਕੋਈ ਗੁਨਾਹ ਪਾਪ ਕੋ ਕਰਦਾ ਹੀ ਨਹੀਂ, ਇਸ ਕਰਕੇ ਮੈਨੂੰ ਸਰੀਰ ਢਕਣ ਦੀ ਜ਼ਰੂਰਤ ਕੋਈ ਹੈ? ਜਦ ਮੈਂ ਕੁਛ ਮਾੜਾ ਮੇਰੀ ਸੋਚਣੀ ਨਹੀਂ, ਮੇਰੀ ਦੇਖਣੀ ਨਹੀਂ, ਅਤੇ ਮੈਂ ਤਾਂ ਇੱਦਾਂ ਰਹਿਣਾ ਚਾਹੁੰਦਾ ਰਾਜੇ ਨੂੰ। ਕਹਿੰਦਾ ਦੂਸਰਾ ਕਹਿੰਦਾ ਔਰੰਗਜ਼ੇਬ ਉਹ ਮੈਨੂੰ ਇਸ ਤਰ੍ਹਾਂ ਦਾ ਬਕਵਾਸ ਸੁਣਨ ਦੀ ਆਦਤ ਨਹੀਂ। ਉਹ ਕਹਿੰਦਾ ਮੈਂ ਵੀ ਬਾਦਸ਼ਾਹ ਹਾਂ, ਮੈਨੂੰ ਵੀ ਇਸ ਤਰ੍ਹਾਂ ਦੀ ਬਕਵਾਸ ਸੁਣਦੀ ਆ। ਦੇਖੋ ਕਿੰਨਾ ਜਾਣੀ ਪਤਾ ਵੀ ਹੁਣ ਕਤਲ ਕਰ ਸਕਦਾ ਉਹ। ਔਰੰਗਜ਼ੇਬ ਹੱਸਿਆ, ਕਹਿੰਦਾ ਉਹ ਤੂੰ ਕਿਹੜਾ ਬਾਦਸ਼ਾਹ ਹੈ ਓਏ? ਤੇਰੀਆਂ ਫੌਜਾਂ ਕਿੱਥੇ, ਤੇਰਾ ਖਜ਼ਾਨਾ ਕਿੱਥੇ, ਤੂੰ ਭੁੱਖ ਨੰਗ, ਤੇਰੇ ਕੋਲ ਕੱਪੜੇ ਨਹੀਂ ਕੋਈ ਨਹੀਂ। ਉਹ ਕਹਿੰਦਾ ਵੀ ਜੇ ਮੇਰਾ ਕੋਈ ਦੁਸ਼ਮਣ ਹੈ ਨਹੀਂ ਇਸ ਦੁਨੀਆ ਦੇ ਵਿੱਚ, ਮੈਨੂੰ ਫੌਜਾਂ ਦੀ ਲੋੜ ਹੀ ਨਹੀਂ, ਨਾ ਮੈਨੂੰ ਖਜ਼ਾਨੇ ਦੀ ਲੋੜ। ਅਤੇ ਫਿਰ ਉਹ ਕਹਿੰਦੇ ਵੀ ਜਾਂ ਇੰਨਾ ਹੋਇਆ, ਫਿਰ ਬੜਾ ਗੁੱਸੇ 'ਚ ਆ ਗਿਆ। ਉਹਦਾ ਹੁਕਮ ਕਰਤਾ ਵੀ ਇਹਨੂੰ ਬਾਅਦ ਦੇ ਵਿੱਚ ਇਹਦਾ ਸਿਰ ਕਲਮ ਕਰਤਾ ਜਾਵੇ। ਪਰ ਉਹਨੇ ਫਿਰ ਇਹ ਕਹਿੰਦੇ ਕਵਿਤਾ ਗਾਈ ਸੀ ਉਹਨੇ ਉਸ ਲਈ ਰਾਜੇ ਦੇ ਮੂਹਰੇ, ਔਰੰਗਜ਼ੇਬ ਦੇ। ਕੀ ਕਹਿੰਦਾ? ਔਰੰਗਜ਼ੇਬ ਤੂੰ ਸ਼ਹਿਨਸ਼ਾਹ, ਮੈਂ ਤਰਕ ਗਦਾ। ਔਰੰਗਜ਼ੇਬ ਤੂੰ ਸ਼ਹਿਨਸ਼ਾਹ, ਮੈਂ ਤਰਕ ਗਦਾ। ਤੂੰ ਕਸ਼ਤ ਸ਼ੀ, मैं खाक नशी, है मुल्क एक जागीरें दो। तू कलम बंद, मैं जुबां बंद, है बंदश एक जंजीरें दो। तू गुले चमन, मैं खारे तश्त, मैं नकाशे हूँ तस्वीरें दो। तू मैं में चूर, मैं खुदा में चूर, है नशा एक तामीरें दो। तू हरमों में, मैं जंगलों में, तू हरमों में, मैं जंगलों में, है मकान एक तामीरें दो। तुझे राज की चाह, मुझे त्याग की चाह। तुझे राज की चाह, मुझे त्याग की चाह, मंजिल एक तदबीरें दो। तू दुनिया दा, मैं दीन दा, है मस्तक एक लकीरें दो। तुझे तन की मौज, मुझे मन की मौज, म्यान एक शमशीरें दो। तेरी अलग पसंद है, मेरी अलग पसंद है, तुझको खुद ही पसंद है, मुझे खुदा पसंद। सो ये भी ਜਿਹੜੇ ਇੱਦਾਂ ਦੇ ਨਾ ਪਰਵਾਨੇ ਆ ਜਿਹੜੇ, ਇਹ ਵੀ ਬਹੁਤ ਹੀ ਕਮਾਲ ਦੇ ਹਨ। ਅਤੇ ਅਸੀਂ ਗੱਲ ਕਰ ਰਹੇ ਸੀ ਸਰਦਾਰ ਊਧਮ ਸਿੰਘ ਦੀ। ਇਹਨਾਂ ਦੇ ਜਿਹੜੀ ਆ ਇਹ ਦੇਣ ਸਾਡਾ ਭਾਰਤ ਪੂਰਾ ਕੋਈ ਨਹੀਂ ਦੇ ਸਕਦਾ। ਸਾਡਾ ਫਰਜ਼ ਬਣਦਾ ਸੀ ਆਪਣੇ ਯੋਧਿਆਂ ਨੂੰ, ਅਸਲੀ ਬਾਬੇ ਜਿਹੜੇ ਆ ਇਹ ਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਦੇਖ ਲਓ ਇਕੱਲਾ ਹੀ ਬੰਦਾ, ਮਾਪੇ ਗੁਜ਼ਰ ਗਏ, ਭਰਾ ਗੁਜ਼ਰ ਗਏ, ਬਾਪ ਇਕੱਲਾ ਹੀ ਇੱਧਰ ਨੂੰ ਹੋ ਗਿਆ। ਬੜਾ ਔਖਾ ਆ, ਇਹ ਕਹਿਣਾ ਬੜਾ ਸੌਖਾ ਆ ਪਰ ਇਹ 'ਤੇ ਚੱਲਣਾ ਬੜਾ ਔਖਾ, ਇੰਨੇ ਤਸੀਹੇ। ਅਤੇ ਮੇਰਾ ਤਾਂ ਇਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਸਿਰ ਝੁਕਦਾ ਹੈ। ਸੋ ਦਰਸ਼ਕੋ ਅੱਜ ਮੇਰਾ ਖਿਆਲ ਪ੍ਰੋਗਰਾਮ ਬਹੁਤਾ ਲੰਬਾ ਨਹੀਂ ਹੋਣਾ, ਅਤੇ ਥੋੜ੍ਹਾ ਕਰਕੇ ਮੈਂ ਬੰਦ ਕਰਾਂਗਾ। ਅਤੇ ਮੈਂ ਆਦਾ ਕਿ ਇਹਦੇ ਨਾਲ ਰਿਲੇਟਡ ਇੱਕ ਮੈਨੂੰ ਇੱਕ ਗਾਣਾ ਜਿਹਾ ਮਿਲ ਗਿਆ ਸੀ ਸੌਰਟ ਆਫ, ਅਤੇ ਉਹ ਆਪਾਂ ਗਾ ਲਏ, ਫਿਰ ਬਾਅਦ ਦੇਖਦੇ ਕੀ ਹੁੰਦਾ। ਦੋਸਤੋ ਮੈਂ ਤੁਹਾਡਾ ਆਪਣਾ ਸ਼ਿੰਦਾ ਮਲਤਾਨੀ ਇੱਕ ਵਾਰ ਫਿਰ ਇੱਕ ਨਵਾਂ ਸੌਂਗ ਲੈ ਕੇ ਆਇਆ ਹਾਂ ਜਿਸ ਦਾ ਨਾਮ ਹੈ ਸਰਕਾਰ। ਸੋ ਇੱਕ ਦਿਨ ਮੇਰੀ ਬੇਬੇ ਮੈਨੂੰ ਕਹਿੰਦੀ ਪੁੱਤਰਾ ਮੰਤਰੀ ਬਣ ਜਾ, ਲੀਡਰ ਬਣ ਜਾ। ਮੈਂ ਕਿਹਾ ਬੇਬੇ ਮੰਤਰੀ ਬਣਨੀ, ਲੀਡਰ ਬਣਨੀ ਬੜੇ ਵੱਡੇ ਗੁਣ ਚਾਹੀਦੇ ਨੇ, ਉਹ ਗੁਣ ਮੇਰੇ 'ਚ ਨਹੀਂ ਹੈਗੇ। ਕਹਿੰਦੀ ਪੁੱਤਰ ਕਿਹੜੇ ਗੁਣ? ਮੈਂ ਕਿਹਾ ਬੇਬੇ ਸੁਣ, ਫਿਰ ਚੰਗੇ ਲੱਗੇ ਤਾਂ ਤੁਸੀਂ ਵੀ ਸ਼ੇਅਰ ਕਰਨਾ, ਠੀਕ ਹੈ? ਮੰਤਰੀ ਬਣਨੇ ਕੀ ਚਾਹੀਦਾ? ਸਿਰੇ ਦੇ ਲੁੱਚੇ ਬੰਦੇ ਹੋਵਣ, ਸਭ ਦੁਨੀਆ ਤੂੰ ਗੰਦੇ ਹੋਵਣ, ਕੰਮ ਜਿਨ੍ਹਾਂ ਦੇ ਮੰਦੇ
ਦਿਨ ਦੇਣ ਜੁਮਾਰ ਨੀ ਬੇਬੇ ਇਹ ਬਣਦੀ ਸਰਕਾਰ ਨੀ ਬੇਬੇ ਤਾਂ ਬਣਦੀ ਸਰਕਾਰ। ਬਲਾਤਕਾਰੀ ਦੀ ਡਿਗਰੀ ਹੋਵੇ ਜ਼ਮੀਰ ਕੁੜੀ ਹੀ ਲਿਬੜੀ ਹੋਵੇ ਨਸ਼ੇ ਦੀ ਪੂਰੀ ਤਿਗੜੀ ਹੋਵੇ ਸ਼ਰਮ ਹੀ ਪੂਰੀ ਲਿਬੜੀ ਹੋਵੇ ਪੂਰਾ ਅਤਿਆਚਾਰ ਨੀ ਬੇਬੇ ਤਾਂ ਬਣਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ। ਚਿੱਟੇ ਕੱਪੜੇ ਪਾਉਂਦੇ ਨੀ ਬੇਬੇ ਆਪਣੇ ਕੰਮ ਚਲਾਉਂਦੇ ਨੀ ਬੇਬੇ ਗੋਲਕ ਦੇ ਪੈਸੇ ਖਾਂਦੇ ਨੀ ਬੇਬੇ ਗੁਰੂ ਘਰਾਂ ਦੇ ਹੱਕ ਜਮਾਉਂਦੇ ਨੀ ਬੇਬੇ ਕੌਮ ਦੇ ਜਥੇਦਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਇਹ ਚੱਲਦੀ ਸਰਕਾਰ। RSS ਦੇ ਯਾਰ ਨੀ ਬੇਬੇ ਮੇਰੀ ਕੌਮ ਦੇ ਕੁਝ ਗਦਾਰ ਨੀ ਬੇਬੇ ਜੋੜਲੇ ਇਹਨਾਂ ਦੇ ਨਾਲ ਨੀ ਬੇਬੇ ਸਿੱਖੀ ਨੂੰ ਲਾਉਂਦੇ ਖਾਰ ਨੀ ਬੇਬੇ ਇੰਨਾ ਕੀਤਾ ਪੰਥ ਬਿਮਾਰ ਨੀ ਬੇਬੇ ਇਹ ਚੱਲਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ। ਨੌਜਵਾਨੀ ਨਸ਼ੇ ਤੇ ਲਾ ਦੋ ਘਰ ਦੇ ਵਿੱਚ ਚਿੱਟਾ ਪਾ ਦੋ ਪੁਤਮਾਵਾਂ ਦੇ ਮਾਰ ਮਕਾ ਦੋ ਜਿੰਨਾ ਚਾਹੋ ਹੋਰ ਮਗਾ ਲੋ ਚਿੱਟਾ ਕਰੇ ਵਪਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਇਹ ਮੇਰੀ ਸਰਕਾਰ। ਦਫ਼ਤਰ ਕੋਟ ਕਚਹਿਰੀ ਚੱਲ ਜੋ ਪਿੰਡੂ ਹੋ ਕੇ ਸ਼ਹਿਰੀ ਚੱਲ ਜੋ ਰਾਤੀ ਦਿਨੋਂ ਦੁਪਹਿਰੀ ਚੱਲ ਜੋ ਪੀਏ ਤੋਂ ਲੈ ਕੇ ਵੱਡੇ ਅਫਸਰ ਰਿਸ਼ਵਤ ਪੂਰੀ ਲੈਂਦੇ ਅਕਸਰ ਲੀਡਰ ਲੈਣਾ ਸਾਰਾ ਲਕਸ਼ਣ ਸਿਸਟਮ ਪੂਰਾ ਖਰਾਬ ਨੀ ਬੇਬੇ ਬਣਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ। ਮੀਡੀਆ ਪੂਰਾ ਬਤਾਊ ਨੀ ਬੇਬੇ ਝੂਠੀ ਗੱਲ ਦਿਖਾਊ ਨੀ ਬੇਬੇ ਸੱਚ ਨੂੰ ਪੂਰਾ ਦਬਾਊ ਨੀ ਬੇਬੇ ਕੂੜ ਕਮਾਈਆਂ ਖਾਊ ਨੀ ਬੇਬੇ ਨੀਅਤ ਪੂਰੀ ਖਰਾਬ ਨੀ ਬੇਬੇ ਇਹ ਬਣਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ। ਜੀ ਸਿੱਧੂ ਸਾਹਿਬ ਹੈਲੋ ਜੀ ਹੈਲੋ ਆਵਾਜ਼ ਨਹੀਂ ਆ ਰਹੀ ਜੀ। हेलो सॉरी सिद्धू साहब को गड़बड़ है जी आवाज नहीं आ रही। सिद्धू साहब हाँ जी ਅੱਤਵਾਦੀ ਨੇ ਸਿੰਘਾਂ ਨੂੰ ਕਹਿੰਦੇ ਅੱਤਵਾਦੀ ਨੇ ਨਸਲ ਕੁਸ਼ੀ ਦੇ ਪੱਖਵਾਦੀ ਨੇ ਕਾਨੂੰਨ ਵੀ ਕਲੀਆਂ ਚੱਟਵਾਦੀ ਨੇ ਨੀਅਤ ਪੂਰੀ ਖਰਾਬ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਘਟੀਆ ਸੋਚ ਵਿਚਾਰ ਨੀ ਬੇਬੇ ਟੋਬਰ ਦੀ ਸਰਕਾਰ। ਗੁਰੂ ਗ੍ਰੰਥ ਨੂੰ ਮੱਗਾ ਲਾਉਂਦੇ ਬੇਅਦਬੀ ਇਹ ਆਪ ਕਰਾਉਂਦੇ ਫਿਰ ਵੀ ਦੋਸ਼ੀ ਹੱਥ ਨਾ ਆਉਂਦੇ ਆਪਸ ਦੇ ਵਿੱਚ ਲੋਕ ਲੜਾਉਂਦੇ ਕੁਰਸੀ ਨਾਲ ਪਿਆਰ ਨੀ ਬੇਬੇ ਏਦਾਂ ਦੀ ਸਰਕਾਰ ਨੀ ਬੇਬੇ ਏਦਾਂ ਦੀ ਸਰਕਾਰ। ਅੱਛੇ ਦਿਨ ਹੈ ਆਣੇ ਵਾਲੇ ਲੋਕਾਂ ਨੂੰ ਬੁੱਧੂ ਬਣਾਣੇ ਵਾਲੇ पीएम बन गए चाह बनाने वाले मन की बात सुनाने वाले मन की बात सुनाने वाले काला
मेरी सरकार नी बेबे अदा दी सरकार बेबे कहती सुन मुल्तानी पुत्रा तू गुरां दी पढ़ लै बानी पुत्रा ओ देनी पैनी है कुर्बानी पुत्रा कोई लिख लै नवी कहानी पुत्रा। मैं कहा बेबे जी सही गल है आइयो हाँ सुधार नी बेबे ता बनदी सरकार नी बेबे ता बनदी सरकार नी बेबे तोबा है सरकार नी बेबे तोबा है सरकार चंगा लगे ता शेयर कर दो मेरो वीरो। हाँ जी आप सटायर सुन रहे सी देख लो साडे ਜਿਹੜੇ ਬਜ਼ੁਰਗ ਹੋਏ ਆ ਸਾਡੇ ਯੋਧੇ ਉਨੀ ਕਿੰਨੇ ਕੁਰਬਾਨੀਆਂ ਦਿੱਤੀਆਂ ਤੇ ਇਹ ਜਿਹੜੇ ਅੱਜ ਕੱਲ੍ਹ ਦੇ ਲੀਡਰ ਆ ਇਹ ਕੀ ਕਰ ਰਹੇ ਆ ਇਹਨੇ ਆਪਣੇ ਗਾਣੇ ਦੇ ਵਿੱਚ ਬੜਾ ਬਾਖੂਬੀ ਨੇ ਕਿਹਾ ਤੇ ਮੈਂ ਕਿਹਾ ਚਲੋ ਸ਼ਾਇਦ ਥੋੜਾ ਜਿਹਾ ਤੁਹਾਡਾ ਮੂਡ ਵੀ ਚੇਂਜ ਹੋ ਜਾਊਗਾ ਤੇ ਮੈਂ ਬੜਾ ਧੰਨਵਾਦ ਆ ਜੀ ਕਾਲਾ ਬਾਲੋਂ ਅਮਰਜੀਤ ਸੰਪਲੇ ਜਿੰਦੂ ਢਾਂਡੇ अश्विनी कुमार मल्ली तिलकराज जी ते रविकांत जोशिया जी आपका सभी का बहुत धन्यवाद है आपने मेरा प्रोग्राम देखा है सो मैं आपका बहुत ही आभारी हूँ सो मैं वही अखीर दे विच कहने आ भाई प्रोग्राम की समाप्ति दे देखो जी कॉल आ रही देख रहे जी हेलो जी जय गुरुदेव जी हाँ जी अच्छा जी टाइम हैगा जी वो मेरा फोन जो नहीं आवाज़ नहीं आ रही पता नहीं की गल आ बहुत स्लो आ रही चलो करो गल तुसीं इदा करो मैनू दूजे फोन ते करो मेरे वाले ना वो भी नहीं चलता वो भी नहीं वो भी बंद ही है फिर मैनू लाना पैना वो चलता होना तुहानूं पता आ रही ਜਿਹੜੀਆਂ मेरा ख्याल मैं होर फोन ते कीता सी नाल ऑन ते वो फिर हो रही वो ਇਹਦੀ आवाज़ बहुत थोड़ी है पता नहीं हुण मैं की गल ते ना मैनूं तां सुन रही है मैं किहा शायद ਇਹਦੇ ਵਿੱਚ ना ਜਾਂਦੀ ਹੋਵੇ पूरी प्रोग्राम ਦੇ ਵਿੱਚ हाँ जी इसी तरह ये दो तरह के एक्चुअली दुनिया से कुर्बानी वाले जीव होंदे ने जी एक होंदे आ जेडे जिन्होंने असं कहते इश्क हकीकी एक इश्क मजाकी हाँ जी जेडे असं दुनिया के जीव आ जेडे कुर्बानी करते ने ये इश्क मजाकी यानी कि दुनिया के विच रहन वास्ते असीं अपने परिवार पिंड शहर ਅਸੀਂ ਦੇਸ਼ ਵਾਸਤੇ ਜਿਹੜੀ ਕੁਰਬਾਨੀ ਕਰਦੇ ਆ ਇਹਨੂੰ ਅਸੀਂ ਇਸ਼ਕ ਮਜਾਕੀ ਕਹਿੰਦੇ ਜਾਂ ਇਸ਼ਕ ਕੁਰਬਾਨੀ ਇਸ਼ਕ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਆ ਕੇ ਅਸੀਂ ਇਹ ਆਪਣੇ ਆਪ ਨੂੰ ਕੁਰਬਾਨੀ ਦਿੰਦੇ ਆ ਜੀ ਪਰ ਇਹ ਜਿਹੜੀ ਇੱਕ ਹੋਰ ਆ ਜਿਹੜੀ ਕੁਰਬਾਨੀ ਅਸੀਂ ਜਿਹੜੀ ਆ ਹਕੀਕੀ ਕੁਰਬਾਨੀ ਦੇਣੀ ਇਹ ਸੰਤ ਮਹਾਤਮਾ ਦਿੰਦੇ ਆ ਤੇ ਸਾਨੂੰ ਹੁਣ ਦੱਸਿਆ ਕਿ ਕੁੱਲ ਕਰਨੀ ਕੇ ਕਾਰਨ ਨੇ ਜੀ ਕਹਿੰਦੇ ਆਸਾ ਗਿਆ ਬਗੋਏ ਤਬ ਕਿਆ ਕੁੱਲ ਕੀ ਲਾਜ ਹੈ ਕਹਿੰਦੇ ਵੀ ਜੇ ਕੁੱਲ ਦੀ ਰਾਜ ਨਹੀਂ ਤੁਸੀਂ ਜ਼ਿੰਦਗੀ 'ਚ ਬਚਾ ਸਕੇ ਤਾਂ ਵੀ ਕਹਿੰਦੇ ਵੀ ਕੀਮਤ ਦਾ ਕੀ ਜੀ ਤਾਂ ਉਹਦੇ ਨਾਲ ਕਹਿੰਦੇ ਵੀ ਤੁਸੀਂ ਹੁਣ ਜਿੱਦਾਂ ਦੇਸ਼ ਦਾ ਪਿੰਡ ਦਾ ਸ਼ਹਿਰ ਦਾ ਇਹ ਸਰਦਾਰ ਕੁਤਬ ਸਿੰਘ ਜੀ ਦੀ ਤੁਸੀਂ ਅੱਜ ਵਿਆਖਿਆ ਕੀਤੀ ਆ ਇਹ ਦੇਸ਼ ਪਿੱਛੇ ਆਪਣੀ ਕੁਰਬਾਨੀ ਦਿੱਤੀ ਨਾ ਤਾਂ ਇਸੇ ਤਰ੍ਹਾਂ ਡਾਕਟਰ ਸਾਹਿਬ ਦੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਹੋਏ ਨੇ हाँ जी ਉਹਨਾਂ ਨੇ ਵੀ ਜਾਣੀ ਕਿ ਆਪਣੇ ਪੜ੍ਹ ਕੇ ਸਾਡੇ ਗਰੀਬ ਲੋਕਾਂ ਲਈ ਜਾਂ ਪਿਛੜੇ ਲੋਕਾਂ ਲਈ ਆਪਣੀ ਕੁਰਬਾਨੀ ਦਿੱਤੀ ਉਹਨਾਂ ਨੇ ਆਪਣਾ ਨਹੀਂ ਕੁਝ ਵੀ ਸੋਚਿਆ ਉਹ ਸਾਡੇ ਫਾਇਦੇ ਵਾਸਤੇ ਕਰਕੇ ਹੁਣ ਕਹਿੰਦੇ ਵੀ ਜਦੋਂ ਅਸੀਂ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਇਹ ਤਾਂ ਕਰਦੇ ਕੁਰਬਾਨੀ ਅਸੀਂ ਆਪਣੇ ਵਾਸਤੇ ਕੁਰਬਾਨੀ ਕਦੋਂ ਕਰਾਂਗੇ ਤੇਰੇ ਤੂੰ ਜਿਹੜੀ ਤੇਰੀ ਆਤਮਾ ਹੈ ਇਹ ਮਨ ਨੇ ਇਹ ਜਿਹੜੇ ਕਾਲ ਨੇ ਇਤਨੇ ਦੇਰ ਤੋਂ ਤੇਰੀ ਇਹਦੇ ਤੇ ਕਬਜ਼ਾ ਕੀਤਾ ਹੈ ਇਹ ਤੋਂ ਕਦੋਂ ਆਜ਼ਾਦ ਕਰਵਾਏਗਾ ਉਹ ਜਦੋਂ ਕਹਿੰਦੇ ਤੂੰ ਤੇਰੀ ਆਤਮਾ ਇਹ 84 ਦੇ ਚੱਕਰ ਚ ਕਾਮ ਕ੍ਰੋਧ ਲੋਭ ਮੋਹ ਇਹ ਇੰਨੇ ਮਕਾਰਾਂ ਦੇ ਵਿੱਚ ਫਸੀ ਹੋਈ ਆ ਇਹਨੂੰ ਕਹਿੰਦੇ ਇਸ਼ਕ ਹਕੀਕੀ ਜੀ ਤੂੰ ਕਹਿੰਦੇ ਇਸ਼ਕ ਹਕੀਕੀ ਚ ਪੈ ਕੇ ਆਪਣੇ ਨੂੰ ਕੁਰਬਾਨੀ
ਜਾਵੇਗਾ। ਅਸੀਂ ਆਪਣੀ ਧੀ ਦਾ, ਭੈਣ ਦਾ, ਮਾਤਾ ਦਾ, ਪਿਤਾ ਦਾ, ਹੋਰ ਆਂਢੀਆਂ ਗੁਆਂਢੀਆਂ ਦੇ ਸਾਰਿਆਂ ਦੇ ਅਸੀਂ ਸੋਚਦੇ ਇਹਨਾਂ ਦਾ ਕੀ ਬਦਲਾ ਲਵਾਂਗੇ। ਪਰ ਤੇਰੀ ਜਿਹੜੀ ਆਪਣੀ ਆਤਮਾ ਆ, ਜਿਹੜੀ ਇਹਦੇ ਮਨ ਨੇ ਬਸ ਕੀਤੀ ਹੋਈ ਆ, ਇਸ ਤੋਂ ਕਹਿੰਦੇ ਕਦੋਂ ਤੇਰਾ ਮੂੰਹ ਛੁਟਕਾਰਾ ਪਾਏਗਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਲਿਖਿਆ, ਮਨ ਜੀਤੇ ਜਗ ਜੀਤ। ਜੀ ਜੇ ਤੂੰ ਭਾਈ ਤੇਰਾ ਅਸਲੀ ਵੈਰੀ ਦਾ ਮਨ ਹੈ, ਉਹਨੂੰ ਜੇ ਜਿੱਤ ਲਵੇਂਗਾ ਤਾਂ ਦੁਨੀਆ ਦੇ ਵਿੱਚ ਤੂੰ ਜੱਗ ਨੂੰ ਜਿੱਤ ਲਵੇਂਗਾ। ਇਹਦਾ ਕਾਲ ਨੇ ਜਾਂ ਮਨ ਨੇ ਇਹ ਸਾਨੂੰ ਆਪਣੇ ਤਰੀਕੇ ਚ ਲਿਆ ਆ। ਇਸ ਤੋਂ ਆਜ਼ਾਦ ਹੋਣ ਵਾਸਤੇ ਸਾਨੂੰ ਕੀ ਦੱਸਿਆ ਸੀਗਾ, ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਵੀ ਦੱਸਿਆ ਸੀ, ਕਹਿੰਦੇ ਕਿ ਪੰਡਤ ਸੁਰ ਛਤਰਪਤੀ ਰਾਜਾ, ਪੰਡਤ ਸੁਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਹੋ। ਬਿਲਕੁਲ। ਕਹਿੰਦੇ ਵੀ ਜਿਹੜੇ ਜੀਵ ਕਹਿੰਦੇ ਭਗਤੀ ਕਰਕੇ ਆਪਣੇ ਆਪ ਨੂੰ ਕਹਿੰਦੇ ਇਤਨੇ ਬੜੇ ਜਾਨੀ ਕਿ ਅੰਦਰ ਮਨ ਨੂੰ ਮਾਰ ਲੈਂਦੇ ਨੇ, ਉਹ ਕਹਿੰਦੇ ਆਜ਼ਾਦ ਹੋਏ, ਉਹ ਕੁਰਬਾਨੀ ਦਿੰਦੇ ਨੇ। ਦੁਨੀਆ ਤੇ ਪਹਿਲਾਂ ਆਪਣੇ ਵਾਸਤੇ ਕੁਰਬਾਨੀ ਉਹ ਦਿੰਦੇ ਨੇ, ਉਹ ਸਦਾ ਵਾਸਤੇ ਹੀ ਕਹਿੰਦੇ ਦੁਨੀਆ ਤੇ ਜੀਦੇ ਰਹਿੰਦੇ ਨੇ। ਉਹਨਾਂ ਨੂੰ ਕੀ ਕਹਿੰਦੇ ਨੇ, ਉਹ ਆਪਣੀ ਉਸ ਜਿਹੜੀ ਉਹਨਾਂ ਦੀ ਆਪਣਾ ਘਰ ਸੀ ਉਹਦਾ ਕਬਜ਼ਾ ਲੈਣ ਵਾਸਤੇ ਉਹਨਾਂ ਨੇ ਕੀਤਾ। ਦੁਨੀਆ ਦੇ ਜੀਵ ਕਬਜ਼ਾ ਦਿੰਦੇ ਆ ਕਿਸੇ ਚੀਜ਼ ਦਾ ਜਾਂ ਕਿਸੇ ਦਾ ਫਾਇਦਾ ਉਠਾਉਣ, ਪਰ ਜਿਹੜਾ ਸਾਡੀ ਆਤਮਾ ਦਾ ਕਬਜ਼ਾ ਜਿਹੜਾ ਸੀ ਉਹ ਲੈਣ ਵਾਸਤੇ ਸਾਨੂੰ ਇਹ ਕਹਿੰਦੇ ਉੱਥੇ ਹੀ ਉਹ ਕੁਰਬਾਨੀ ਦੇਣੀ ਪੈਂਦੀ ਹੈ। ਸਾਨੂੰ ਕਹਿੰਦੇ ਵੀ ਭਗਤ ਬਰਾਬਰ ਜਿਹਨੇ ਭਗਤੀ ਕਰਦੀ ਆ, ਉਹਨੂੰ ਰਵਿਦਾਸ ਜੀ ਕਹਿੰਦੇ ਆ, ਉਹਦੇ ਬਰਾਬਰ ਦਾ ਹੋਰ ਕੋਈ ਯੋਧਾ, ਹੋਰ ਕੋਈ ਰਾਜਾ ਜਾਂ ਹੋਰ ਕੋਈ ਸੂਰਮਾ, ਜਿਹਨੂੰ ਅਸੀਂ ਸ਼ਹੀਦ ਕਹਿੰਦੇ ਆ, ਉਹਦੇ ਜਿੱਦਾਂ ਕੋਈ ਹੋਰ ਸ਼ਹੀਦ ਨਹੀਂ ਹੋਇਆ, ਨਾ ਹੋ ਸਕਦਾ ਹੀ। ਬਿਲਕੁਲ। ਸੂਰਾ ਸੋ ਸਰਾਈਏ ਜੋ ਜਿਹੜੇ ਧਨੀ ਜਾਨੀ ਕਿ ਧਰਮ ਕੇ ਹੇਤ ਪੁਰਜਾ ਪੁਰਜਾ ਹੋਏ ਰਹੇ, ਤਾਂ ਨਾ ਛੱਡੇ ਖੇਤ। ਉਹ ਦੱਸਦੇ ਨੇ ਵੀ ਇਹ ਜਿਹੜਾ ਸੂਰਮਾ ਉਹ ਆ ਜਿਹੜਾ ਆਪਣਾ ਧਨੀ ਜਿਹੜਾ ਪਰਮਾਤਮਾ ਤੋਂ ਵਿਛੜੇ ਹੋਏ ਸਾਨੂੰ ਇਹਨੇ ਮਨ ਨੇ ਘੇਰਿਆ ਹੋਇਆ ਜਾਂ ਨਾਲ ਨੇ ਘੇਰਿਆ ਹੋਇਆ, ਜਿਹੜਾ ਇਹਨੂੰ ਛਡਾਉਣ ਵਾਸਤੇ ਪੁਰਜਾ ਕੱਟ ਕੇ ਕਹਿੰਦੇ ਫਿਰ ਉਹ ਆਪਣੇ ਵਾਪਸ ਆਪਣੇ ਦੇਸ਼ ਚਲੇ ਜਾਂਦਾ। ਉਹ ਕਹਿੰਦੇ ਸਹੀ ਕਹਿੰਦੇ ਮਾਇਨਿਆਂ ਦੇ ਵਿੱਚ ਉਹ ਜਾਨੀ ਕਿ ਸ਼ਹੀਦ ਹੈ, ਉਹ ਸ਼ਹੀਦ ਹੈ। ਇਸੇ ਕਰਕੇ ਮੁਸਲਮਾਨਾਂ ਨੇ ਵੀ ਫਕੀਰ ਹੋਏ ਨੇ, ਉਹ ਲਿਖਦੇ ਨੇ, ਮੈਂ ਕੁਰਬਾਨ ਦਿਨਾਂ ਦੇ ਬਾਹੂ, ਮੈਂ ਕੁਰਬਾਨ ਦਿਨਾਂ ਦੇ ਬਾਹੂ, ਕਬਰ ਜਿਨ੍ਹਾਂ ਦੀ ਜੀਵੇ, ਜਿਨ੍ਹਾਂ ਦੀ ਕਬਰ ਜੀਵੇ। ਉਹ ਆਪਣੇ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਪੂਰੀ ਦੁਨੀਆ 'ਚ ਲੈ ਜਾਂਦੇ, ਉਤਨੀ ਦੇਰ ਉਹਨਾਂ ਦਾ ਸਰੀਰ ਜੀਦਾ ਰਹਿੰਦਾ। ਇਹ ਕਬਰ ਹੈ ਸਾਡੀ, ਜਿਹੜਾ ਸਰੀਰ ਹੈ ਸਾਡੀ ਆਤਮਾ ਦਾ ਕਬਰ ਹੈ, ਜੀਦਾ ਰਹਿੰਦਾ। ਲੇਕਿਨ ਮਨ ਤੋਂ ਬਾਅਦ ਵੀ ਲੋਕੀ ਉੱਥੇ ਕਹਿੰਦੇ ਵੀ ਮਜਬਾ ਲਾਉਂਦੇ ਜਾਂ ਆਉਂਦੇ ਨੇ, ਕੱਚ ਕਰਦੇ ਨੇ। ਹੁਣ ਸਾਨੂੰ ਇਸੇ ਕਰਕੇ ਦੱਸਿਆ ਵੀ ਇਹ ਕੋਈ ਭੁੱਲੇ ਨਾ, ਵੀ ਇਹ ਕਹਿੰਦੇ ਤੇਰੇ ਸਰੀਰ ਦੇ ਅੰਦਰ ਉਹ ਪਰਮਾਤਮਾ ਬੈਠਾ ਹੈ, ਤੇਰੀ ਲੱਭਣ ਨੂੰ ਉਸ ਵਾਸਤੇ ਤੂੰ ਕੁਰਬਾਨੀ ਦੇ, ਆਪਣੇ ਆਪ ਨੂੰ ਸ਼ਹੀਦ ਹੋ। ਉਹਦੇ ਵਿੱਚ ਲਿਖਿਆ, ਜੋ ਦਿਲ ਮੇਂ ਤੇਲ ਹੈ ਚਕਮਕ ਮੈਂ ਆਗ, ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ। ਕਹਿੰਦੇ ਦਿਲ ਜੇ ਤੂੰ ਸਹੀ ਕੁਰਬਾਨੀ ਕਰਦੀ ਆ, ਕਿ ਤੂੰ ਕੀ ਕਰਾਂ, ਇਹ ਜਿੱਦਾਂ ਲੱਕੜ ਦੇ ਵਿੱਚ ਅਗਨੀ ਹੈ, ਦਿਲਾਂ ਦੇ ਵਿੱਚ ਤੇਲ ਹੈ, ਤੇਰੇ ਸਰੀਰ ਦੇ ਵਿੱਚ ਉਹ ਪਰਮਾਤਮਾ ਹੈ, ਉਹ ਕੁਰਬਾਨੀ ਦੇ, ਉਸ ਪਰਮਾਤਮਾ ਨੂੰ ਪ੍ਰਾਪਤ ਕਰ। ਵਾਪਸ ਕੀ ਕਰਨਾ, ਮਨ ਨੂੰ ਮਾਰ, ਮਨ ਨੂੰ ਮਾਰਨ ਦਾ ਕੋਈ ਕਹਿੰਦੇ ਤੂੰ ਉਹਨੂੰ ਉਪਾਅ ਕਰ। ਤੇ ਸਾਨੂੰ ਕਹਿੰਦੇ ਪੰਜਵੀਂ ਪਾਤਸ਼ਾਹੀ ਲਿਖਦੇ ਨੇ, ਪੰਜ ਚੋਰ ਆਗੇ ਭਜੇ ਜਦ ਸਾਧ ਸੰਗਤ, ਜਦੋਂ ਕਹਿੰਦੇ ਤੁਸੀਂ ਸਾਧੀ ਦੀ ਸੰਗਤ ਕਰੋਗੇ, ਉਹ ਸਾਧ ਦੀ ਜਿਹੜਾ ਤੁਹਾਨੂੰ ਗਿਆਨ ਦੇਵੇ ਇਹ ਪੰਜਾਂ ਚੋਰਾਂ ਨੂੰ ਕਿੱਦਾਂ ਮਾਰਨਾ, ਇਹ ਤੁਸੀਂ ਸ਼ਹੀਦ ਕਿੱਦਾਂ ਹੋਣਾ, ਤੇ ਅਸੀਂ ਉਸ ਕੁਰਬਾਨੀ ਨੂੰ ਉੱਥੇ ਕਿੱਦਾਂ ਲੈਣਾ। ਕਹਿੰਦੇ ਫਿਰ ਕੀ ਕਹਿੰਦੇ, ਤੇਰੀ ਜਿਹੜੀ ਪੂੰਜੀ ਸੀ, ਜਿਹੜਾ ਤੇਰਾ ਦੇਸ਼ ਹੈ, ਜੇ ਬੇਗਮਪੁਰਾ ਉਹਨੂੰ ਜਾ ਕੇ ਕਿੱਦਾਂ ਤੂੰ ਪ੍ਰਾਪਤ ਕਰਾਂ। ਪੂੰਜੀ ਸਾਬਤ ਘਣੋ ਲਾਭ, ਪੂੰਜੀ ਵੀ ਸਾਬਤ ਰਹਿ ਜੂ ਤੇਰੀ, ਘਣੋ ਲਾਭ ਵੀ ਦੁਨੀਆ ਦੇ ਵਿੱਚ ਵੀ ਅੱਖ ਨਾਲ ਹੀ। ਪਰ ਕਹਿੰਦੇ ਇੱਕ ਵੱਡਾ ਜਿਹੜੀ ਕੁਰਬਾਨੀ ਹੈ, ਵੱਡਾ ਸ਼ਹੀਦ ਨਕਾਉਣਾ, ਤੇ ਇਹ ਮਨ ਨੂੰ ਮਾਰ ਕੇ ਅੰਦਰ ਕਹਿੰਦੇ ਜਾ, ਤਾਂ ਫਿਰ ਪੂੰਜੀ ਸਾਬਤ ਘਣੋ ਲਾਭ ਹੈ ਸੋਭਾ ਸੀ। ਇਹ ਕਹਿੰਦੇ ਤੇਰੀ ਸੋਭਾ ਸੀ, ਤੇ ਇਹ ਕਹਿੰਦੇ ਇਹ ਵੀ ਕੰਮ ਨਾ ਕੀਤਾ, ਦੁਨੀਆ ਦੇ ਕਾਰਜ ਕਰਦਾ ਰਿਹਾ, ਇਹ ਕਹਿੰਦੇ ਰਹਿ ਸੋਭਾ ਜਿਹੜੀ ਉਹਦਾ ਸਾਨੂੰ ਜਾਣੀ ਕਿ ਗੰਭੀਰ ਗੱਲ ਰਹਿ ਜਾਂਦੀ। ਕਹਿੰਦੇ ਜਿਹਨੂੰ ਨੇ ਮਾਰ
हम्म बड़ा बैली ये मन घटवे इसी का जीत ना कठना। हम्म ਜਿਹੜੀ ਮਨ ਹੈ ਸਾਡੇ ਅੰਦਰ ਬੈਠਾ ਇਸ ਨੂੰ ਜਿੱਤਣ ਵਾਸਤੇ ਕਹਿੰਦੇ ਤੂੰ ਉਹ ਦਲੇਰੀ ਕਰ। ਦੁਨੀਆ 'ਚ ਵੀ ਆਖਣ ਨਾ ਜੀ, ਦੁਨੀਆ 'ਚ ਵੀ ਹੱਕ ਹਲਾਲ ਦੀ ਕਮਾਈ ਖਾ, ਦੁਨੀਆ ਦੇ ਵਿੱਚ ਵੀ ਕਿਸੇ ਦਾ ਧੋਖਾ ਨਾ ਕਰ। ਉਹ ਸੱਤ ਗੁਰੂ ਜਿਸ ਤਰ੍ਹਾਂ ਆਪਾਂ ਨੂੰ ਗੁਰੂ ਰਵਿਦਾਸ ਜੀ ਨੇ ਦੱਸਿਆ, ਪੰਡਤ ਸੂਰ ਛਤਰਪਤੀ ਰਾਜਾ आह, ਬਰਾਬਰ और ना कोई जी। ਇਸ ਤਰ੍ਹਾਂ ਇਹ ਸਾਨੂੰ ਇਹ ਜੀਵ ਆਤਮਾ ਨੂੰ ਆ ਕੇ ਇਸ ਦੁਨੀਆ 'ਚ ਜਨਮ ਲੈ ਕੇ ਇਹ ਦੋ ਹੀ ਕੁਰਬਾਨੀਆਂ ਇਹਨਾਂ ਆਪਣੇ ਆਪ ਨੂੰ ਜਾਣੀ ਕਿ ਕੁਰਬਾਨ ਕਰ ਲੈਣਾ ਚਾਹੀਦਾ। ਦੁਨੀਆ 'ਚ ਵੀ ਅਣਖ ਨਾਲ ਜੀਣਾ, ਚਾਹੇ ਕਿਸੇ ਕੌਮ 'ਚੋਂ ਪੈਦਾ ਹੋਇਆ ਹੋਵੇ। ਇਸ ਤਰ੍ਹਾਂ ਗੁਰੂ ਰਵਿਦਾਸ ਜੀ ਮਹਾਰਾਜ ਕਬੀਰ ਸਾਹਿਬ ਉਹ ਅਣਖ ਨਾਲ ਜੀਏ, ਉਹਨਾਂ ਦੇ ਕਿਸੇ ਤੋਂ ਲੈ ਕੇ ਨਹੀਂ ਕੁਝ ਕਰਦਾ, ਲੇਕਿਨ ਉਹਨਾਂ ਨੇ ਪਰਮਾਤਮਾ ਨੂੰ ਵੀ ਪ੍ਰਾਪਤ ਕੀਤਾ। ਸੋ ਮੇਰਾ ਖਿਆਲ ਹੈ ਵੀ ਟਾਈਮ ਹੋ ਜਾਣਾ। अच्छा सिद्धू साहब, तुसी क्या जो लरे दीन के हेत नहीं क्या कबीर, ये दीन किनू किया गया, की दीन दा की मतलब है? ਇਹ ਦੀਨ ਦਾ ਮਤਲਬ ਇਹ ਆ ਕਿ ਜਿਹੜਾ ਸਾਡਾ ਧਰਮ ਹੈ, ਦੀਨ ਦਾ ਮਤਲਬ ਧਰਮ, ਸਾਡਾ ਧਰਮ ਹੈ ਇਹ ਇਨਸਾਨੀ ਸਰੀਰ ਦੇ ਵਿੱਚ ਆ ਕੇ ਆਪਣੀ ਜਿਹੜੀ ਸਾਡੀ ਮਲਕੀਅਤ ਹੈ, ਅੱਗੇ ਕਹਿੰਦੇ ਆਪਾਂ ਉਹ ਸੱਚਖੰਡ ਸਾਡਾ ਵਾਸਿਆ, ਅਸੀਂ ਇਸ ਵੇਲੇ ਕਾਲ ਦੇ ਡੇਰੇ 'ਚ ਬੈਠੇ ਆ। ਕਹਿੰਦੇ ਇਹ ਤੇਰਾ ਧਰਮ ਆ, ਤੂੰ ਕਾਲ ਦੇ ਦੇਸ਼ 'ਚੋਂ ਮਨ ਨੂੰ ਮਾਰ ਕੇ, ਕਾਲ ਨੂੰ ਮਾਰ ਕੇ ਉਹ ਜਦ ਕਿ ਆਪਣੇ ਦੇਸ਼ 'ਚ ਜਾ, ਇਹ ਤੇਰਾ ਦੀਨ ਆ, ਇਹ ਧਰਮ ਆ, ਹੋਰ ਕੋਈ ਧਰਮ ਨਹੀਂ ਹੈ ਦੁਨੀਆ ਦੇ ਉੱਤੇ। ਵੱਡੇ ਤੋਂ ਵੱਡਾ ਧਰਮ ਜਿਹੜਾ ਇਹ ਆ, ਬਾਕੀ ਧਰਮ ਸਾਡੇ ਸਰੀਰ ਨਾਲ ਸੰਬੰਧਿਤ ਰੱਖਦੇ ਆ। ਜਿਹੜਾ ਧਰਮ ਹੈ ਇਸ ਆਤਮਾ ਦਾ ਧਰਮ, ਕਹਿੰਦੇ ਇੱਥੇ ਜਿਹੜਾ ਤੋਂ 84 ਲੱਖ ਜੀਨ ਤੋਂ ਭੁਗਤੀ ਆਈ ਆ, ਤੇ ਇਹ ਇਨਸਾਨੀ ਸਰੀਰ ਮਿਲਿਆ, ਇਹਦੇ 'ਚ ਤੇਰਾ ਧਰਮ ਹੈ। ਕਹਿੰਦੇ ਹੁਣ ਇਹ ਤੈਨੂੰ ਹੁਣ ਇਹਦੇ ਵਿੱਚ ਹੀ ਤੂੰ ਵਾਪਸ ਜਾ ਕੇ ਉਸ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਮਿਲ ਸਕਦੀ। ਇਸ ਕਰਕੇ ਇਸ ਦੀਨ, ਇਸ ਧਰਮ ਨੂੰ ਨਾ ਭੁੱਲ। ਇਸ ਧਰਮ ਨੂੰ ਜੇ ਭੁੱਲ ਗਏ ਮੁੜ ਕੇ ਫੇਰ ਕਹਿੰਦੇ ਤੂੰ ਇਹ 84 ਦੇ ਚੱਕਰ 'ਚ ਫੇਰ ਪੈ ਜਾਏਗੀ, ਦੁੱਖਾਂ ਦੇ ਵਿੱਚ ਪੈ ਜਾਏਗੀ। ਇਹ ਦੀਨ ਪਿੱਛੇ ਲੜ ਕੇ, ਇਹ ਜਾਣੀ ਕਿ ਧਰਮ ਪਿੱਛੇ ਲੜ ਕੇ ਉਹ ਸੱਚੇ, ਤੇਰਾ ਧਰਮ ਕੀ ਹੈ? ਸੱਚਖੰਡ ਨੂੰ ਜਾਣਾ। ਸਤਨਾਮ ਤੇਰਾ ਧਰਮ ਹੈ, ਤੂੰ ਸਤਨਾਮ ਦੀ ਬੱਚੀ ਹੈ, ਸਤਨਾਮ ਦੀ ਔਲਾਦ ਹੈ। ਤੂੰ ਪਿਛੜ ਕੇ ਆਈ ਹੋਈਆਂ, ਤੂੰ ਆਪਣੇ ਆਪ ਨੂੰ ਇਹ ਛਡਾ ਕੇ ਪਿੱਛੇ ਤੇ ਚਲੇ ਜਾਵੇ, ਤੇਰਾ ਜਿਵੇਂ ਕਿ ਜੀਣਾ ਸਫਲ ਹੋ ਜਾਵੇ। ਇਹਨੂੰ ਦੀਨ ਕਿਹਾ। नहीं मेरा ख्याल ਜਿਹੜਾ ਦੀਨ ਦਾ ਮਤਲਬ ਆ ਧਰਮ ਕੀ ਹੁੰਦਾ, ਵੇ ਆਫ ਲਾਈਫ, ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਕੱਟ ਰਹੇ ਆ। ਦੀਨ ਹੈਗਾ ਵੀ ਜਿਹੜਾ ਕੋਈ ਤੁਸੀਂ ਜਿੱਦਾਂ ਹੁਣ ਸਰਦਾਰ ਊਧਮ ਸਿੰਘ ਉਹ ਧਰਮ ਕਰਕੇ ਨਹੀਂ ਗਏ, ਉਹ ਜਿਹੜਾ ਉਹਨਾਂ ਦਾ ਦੀਨ ਸੀਗਾ, ਉਹਨਾਂ ਦਾ ਜਿਹੜਾ ਸੰਕਲਪ ਸੀ, ਸੱਚਾ ਸੰਕਲਪ, ਉਹਨੂੰ ਦੀਨ ਕਿਹਾ ਗਿਆ। ਮੇਰਾ ਖਿਆਲ ਇੱਥੇ ਧਰਮ ਤੇ ਦੀਨ ਦਾ ਡੈਫੀਨੇਸ਼ਨ ਜਿਹੜੀ ਆ ਬਦਲ ਜਾਂਦੀ ਹੈ। ਇਹ ਦੋਈ ਨਾ ਇਹਦੇ ਨਾਲ ਸੰਬੰਧ ਰੱਖਦੀਆਂ, ਇਹ ਸਰੀਰ ਨਾਲ ਸੰਬੰਧ ਰੱਖਦੀਆਂ ਕਿ ਕਹਿੰਦੇ ਅਸੀਂ ਕੁਰਬਾਨੀ ਜਿਹੜੀ ਆ, ਮਜਾਜੀ ਕੁਰਬਾਨੀ, ਦੁਨੀਆ ਤੇ ਕੁਰਬਾਨੀ ਜਿਹੜੀ ਇਹਦੀ ਦੀਨ ਆ। ਤੇ ਜਿਹੜੀ ਕਹਿੰਦੇ ਤੇਰੀ ਆਤਮਾ ਨੇ ਉਸ ਸੱਚਖੰਡ 'ਚ ਜਾਣਾ ਹੈ, ਇਹ ਕਹਿੰਦੇ ਹਕੀਕਤ ਹੈ। ਹਕੀਕਤ ਆ। ਇਹ ਕਹਿੰਦੇ ਇਹ ਕੁਰਬਾਨੀ, ਦੋ ਹੀ ਕੁਰਬਾਨੀਆਂ ਦੁਨੀਆ 'ਚ ਵੀ ਤੂੰ ਉਸ ਜਾਣੀ ਕਿ ਧਰਮ ਹੋ ਕੇ ਜੀ, ਇਹ ਕੁਰਬਾਨੀਆਂ ਤਾਂ ਲੇਕਿਨ ਜਿਹੜੀ ਆਤਮਾ ਹੈ ਜੀ ਇਹਨੂੰ ਇੰਨਾ ਪ੍ਰਮਾਨ ਕਰਕੇ ਮਨ ਤੋਂ ਛੁਟਕਾਰਾ ਪਾ ਕੇ ਆਪਣੇ ਉਸ, ਇਹ ਦੋ ਦੀਨ ਆ ਇਹਨਾਂ ਦੇ, ਇੱਕ ਸਰੀਰਕ ਦੀਨ ਆ, ਇੱਕ ਆਤਮਕ ਦੀਨ ਆ। ਦੋਨਾਂ ਨੂੰ ਅਸੀਂ ਕਹਿੰਦੇ ਜੇ ਅਸੀਂ ਇਹਨਾਂ ਨੂੰ ਦੋਨਾਂ ਨੂੰ ਇੱਕ ਨੂੰ ਵੀ ਖਾਲੀ ਕਰ ਦਿਆਂਗੇ, ਕਹਿੰਦੇ ਤੇਰਾ ਆਣਾ ਫੇਰ ਕਦੇ ਦੁਨੀਆ 'ਚ ਮੁਬਾਰਕ ਨਹੀਂ ਹੋਏਗਾ। ਬਹੁਤ ਬਹੁਤ ਤੁਹਾਡਾ ਬੜੀ ਤੁਸੀਂ ਆਪਣੇ ਆਪਣੇ ਵਿਚਾਰ ਆ ਕਿ ਤੁਸੀਂ ਬੜੇ ਵਿਦਵਾਨ ਬੰਦੇ ਜੀ, ਬਹੁਤ ਤੁਹਾਨੂੰ ਨੌਲੇਜ ਆ। ਸੋ ਤੁਸੀਂ, ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਪ੍ਰੋਗਰਾਮ ਕੋਈ ਕਰਿਆ ਕਰੋ, ਤਾਂ ਕਿ ਜਿਹੜਾ ਗਿਆਨ ਆ ਨਾ, ਇਹ ਹਰ ਇੱਕ ਨੂੰ, ਇਹ ਕਿਸੇ ਕਿਸੇ ਨੂੰ ਰੱਬ ਬਖਸ਼ਿਸ਼ ਕਰਦਾ, ਇਹਨੂੰ ਵੰਡਣਾ ਚਾਹੀਦਾ। ਜਿੰਨਾ ਵੀ ਤੁਹਾਡੇ ਕੋਲ ਹੈ, ਜ਼ਰੂਰੀ ਨਹੀਂ ਕੋਈ ਤੁਹਾਨੂੰ ਐਕਸਟਰਾ ਇੰਟੈਲੀਜੈਂਟ ਬਣਨ ਦੀ ਲੋੜ ਆ, ਇਹਨੂੰ ਗਿਆਨ ਨੂੰ ਵੰਡੋ ਤਾਂ ਕਿ ਜਿਹੜੇ ਭਰਮ ਭੁਲੇਖੇ ਆ ਦੁਨੀਆ 'ਚ ਪਏ ਹੋਏ ਦੂਰ ਹੋਣ। ਇੱਥੇ ਲਿਖਿਆ ਨਾ ਸੂਰਾ ਸੁਰਾਈਏ ਜੋ ਡਰੇ ਦੀਨ ਜਗ ਕੇ ਧਰਮ ਕੇ ਹੇਠ ਪੁੰਜਾ ਪੁੰਜਾ ਕੱਟ ਮਲੇ। ਇਹ ਕਹਿੰਦੇ ਪੁੰਜਾ ਪੁੰਜਾ ਬਾਹਰ ਵੀ ਕਹਿੰਦੇ ਤੂੰ ਯਕੀਨ ਨਾਲ ਜਾਣੀ ਕਿ ਉਹ ਕੰਮ ਨਾ ਕਰ ਵੀ ਤੂੰ ਐ ਕਿਸੇ ਕੰਮ ਕਰਨ ਵਿੱਚ ਇਸ ਇਹੋ ਜਿਹਾ ਨਾ ਤੂੰ ਆਪਣੀ ਕੁਰਬਾਨੀ ਦੇ। ਤੇ ਇਹ ਕਹਿੰਦੇ ਪੁੰਜਾ ਪੁੰਜਾ ਕੱਟ ਮਲੇ, ਜਿਹੜੇ ਸਮਝਦੇ ਨੇ ਇਹ ਕਹਿੰਦੇ ਵੀ ਤੂੰ ਪੈਰਾਂ ਦੇ ਤਲਿਆਂ ਤੋਂ ਜਿਹੜੇ ਤੇਰੀ ਸੁਰਤ ਸਿਫਤ
ਕਹਿੰਦੇ ਇਹ ਮਰ ਗਏ ਸੁਣ ਹੋ ਜਾਣਗੇ ਅੱਖਾਂ ਤੱਕ ਆ ਜਾਏਗਾ ਤੂੰ ਕਹਿੰਦੇ ਜਿਹੜੀ ਕਿ ਤੇਰਾ ਸਰੀਰ ਦੀ ਆਤਮਾ ਛੱਡ ਕੇ ਉਹਦੀ ਦੁਨੀਆ 'ਚ ਚਲੇ ਜਾਏਗੀ ਪਰ ਇਹਦੇ ਕੀ ਕਰੇਗਾ ਤਾਂ ਕਹਿੰਦੇ ਤੇਰੀ ਵਾਪਸ ਇਸ ਦੁਨੀਆ ਦੇ ਵਿੱਚ ਆ ਸਕਦਾ ਇਹਨੂੰ ਕਹਿੰਦੇ ਪੂਜਾ ਸੱਚ ਮਰੇ ਇਸੇ ਕਰਕੇ ਆਪ ਸਾਨੂੰ ਸੁਲਤਾਨ ਬਾਕੀ ਦੇ ਲਿਖਿਆ ਗਿਆ ਸੀ ਕਿ ਮੈਂ ਕੁਰਬਾਨ ਤਿਨਾਂ ਦੇ ਬਾਬੂ ਕਬਰ ਕੀ ਨਾ ਦੀ ਜੀਵੇ ਕਿਉਂਕਿ ਨਾਮ ਫਕੀਰ ਤਿਨਾਂ ਦਾ ਬਾਬੂ ਕਬਰ ਕੀ ਨਾ ਦੀ ਜੀਵੇ ਉਹ ਕਹਿੰਦੇ ਕਬਰ ਜਾਣ ਕੇ ਮਤਲਬ ਉਹ ਜੀਵੇ ਜੀ ਆਪਣੇ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਅੰਦਰ ਦੀ ਦੁਨੀਆ 'ਚ ਲੈ ਜਾਂਦੇ ਉਹ ਬੱਚੀ ਜਿਹੜੀ ਕਿ ਕੁਰਬਾਨੀ ਸ਼ਹੀਦੀ ਆ ਭਾਰਤ ਸ਼ਹੀਦੀਆਂ ਮੁਬਾਰਕ ਆ ਇਹਦੇ ਜਿੱਦਾਂ ਜਿੱਦਾਂ ਦਾ ਕਿਸੇ ਨੇ ਕੀਤਾ ਬਹੁਤ ਅੱਛੀ ਗੱਲ ਹੈ ਸਾਨੂੰ ਅਗਰ ਸਰੀਰ ਨੂੰ ਆਜ਼ਾਦੀ ਨਾ ਹੋਵੇ ਤਾਂ ਕਹਿੰਦੇ ਅਸੀਂ ਦੁਨੀਆ ਦੇ ਉੱਤੇ ਆ ਕੇ ਆਪਾਂ ਨੂੰ ਜ਼ਿੰਦਗੀ ਆਜ਼ਾਦੀ ਵੀ ਨਹੀਂ ਰੱਖਦੇ ਜਿੱਦਾਂ ਕਬੀਰ ਸਾਹਿਬ ਗੁਰੂ ਸਾਹਿਬ ਆਪਣੇ ਗੁਰੂ ਰਵਿਦਾਸ ਜੀ ਨੂੰ ਇਹਨਾਂ ਨੇ ਇਸੇ ਕਰਕੇ ਇਹਨਾਂ ਦੀ ਆਜ਼ਾਦੀ ਖੋਹੀ ਸੀਗੀ ਲੇਕਿਨ ਇਹਨਾਂ ਨੇ ਸ਼ੱਕ ਵਜਾਤਾ ਸੀ ਉਹ ਆਗਿਆ ਵਾਲਾ ਕੁਝ ਚੜਾਤਾ ਸੀ ਕਿ ਅਸੀਂ ਨਹੀਂ ਅਸੀਂ ਵੀ ਕਰ ਸਕਦੇ ਹਾਂ ਇਸੇ ਤਰ੍ਹਾਂ ਕਹਿੰਦੇ ਇਹ ਕਰਨਾ ਕੀ ਆ ਪੈਰਾਂ ਦੇ ਤਲਿਆਂ ਤੋਂ ਗੁਰੂ ਦੇ ਉਪਦੇਸ਼ ਦੇ ਨਾਲ ਗਿਆਨ ਕਿਸੇ ਨੂੰ ਸਮਝਾਉਣਾ ਦੱਸਣਾ ਇਹ ਦੇਖ ਦੇ ਵੱਸ ਦੀ ਗੱਲ ਨਹੀਂ ਨਹੀਂ ਕੁਦਰਤੀ ਜੀ ਰੱਬ ਵੱਲੋਂ ਦੇਣ ਆ ਹਰ ਇੱਕ ਨਾ ਗਿਆਨੀ ਬਣ ਸਕਦਾ ਨਾ ਕਮੇਡੀਅਨ ਬਣ ਸਕਦਾ ਨਾ ਸਰਦਾਰ ਊਧਮ ਸਿੰਘ ਵਰਗਾ ਬਣ ਸਕਦਾ ਇਹ ਕੋਈ ਪ੍ਰਮਾਤਮਾ ਦੀ ਦੇਣ ਹੈ ਨਾ ਡਾਕਟਰ ਸਾਹਿਬ ਵਰਗਾ ਬਣ ਸਕਦਾ ਹਾਂ ਕੋਈ ਪਰਵਾਹ ਨਹੀਂ ਕੀਤੀ ਦੁਨੀਆ ਦੀ ਸਾਡੇ ਲੋਕਾਂ ਦੇ ਪਿੱਛੇ ਦੇ ਗਿਆ ਲੇਕਿਨ ਸਾਨੂੰ ਵੀ ਚਾਹੀਦਾ ਅੱਜ ਅਸੀਂ ਕੁਝ ਨਾ ਕੁਝ ਤਾਂ ਡਾਕਟਰ ਸਾਹਿਬ ਦੀ ਜਾਨੀ ਕਿ ਜਿਹੜੀ ਸਾਨੂੰ ਤਲੀਮ ਦਿੱਤੀ ਉਹਦੇ ਪਿੱਛੇ ਕੁਝ ਨਾ ਕੁਝ ਕੁਰਬਾਨੀ ਕਰੀਏ ਉਹ ਇੰਡੀਆ ਦਾ ਹੱਥ ਫੜਿਆ ਅਸੀਂ ਇੱਕ ਦਿਨ ਪਿੰਡ ਚੋਂ ਫੜ ਲਈਏ ਦੋ ਨਾ ਫੜ ਲਈਏ ਭਾਈ ਚਲੋ ਮੈਂ ਡਾਕਟਰ ਸਾਹਿਬ ਦਾ ਸੇਵਕ ਆ ਮੈਂ ਜ਼ਿਆਦਾ ਨਹੀਂ ਕਰ ਸਕਦਾ ਤਾਂ ਇੰਨਾ ਹੀ ਕਰਾਂ ਮੈਂ ਕੁਰਬਾਨੀ ਦਿਆਂ ਕੁਰਬਾਨੀ ਨੂੰ ਅਸੀਂ ਨਹੀਂ ਕਹਿੰਦੇ ਸ਼ਹੀਦੀ ਦੇਣੀ ਆਪਣੇ ਕੋਲੋਂ ਚੀਜ਼ ਕੱਟ ਕੇ ਦੇਣੀ ਕਿਸੇ ਨੂੰ ਬਿਲਕੁਲ ਕੁਰਬਾਨੀ ਕਹਿੰਦੇ ਇਹਨੂੰ ਸ਼ਹੀਦੀ ਕਹਿੰਦੇ ਆ ਕਿਆ ਬਾਤ ਹੈ ਜੀ ਬਲ ਬਹਿ ਬਾਜਾ ਹਾਂਜੀ ਹਾਂਜੀ ਚਲੋ ਹੋਰ ਅਗਰ ਕੋਈ ਗਲਤੀ ਨਹੀਂ ਮੈਂ ਕਿਹਾ ਜੀ ਬੜੇ ਉੱਚੇ ਸੁੱਚੇ ਆ ਜਿਹੜੀ ਕੁਰਬਾਨੀ ਦੀ ਤੁਸੀਂ ਅੱਜ ਡੈਫੀਨੇਸ਼ਨ ਦੱਸੀ ਆ ਉਹਨੂੰ ਬੜੀ ਨੌਲੇਜ ਹੋਈ ਆ ਤੇ ਤੁਹਾਡਾ ਬੜਾ ਧੰਨਵਾਦ ਆ ਕੁਝ ਇਹ ਸੈਟਅਪ ਨਹੀਂ ਸੀ ਆ ਰਿਹਾ ਤੇ ਚਲੋ ਫੇਰ ਵੀ ਤੁਸੀਂ ਸੇਵਾ ਜਿਹੜੀ ਮੈਂ ਤਾਂ ਤੁਹਾਡੇ ਨਾਲ ਪਿਆਰ ਹੈ ਜੀ ਮੈਂ ਵੇਟ ਕਰਦਾ ਜੀ ਘੰਟਾ ਹੋਵੇ ਮੈਂ ਨਵੇਂ ਚਲੋ ਕਾਲਜ ਪਾਰਟਿਸਿਪੇਟ ਕਰਾਂਗੇ ਜੋ ਕੋਈ ਕਈ ਨੌਲੇਜ ਮੈਂ ਤੁਹਾਡੇ ਮੇਰਾ ਮੈਨੂੰ ਆਪ ਨੂੰ ਕੋਈ ਗਿਆਨ ਨਹੀਂ ਦੁਨੀਆ ਦੇ ਨਹੀਂ ਤੁਹਾਡੇ ਕੋਲ ਬੜਾ ਕੁਛ ਆ ਇੱਦਾਂ ਨਾ ਕਰੋ ਇਹ ਜਿਹੜੀ ਗੁਰਬਾਣੀ ਆ ਇਹਦਾ ਇੱਕ ਪ੍ਰੋਗਰਾਮ ਤੁਹਾਡਾ ਹੋਣਾ ਚਾਹੀਦਾ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਤੇ ਹਰ ਇੱਕ ਦਾ ਸਟਾਈਲ ਆ ਤੁਹਾਡਾ ਸਟਾਈਲ ਡਿਫਰੈਂਟ ਆ ਹੋਰ ਵੀ ਕਰਦੇ ਆ ਗੁਰਬਾਣੀ ਦੇ ਪ੍ਰੋਗਰਾਮ ਉਹਨਾਂ ਦਾ ਆਪਣਾ ਸਟਾਈਲ ਆ ਸੋ ਜਿੰਨਾ ਵੀ ਹੋਵੇ ਉਨਾ ਹੀ ਵਧੀਆ ਆ ਨੌਲੇਜ ਬਣਨੀ ਚਾਹੀਦੀ ਆ ਜਿਹੜਾ ਮੀਡੀਆ ਆ ਇਹਦੇ ਬੜਾ ਰੋਲ ਆ ਇਹਦਾ ਆਪਣੀ ਕਮਿਊਨਿਟੀ ਨੂੰ ਬਦਲਣ ਦਾ ਲੋਕਾਂ ਦੇ ਨਾਲ ਸੋ ਇਹ ਬੜਾ ਬਾਕੀ ਮੈਂ ਸੁਣਨ ਵਾਲੇ ਸੰਗਤ ਨੂੰ ਮੈਂ ਮਾਫੀ ਚਾਹੁੰਦਾ ਅਗਰ ਮੈਨੂੰ ਕੋਈ ਗਲਤ ਕਰ ਨਹੀਂ ਕੋਈ ਨਹੀਂ ਮਾਫੀ ਨਹੀਂ ਜਿਹੜੀ ਕਹਿਤੀ ਬਸ ਕੋਈ ਗੱਲ ਗਲਤ ਕਿਹੜੀ ਸਾਰਾ ਬੜਾ ਨਹੀਂ ਉਹ ਕੋਈ ਫਾਇਦਾ ਨਹੀਂ ਹੁੰਦਾ ਜੇ ਅਗਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਵੱਡੇ ਦੱਸਣ ਦਾ ਕਹਿਣ ਦਾ ਕਹਿੰਦੇ ਵੀ ਕਿਸੇ ਦਾ ਦਿਲ ਨਾ ਤੋੜੋ ਉਹਦਾ ਤੋਂ ਜੇ ਮਾਫੀ ਮਤਲਬ ਉਹ ਹੀ ਵਧੀਆ ਹੈ ਉਹਨਾਂ ਦਾ ਮਨ ਨੂੰ ਤਸੱਲੀ ਹੋ ਜਾਂਦੀ ਆਪਣੇ ਮਨ ਨੂੰ ਵੀ ਜਦੋਂ ਤਸੱਲੀ ਹੋ ਜਾਂਦੀ ਹਾਂ ਉਹ ਤਾਂ ਹੈ ਬਿਲਕੁਲ ਉਹ ਤਾਂ ਹੈਗਾ ਚਲੋ ਬਹੁਤ ਥੈਂਕ ਯੂ ਤੁਹਾਡਾ ਸਿੱਧੂ ਸਾਹਿਬ ਹੋਰ ਬੜਾ ਪ੍ਰੋਗਰਾਮ ਚੱਲਦੇ ਆ ਕਿ ਜੀ ਤੁਹਾਡਾ ਚਲੋ ਥੈਂਕ ਯੂ ਤੁਹਾਡਾ ਪਾਰਟਿਸਿਪੇਟ ਕਰਨ ਦਾ ਥੈਂਕ ਯੂ ਜੈ ਗੁਰਦੇਵ ਜੀ ਇਹ ਸਨ ਜੀ ਸਰਦਾਰ ਮਲਕੀਤ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਬੜਾ ਇਹਨਾਂ ਨੂੰ ਗਿਆਨ ਹੈ ਬੜਾ ਨੌਲੇਜ ਹੈ ਤੇ ਮੈਂ ਤਾਂ ਕਹਿੰਦਾ ਵੀ ਇਸ ਤਰ੍ਹਾਂ ਦੇ ਸਾਡੇ ਜਿਹੜੇ ਟੈਲੈਂਟਡ ਬੰਦੇ ਹਨ ਇਹ ਅੱਗੇ ਆਉਣ ਜਿੰਨਾ ਵੀ ਗਿਆਨ ਵੰਡਿਆ ਜਾ ਸਕੇ ਉਹ ਵੰਡਿਆ ਤੇ ਅਖੀਰ ਦੇ ਵਿੱਚ ਨੇ ਇਹੀ ਦੱਸਿਆ ਵੀ ਜਿਹੜਾ ਪਿਆਰ ਆ ਮੁਹੱਬਤ ਆ ਇਹਦੇ 'ਤੇ ਹੀ ਸਾਰਾ ਕੁਛ ਹੈਗਾ ਜਿਹੜੇ ਧਰਮ ਦੀਆਂ ਸਿੱਧੂ ਸਾਹਿਬ ਗੱਲ ਕਰ ਰਹੇ ਉਹ ਧਰਮ ਪਿਆਰ ਹੀ ਆ ਤੇ ਕੁਰਬਾਨੀ ਜਿਹੜੀ ਆ ਉਹ ਹੋਰ ਚੀਜ਼ ਹੈ ਸੋ ਮੈਂ ਪ੍ਰੋਗਰਾਮ ਦੀ ਫਿਨਿਸ਼ ਹੈ ਇੱਕ ਕਵਿਤਾ ਹੈਗੀ ਪਿਆਰ ਦੇ ਬਾਰੇ ਮੁਹੱਬਤ ਇਹ ਭਾਈ ਈਸ਼ਰ ਸਿੰਘ ਦੀ ਹੈ ਤੇ ਇਹ ਮੈਂ ਆਪ ਜੀ ਨੂੰ ਆ ਕੇ ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਆਪ ਜੀ ਨੇ ਮੇਰੇ ਨਾਲ ਜੁੜੇ ਹੈ ਬੜਾ ਹੀ ਧੰਨਵਾਦ ਤੁਹਾਡਾ ਤੇ ਕਾਮਯਾਬ ਹੋ ਜਾਵਾਂਗੇ ਤੇ ਕੀ ਕਹਿੰਦੇ ਆ ਮੁਹੱਬਤ ਦੀ ਵਸਤੂ ਅੱਜ ਬੇਬਹਾਏ ਮੁਹੱਬਤ ਮਰੀਜ਼ਾਂ ਲਈ ਇੱਕ ਸ਼ਿਫਾ ਹੈ ਸ਼ਿਫਾ ਕਹਿੰਦੇ ਆ ਦਵਾਈ ਨੂੰ
ਮੁਹੱਬਤ ਦੀ ਵਸਤੂ ਅਜਬ ਬੇਬਹਾਏ, ਮੁਹੱਬਤ ਮਰੀਜ਼ਾਂ ਲਈ ਇੱਕ ਸ਼ਿਫਾ ਏ, ਦੁਖੀ ਹੋਏ ਦਿਲ ਦੀ ਮੁਹੱਬਤ ਦਵਾ ਏ। ਖੁਦਾ ਹੈ ਮੁਹੱਬਤ, ਮੁਹੱਬਤ ਖੁਦਾ ਏ, ਮੁਹੱਬਤ ਹੀ ਸੋਨੇ ਤੇ ਲਾਲਾਂ ਦੀ ਖਾਨ ਏ, ਮੁਹੱਬਤ ਜੇ ਤੀਰ ਹੈ ਤਾਂ ਮਜ਼ਹਬ ਕਮਾਨ ਏ। ਫਿਰ ਕੀ ਕਹਿੰਦੇ ਆ ਕਵੀ ਨੇ, ਕਹਿੰਦਾ ਮਜ਼ਹਬ ਮੁਹੱਬਤ ਤੋਂ ਅੱਜ ਗੈਰ ਦਿਸਦਾ। ਜਿਹੜੀ ਮਜ਼ਹਬਾਂ ਦੇ ਨਾ ਬੜੇ ਪੁਆੜੇ ਪਾਏ ਹੋਏ, ਖੂਨ ਖਰਾਬੇ ਆ, ਤੇ ਕਵੀ ਕਹਿੰਦਾ ਵੀ ਅੱਜ ਇਹ ਥੋੜ੍ਹਾ ਜਿਹਾ ਦਿਖਰਿਆ ਲੱਗਦਾ। ਮਜ਼ਹਬ ਮੁਹੱਬਤ ਤੋਂ ਅੱਜ ਗੈਰ ਦਿਸਦਾ, ਮੁਹੱਬਤ ਤੇ ਮਜ਼ਹਬ ਦਾ ਅੱਜ ਵੈਰ ਦਿਸਦਾ। ਕਿਉਂਕਿ ਇਹ ਧਰਮਾਂ ਦੀ ਲੜਾਈ ਹੈ, ਖੂਨ ਖਰਾਬਾ ਦੁਨੀਆ ਸਾਰਾ ਧਰਮਾਂ ਦੇ ਨਾਂ 'ਤੇ ਹੋ ਰਿਹਾ। ਮਜ਼ਹਬ ਮੁਹੱਬਤ ਤੋਂ ਅੱਜ ਗੈਰ ਦਿਸਦਾ, ਮੁਹੱਬਤ ਤੇ ਮਜ਼ਹਬ ਦਾ ਅੱਜ ਵੈਰ ਦਿਸਦਾ। ਦੋਹਾਂ ਦਾ ਫਿਸਲਿਆ ਅੱਜ ਪੈਰ ਦਿਸਦਾ, ਨਾ ਪੈਂਦਾ ਦੋਹਾਂ ਦੇ ਵਿੱਚ ਅੱਜ ਖੈਰ ਦਿਸਦਾ। ਹੈ ਮਜ਼ਹਬ ਦਾ ਡੇਰਾ ਤਾਂ ਲਾਸ਼ਾਂ ਦੇ ਉੱਤੇ, ਤੁਹਾਨੂੰ ਪਤਾ ਵੀ ਕਤਲੇਆਮ ਜਿਹੜੇ ਮਜ਼ਹਬਾਂ ਦੇ ਨਾਲ ਬੜੇ ਹੋ ਰਿਹਾ। ਹੈ ਮਜ਼ਹਬ ਦਾ ਡੇਰਾ ਤਾਂ ਲਾਸ਼ਾਂ ਦੇ ਉੱਤੇ, ਚੜ੍ਹੀ ਹੈ ਮੁਹੱਬਤ ਆਕਾਸ਼ਾਂ ਦੇ ਉੱਤੇ। ਕਿਸੇ ਪਾਈ ਸਾੜੀ ਤਾਂ ਮਜ਼ਹਬ ਨੂੰ ਖਤਰਾ, ਕਿਸੇ ਬੱਧੀ ਦਾੜੀ ਤਾਂ ਮਜ਼ਹਬ ਨੂੰ ਖਤਰਾ, ਕਿਸੇ ਇੱਟ ਉਖਾੜੀ ਤਾਂ ਮਜ਼ਹਬ ਨੂੰ ਖਤਰਾ, ਕਿਤੇ ਵੱਜੀ ਤਾੜੀ ਤਾਂ ਮਜ਼ਹਬ ਨੂੰ ਖਤਰਾ। ਇਹ ਮਜ਼ਹਬ ਨਾ ਹੋਇਆ, ਹੋਈ ਮੋਮਬੱਤੀ, ਪਿਘਲ ਗਈ ਫੌਰਨ, ਲੱਗੀ ਧੁੱਪ ਤੱਤੀ। ਇਹ ਕਹਿੰਦੇ ਆ, ਟੁੱਟੇ ਪ੍ਰੇਮ ਡੋਰੀ ਨਾ ਮਜ਼ਹਬ ਨੂੰ ਖਤਰਾ, ਟੁੱਟੇ ਮਨ ਬਲੌਰੀ ਨਾ ਮਜ਼ਹਬ ਨੂੰ ਖਤਰਾ, ਕਰੇ ਰੋਜ਼ ਚੋਰੀ ਨਾ ਮਜ਼ਹਬ ਨੂੰ ਖਤਰਾ, ਕਰੇ ਸੀਨਾ ਜੋਰੀ ਨਾ ਮਜ਼ਹਬ ਨੂੰ ਖਤਰਾ। ਜੇ ਜੰਜੂ ਦੇ ਧਾਗੇ ਵਿੱਚ ਵੱਲ ਪੈ ਗਿਆ ਏ, ਜੇ ਜੰਜੂ ਦੇ ਧਾਗੇ 'ਚ ਵੱਲ ਪੈ ਗਿਆ ਏ ਤਾਂ ਮਜ਼ਹਬ ਦੀ ਛਾਤੀ ਵਿੱਚ ਸੱਲ ਪੈ ਗਿਆ ਏ। ਗਰੀਬਾਂ ਨੂੰ ਰੋਲੋ ਤਾਂ ਮਜ਼ਹਬ ਨਹੀਂ ਰੁੜਦਾ, ਪਏ ਘੱਟ ਤੋਲੋ ਤਾਂ ਮਜ਼ਹਬ ਨਹੀਂ ਰੁੜਦਾ, ਪਏ ਝੂਠ ਬੋਲੋ ਤਾਂ ਮਜ਼ਹਬ ਨਹੀਂ ਰੁੜਦਾ, ਪਏ ਗੰਢਾਂ ਖੋਲੋ ਤਾਂ ਮਜ਼ਹਬ ਨਹੀਂ ਰੁੜਦਾ। ਜੇ ਚਮਿਆਰ ਬ੍ਰਾਹਮਣ ਨੂੰ ਛੋ ਗਿਆ ਏ ਤਾਂ ਮਜ਼ਹਬ ਦਾ ਗੇੜਾ ਅਤੇ ਮਜ਼ਹਬ ਦਾ ਬੇੜਾ ਗਰਕ ਹੋ ਗਿਆ ਏ। ਕਹਿੰਦਾ ਜੇ ਚਮਿਆਰ ਬ੍ਰਾਹਮਣ ਨੂੰ ਛੋ ਗਿਆ ਏ ਤਾਂ ਮਜ਼ਹਬ ਦਾ ਬੇੜਾ ਗਰਕ ਹੋ ਗਿਆ ਹੈ। ਇਹੀ ਲੋਕ ਕਹਿੰਦੇ ਨੇ ਮਸਜਿਦ ਤੇ ਮੰਦਰ, ਇਹੀ ਲੋਕ ਕਹਿੰਦੇ ਨੇ ਮਸਜਿਦ ਤੇ ਮੰਦਰ, ਖੁਦਾ ਆਪ ਰਹਿੰਦਾ ਹੈ ਦੋਹਾਂ ਦੇ ਅੰਦਰ। ਉਹੀ ਗੁਰੂ ਨਾਨਕ, ਉਹੀ ਰਾਮਚੰਦਰ, ਉਹੀ ਸਰ ਸਿਕੰਦਰ, ਉਹੀ ਸਰ ਜੋਗਿੰਦਰ। ਜੇ ਸਾਂਖਾਂ ਤੇ ਅਜ਼ਾਨਾਂ ਦੀ ਸੁਰ ਰਲ ਗਈ ਏ, ਅਜ਼ਾਨ ਕਹਿੰਦੇ ਜਿਹੜੇ ਮੁਸਲਮਾਨ ਅਜ਼ਾਨ ਕਰਦੇ, ਜੇ ਸਾਂਖਾਂ ਤੇ ਅਜ਼ਾਨਾਂ ਦੀ ਸੁਰ ਰਲ ਗਈ ਏ, ਉੱਥੇ ਪਿਆਸੀ ਛੁਰੀ ਅਤੇ ਕਟਾਰੀ ਚੱਲ ਗਈ ਏ। ਜਿਨ੍ਹਾਂ ਬਾਂਗਾਂ ਦੇ ਦੇ ਕੇ ਕਾਜੀ ਬੁਲਾਉਂਦੇ, ਜਿਹਨੂੰ ਬਾਂਗਾਂ ਦੇ ਦੇ ਕੇ ਕਾਜੀ ਬੁਲਾਉਂਦੇ, ਜਿਹਦੇ ਲਈ ਭਾਈ ਢੋਲਕੀ ਵਜਾਉਂਦੇ, ਜਿਹਦੇ ਲਈ ਸੂਫੀ ਪੈ ਸ਼ੋਰ ਮਚਾਉਂਦੇ, ਜਿਹਦੇ ਲਈ ਪੰਡਤ ਪੈ ਤਿਲਕਨੇ ਲਾਉਂਦੇ। ਦਿਖਾਵੇ ਦੀ ਦੁਨੀਆ ਇਹਨਾਂ ਨੂੰ ਛਿੱਕ ਰਹੀ ਏ, ਟਕੇ ਟਕੇ ਕਲਮ ਇਹਦੀ ਵਿਕ ਰਹੀ ਹੈ। ਮੁਹੱਬਤ ਨੂੰ ਲੱਭਾਂ ਤਾਂ ਮਿਲਦੀ ਨਹੀਂ ਹੈ, ਮੁਹੱਬਤ ਨੂੰ ਲੱਭਾਂ ਤਾਂ ਮਿਲਦੀ ਨਹੀਂ ਹੈ, ਕਲੀ ਕੋਈ ਉਲਫਤ ਦੀ ਖਿਲਦੀ ਨਹੀਂ ਹੈ। ਮੁਹੱਬਤ ਦੀ ਬੇੜੀ ਤਾਂ ਠਿਲਦੀ ਨਹੀਂ ਹੈ, ਪਿਆਰਾਂ ਦੀ ਚੱਕੀ ਤਾਂ ਹਿਲਦੀ ਨਹੀਂ ਹੈ। ਮੁਹੱਬਤ ਤਾਂ ਦਬ ਗਈ ਗਰਦੇ ਦੇ ਅੰਦਰ, ਮੁਹੱਬਤ ਤਾਂ ਦਬ ਗਈ ਗਰਦੇ ਦੇ ਅੰਦਰ, ਛੁਪਾ ਲਈ ਹੈ ਮਜ਼ਹਬ ਨੇ ਪਰਦੇ ਦੇ ਅੰਦਰ। ਇਸ ਮਜ਼ਹਬ ਨੇ ਕੀਤੇ ਹਨ ਭਾਰਤ ਦੇ ਟੋਟੇ। ਦੇਖੋ ਕਿੰਨਾ ਕਵੀ ਨੇ ਕਿੰਨੀ ਕਮਾਲ ਦੀ ਗੱਲ ਕੀਤੀ ਹੈ। ਇਸ ਮਜ਼ਹਬ ਨੇ ਕੀਤੇ ਹਨ ਭਾਰਤ ਦੇ ਟੋਟੇ, ਫੜਾ ਦਿੱਤੇ ਸਾਡੇ ਹੱਥਾਂ ਵਿੱਚ ਟਾਕੂਏ ਤੇ ਸੋਟੇ। ਥੂ ਥੂ ਉਸ ਮੁਹੱਬਤ, ਥੂ ਥੂ ਉਸ ਮਜ਼ਹਬ ਤੇ, ਥੂ ਥੂ ਉਸ ਮਜ਼ਹਬ ਤੇ ਜਿਹੜਾ ਨਫ਼ਰਤ ਸਿਖਾਉਂਦਾ, ਜਿਹੜਾ ਧਰਮਾਂ ਦੇ ਨਾਂ 'ਤੇ ਮਨੁੱਖਤਾ 'ਚ ਵੰਡੀਆਂ ਹੈ ਪਾਉਂਦਾ। ਥੂ ਥੂ ਉਸ ਮੁਹੱਬਤ ਤੇ ਜਿਹੜਾ ਨਫ਼ਰਤ ਸਿਖਾਉਂਦਾ, ਜਿਹੜਾ ਧਰਮਾਂ ਦੇ ਨਾਂ 'ਤੇ ਮਨੁੱਖਤਾ 'ਚ ਵੰਡੀਆਂ ਹੈ ਪਾਉਂਦਾ। ਅਖੀਰ 'ਚ ਇੱਕ ਮੈਸੇਜ ਕਵੀ ਨੇ ਬਹੁਤ ਗ੍ਰੇਟ ਦਿੱਤਾ ਹੈ। ਕੀ ਕਹਿੰਦਾ ਹੈ? ਆਓ ਸਾਰੇ ਮਿਲ ਕੇ ਇੱਕ ਮੰਦਰ ਬਣਾਈਏ, ਆਓ ਸਾਰੇ ਮਿਲ ਕੇ ਇੱਕ ਮੰਦਰ ਬਣਾਈਏ, ਮਿਲੇ ਜਿਹੜਾ ਉਹਨੂੰ ਗਲੇ ਨਾਲ ਲਾਈਏ, ਨਖੇੜੂ ਮਜ਼ਹਬਾਂ ਨੂੰ ਮਨਾਂ ਤੋਂ ਭੁਲਾਈਏ, ਮੁਹੱਬਤ ਪਿਆਰਾਂ ਦੀ ਭੇਟਾ ਚੜਾਈਏ। ਸਮਝਦਾਰ ਈਸ਼ਰ ਜੇ ਬਣ ਜਾਣ ਸਾਰੇ ਤਾਂ ਲੱਗ ਜਾਏ ਦੁਨੀਆ ਦਾ ਬੇੜਾ ਕਿਨਾਰੇ। ਸੋ ਇਹ ਭਾਈ ਈਸ਼ਰ ਸਿੰਘ ਨੇ ਬਹੁਤ ਹੀ ਖੂਬਸੂਰਤ ਦੱਸਿਆ ਹੈ। ਸੋ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਹੈ। ਸੋ ਮੁਹੱਬਤ ਹੀ ਖੁਦਾ ਹੈ, ਉਹਨੇ ਕਿਹਾ ਹੈ। another name of love is God। ਸੋ ਦਰਸ਼ਕੋ, ਆਪ ਜੀ ਬੜੇ ਸਿਆਣੇ ਹੋ ਅਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕੋਈ ਟੌਪਿਕ ਹੋਵੇ ਜਿਹਦੇ 'ਚੋਂ ਅਸੀਂ ਕੁਛ ਲਰਨ ਕਰੀਏ ਸੌਖੇ ਸ਼ਬਦਾਂ ਦੇ ਵਿੱਚ, ਅਤੇ ਇਹੀ ਮੇਰੇ ਹੁੰਦੇ ਹੈ। ਅਤੇ ਮੈਂ ਇਹ ਹਰ ਇੱਕ ਸੰਡੇ 5 ਤੋਂ 6 ਤਾਈਂ ਟਰਾਈ ਕਰਦਾ ਹਾਂ ਕਿ ਪ੍ਰੋਗਰਾਮ ਕਰਾਂ, ਅਤੇ ਫਿਰ ਵੀ ਮੈਂ ਵੀ ਪਰਫੈਕਟ ਨਹੀਂ ਹਾਂ। ਅਤੇ ਆਪ ਜੀ ਤੋਂ
मैं बड़ी उम्मीद रखता हाँ कि तुसीं मैनूं कोई गल गलत भी होवे तो प्लीज़ माफ़ कर देना, ਜਾਂ मैनूं तुसीं कॉमेंट 'ਚ दस दिया करो। मेरा किसी मजहब ना किसी जात दे नाल ਕਿਸੇ ਦੇ ਚਿੱਕੜ ਸਿੱਟਣ ਦੀ ਕੋਈ ਮੇਰੀ ਹੈ ਨਹੀਂ। ਮੈਂ ਚਾਹੁੰਦਾ ਜਿਹੜੀ ਮੇਰੀ ਕੌਮ ਆ, ਮੇਰੇ ਸਮਾਜ ਦੇ ਲੋਕ ਆ, ਇਹ ਕਾਫੀ ਪਿੱਛੇ ਆ, ਪਿਛਲਾ ਵਾ, ਵੰਡੇ ਹੋਏ ਆ, ਇਹ ਅਸਲੀਅਤ ਨੂੰ ਸਮਝਣ। ਇਹ ਬੜੇ ਭੁਲੇਖੇ ਆ, ਕਿਉਂਕਿ ਤੁਸੀਂ ਸਾਡੇ ਜਿਹੜੇ ਗੁਰੂ ਘਰ ਆ, ਜਾਂ ਅਸੀਂ ਪੰਜਾਬ ਦੇ ਸਾਰੇ ਸਰਦੇ ਆ, ਉੱਥੇ ਜਿਹੜੇ ਸਾਡੇ ਮਹਾਂਪੁਰਸ਼ ਹੋਏ ਹਨ, ਸਾਡੇ ਜਦੋਂ ਮੈਂ ਕਹਿੰਦਾ ਵੀ ਜਿਨ੍ਹਾਂ ਨੂੰ ਇਹ ਕਹਿੰਦੇ ਜੀ ਬੜੀ ਇਹ ਵੀ ਡਿਵਾਈਡ ਕੀਤਾ ਇਹਨਾਂ ਨੇ ਭਗਤਾਂ ਭੱਟਾਂ ਦੀ ਪੌੜੀਆਂ ਬਣਾਈਆਂ ਆ, ਇਹਨਾਂ ਨੂੰ ਥੋੜ੍ਹਾ ਜਿਹਾ ਸੈਕਿੰਡ ਕਲਾਸ ਸਮਝਦੇ ਆ। ਸਾਡਾ ਫਰਜ਼ ਬਣਦਾ ਅਸੀਂ ਆਪਣੇ ਮੀਡੀਆ ਦੇ ਥਰੂ ਆਪਣੇ ਜਿਹੜੇ ਬਜ਼ੁਰਗ, ਆਪਣੇ ਸ਼ਹੀਦ ਅਤੇ ਆਪਣੇ ਜਿਹੜੇ ਰਹਿਬਰ ਹੋਏ ਆ ਉਹਨਾਂ ਦਾ ਪ੍ਰਚਾਰ ਕਰੀਏ, ਅਸਲੀਅਤ ਨੂੰ ਸਾਹਮਣੇ ਲਿਆਈਏ। ਜੇ ਅਸੀਂ ਨਾ ਲਿਆਵਾਂਗੇ, ਪਹਿਲਾਂ ਜਿਹੜਾ ਇਤਿਹਾਸ ਲਿਖਿਆ ਜਾਂਦਾ ਸੀ, ਸਾਡੇ 'ਚ ਪੜ੍ਹਾਈ ਹੈ ਨਹੀਂ ਸੀ। ਇਹ ਜਿਹੜਾ ਪੁਜਾਰੀ ਵਰਗ, ਬ੍ਰਾਹਮਣ ਵਰਗ ਸੀ, ਇਹਨਾਂ ਨੇ ਆਪਣੇ ਫਾਇਦੇ ਲਈ ਜਿੱਦਣ ਨੂੰ ਇਹਨਾਂ ਦਾ ਦਿਲ ਕੀਤਾ ਇਹ ਨਹੀਂ ਉਹ ਲਿਖ ਦਿੱਤਾ। ਇਹਨਾਂ ਦੀ ਕੋਸ਼ਿਸ਼ ਇਹੀ ਸੀ ਵੀ ਜਿਹੜਾ ਵੀ ਕੋਈ ਮਹਾਂਪੁਰਸ਼ ਜਾਂ ਕੋਈ ਵੱਡਾ ਵਿਦਵਾਨ ਉਹ ਸਿਰਫ ਬ੍ਰਾਹਮਣਾਂ ਦੇ ਘਰ ਜੰਮ ਸਕਦਾ। ਇਹ ਤਾਂ ਸਾਡੇ ਸਤਿਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ ਆ। ਉਹਨੇ ਕਈ ਜਗ੍ਹਾ ਖਲਾਸ 'ਚ ਮਾਰ, ਕਹਿ ਰਵਿਦਾਸ 'ਚ ਮਾਰਾ, ਨਹੀਂ ਤਾਂ ਇਹ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ। ਇਹ ਬ੍ਰਾਹਮਣਾਂ 'ਚ ਇਹਨੂੰ ਮਿਲਾ ਲੈਣਾ ਸੀ ਆਪਣੇ ਨਾਲ। ਅਤੇ ਕਬੀਰ ਸਾਹਿਬ ਨੇ ਵੀ ਆਪਣੇ ਕਬੀਰ ਹੋਣ ਦੇ ਆਪਣੀ ਬਾਣੀ ਦੇ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਹੈ। ਸੋ ਇਹ ਸਾਡੇ ਲਈ ਵੀ ਮੇਰਾ ਤਾਂ ਖਿਆਲ ਇੱਕ ਮੈਸੇਜ ਛੱਡ ਗਏ ਆ ਕਿ ਤੁਸੀਂ ਆਪਣਾ ਜਿਹੜਾ ਪਿੱਛਾ ਆ, ਆਪਣੀਆਂ ਜੜ੍ਹਾਂ ਨਹੀਂ ਭੁੱਲਣੀਆਂ। ਅਸੀਂ ਸਾਡਾ ਸਤਿਗੁਰੂ, ਸਾਡਾ ਬਾਬਾ, ਸਾਡਾ ਪਿਤਾ ਉਹ ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਨਕ ਦੇਵ ਜੀ ਅਤੇ ਜਿੰਨੇ ਵੀ ਮਹਾਂਪੁਰਸ਼ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਸਾਰੇ ਹੀ ਸਾਡੇ ਮਾਪੇ ਹਨ। ਅਸੀਂ ਇਹਨਾਂ ਦੀ ਸਿੱਖਿਆਵਾਂ 'ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ, ਅੱਜ ਵੀ ਕਹਿੰਦਾ, ਜਿਹੜੀ ਗੁਰੂ ਗ੍ਰੰਥ ਸਾਹਿਬ ਆ, ਇੱਥੇ ਕਿਸੇ ਦੀ ਸਿਫਤ ਨਹੀਂ ਕੀਤੀ, ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਕਿਸੇ ਧਰਮ ਨਾਲ ਨਹੀਂ। ਇਹ ਨਿਰਪੱਖ ਸੱਚਾਈ ਦਾ ਨਾਮ ਹੈ। ਇਹਦੇ ਵਿੱਚ ਇਹ ਜਿਹੜਾ ਖਜ਼ਾਨਾ ਆ, ਇਹਨੂੰ ਅਸੀਂ ਕਦੇ ਨਹੀਂ ਛੱਡਣਾ। ਹੁਣ ਮੈਨੂੰ ਕਈ ਕਹਿੰਦੇ ਹੁੰਦੇ ਕਿਉਂ ਨਹੀਂ ਛੱਡਣਾ, ਜ਼ਿਆਦਾ ਉਹ ਸਾਨੂੰ ਲਾਇਕ। ਦੇਖੋ, ਇਹ ਕਿਸੇ ਦੀ ਪ੍ਰੋਪਰਟੀ ਹੈ ਨਹੀਂ। ਜਿਹੜਾ ਗੁਰੂ ਗ੍ਰੰਥ ਸਾਹਿਬ ਇਹ ਸਾਂਝਾ ਹੈ, ਇਹਦੇ ਵਿੱਚ 35 ਮਹਾਂਪੁਰਸ਼ ਚੌਕੜਾ ਮਾਰ ਕੇ ਬੈਠੇ ਆ, ਜਿਹਨਾਂ ਦੇ ਵਿੱਚ ਇਹ ਰਹਿਬਰ ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਣ ਜੀ ਅਤੇ ਸਤਿਗੁਰੂ ਨਾਮ ਦੇ ਸਾਰੇ ਬੈਠੇ ਆ। ਸੋ ਇਸੇ ਕਰਕੇ ਤੁਹਾਨੂੰ ਕਹਿ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਇਹ ਨਹੀਂ ਕਿ ਵੀ ਗੁਰੂਆਂ ਦੀ ਬਾਣੀ ਜਿੱਦਾਂ ਇਹ ਅੱਜ ਕੱਲ੍ਹ ਕਰਦੇ ਆ, ਗੁਰਬਾਣੀ, ਭੱਟ ਬਾਣੀ, ਭਗਤ ਬਾਣੀ, ਸਿੱਖ ਬਾਣੀ, ਨਹੀਂ, ਬਾਣੀ ਇੱਕੋ ਹੀ ਆ। ਸੋ ਅਸੀਂ ਜਦੋਂ ਮੱਥਾ ਟੇਕਦੇ ਹਾਂ, ਅਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਸਮੁੰਦਰ ਹੈ, ਇੱਕ ਸਿੰਘਾਸਨ ਹੈ, ਉਹਨੂੰ ਅਸੀਂ ਮੱਥਾ ਟੇਕਦੇ ਹਾਂ। ਜਿਹੜਾ ਵੀ ਜਿਹਨਾਂ ਨੂੰ ਗੁਰੂ ਦਾ ਅਸੀਂ ਕਹਿੰਦੇ ਜੀ, ਇਹਨੂੰ ਗੁਰੂ ਦੀ ਪਦਵੀ ਕਿਹਨੇ ਦਿੱਤੀ ਹੈ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ ਹੈ, ਉਹ ਇਹਨਾਂ ਸਾਰੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਦਾ ਹੈ। ਸੋ ਸਾਰੇ ਹੀ ਗੁਰੂ ਹਨ, ਸਾਰੇ ਹੀ ਸਤਿਕਾਰਯੋਗ ਹਨ। ਅਤੇ ਇਸ ਚੀਜ਼ ਦਾ ਜਿਹੜਾ ਅਜੇ ਵੀ ਅਸੀਂ 21ਵੀਂ ਸਦੀ ਦੇ ਵਿੱਚ, 22ਵੀਂ ਦੇ ਵਿੱਚ ਵੀ ਅਜੇ ਬੜਾ ਰੌਲਾ ਆ। ਸੋ ਇਹਦੇ ਤੋਂ ਅਸੀਂ ਤਾਂ ਹੀ ਛੁਟਕਾਰਾ ਪਾ ਸਕਦੇ ਹਾਂ ਜੇ ਅਸੀਂ ਆਪਣੇ ਸਮਾਜ ਨੂੰ ਉਜਾਗਰ ਕਰੀਏ, ਸਮਾਜ ਨੂੰ ਬਿਲਕੁਲ ਸਿੰਪਲ ਭਾਸ਼ਾ ਦੇ ਵਿੱਚ ਇਹਨਾਂ ਨੂੰ ਸਮਝਾਈਏ, ਗੁਰਬਾਣੀ ਦੇ ਆਧਾਰ 'ਤੇ, ਫਿਰ ਅਸੀਂ ਹੋ ਸਕਦੇ ਹਾਂ। ਸੋ ਇਹ ਕਾਂਸ਼ੀ ਰੇਡੀਓ ਵਾਲਿਆਂ ਨੇ ਬੜਾ ਉਪਰਾਲਾ ਕੀਤਾ ਹੈ ਅਤੇ ਇੱਥੇ ਹੋਰ ਵੀ ਆਉਣ ਜਿਹੜੇ ਪ੍ਰੈਜੈਂਟਰ ਹਨ, ਅਤੇ ਇੱਦਾਂ ਦੇ ਜਿਹੜੇ ਭਰਮ ਭੁਲੇਖੇ ਆ, ਕਿਸੇ ਦਾ ਦਿਲ ਨਾ ਦਿਖਾਓ। ਅਤੇ ਤੁਸੀਂ ਆਪਣੇ ਜਿਹੜੇ ਨੂੰ ਸੱਚ 'ਤੇ ਰਹੋ। ਜਦੋਂ ਤੁਸੀਂ ਗੁਰਬਾਣੀ 'ਤੇ ਚੱਲਦੇ, ਯੂ ਕਾਂਟ ਗੋ ਰੌਂਗ। ਸੋ ਕਿਸੇ ਨੂੰ ਈਰਖਾ, ਕਿਸੇ ਨੂੰ ਢਾਹ ਲਾਉਣ ਵਾਲੀ ਗੱਲ ਨਹੀਂ ਕਰਨੀ। ਜਿਹੜਾ ਸੱਚ ਹੈ ਉਹ ਸੱਚ ਦੇ ਉੱਤੇ ਹੀ ਪਹਿਰਾ ਦੇਣਾ ਹੈ। ਸੋ ਸਾਡੇ ਤਾਂ ਜਿਹੜੇ ਬਜ਼ੁਰਗ ਹੋਏ ਰਹਿਬਰ, ਉਹ ਵੀ ਕ੍ਰਾਂਤੀਕਾਰੀ ਇੰਨੇ ਸੀ। ਇਹਨਾਂ ਦੇ ਕਿੱਦਾਂ ਇਹਨਾਂ 'ਤੇ ਤਸੀਹੇ ਆਏ, ਡਰੇ ਨਹੀਂ। ਅਤੇ ਇਹਨਾਂ ਨੇ ਆਪਣੇ ਜਿਹੜੇ ਤਸੀਹੇ ਗੁਰਬਾਣੀ ਦੇ ਵਿੱਚ ਮੈਂਸ਼ਨ ਕੀਤੇ ਹਨ। ਅਤੇ ਮੇਰਾ ਸਰਦਾਰ ਊਧਮ ਸਿੰਘ ਨੂੰ ਬਹੁਤ ਹੀ ਲੱਖ ਲੱਖ ਕੋਟੀ ਕੋਟੀ ਪ੍ਰਣਾਮ ਹੈ, ਜਿਨ੍ਹਾਂ ਨੇ ਐਡੀ ਕੁਰਬਾਨੀ, ਇੰਨੇ ਉਹ ਵੀ ਬਣ ਸਕਦਾ ਸੀ। ਹੀ ਵਾਜ਼ ਹਾਈਲੀ ਇੰਟੈਲੀਜੈਂਟ ਮੈਨ। ਉਹ ਆਪਣੇ ਕੋਠੀਆਂ ਹੋਰ ਵਿਆਹ ਕਰਾ ਕੇ, ਪਰ ਨਹੀਂ, ਪਰ ਦਿਲ ਦੇ ਵਿੱਚ ਲੱਗਣ ਲੱਗ ਗਈ। ਇਹ ਵੀ ਇੱਕ ਬੰਦੇ ਦਾ ਧਰਮ ਹੈ। ਬਾਬਾ ਸਾਹਿਬ ਨੇ ਧਰਮ ਜਿਹੜਾ ਆਪਣਾ ਬਣਾਇਆ, ਉਹਨੇ ਸਾਡੇ ਕਿੰਨੇ ਹੀ ਕਰੋੜਾਂ ਹੀ ਸਾਡੇ ਜਿਹੜੇ ਸਾਡੀਆਂ ਜੰਜੀਰਾਂ ਇਕੱਠੀਆਂ, ਸਾਨੂੰ ਬਰਾਬਰ ਦੇ ਬਣਾਤਾ, ਵੱਡੇ ਵੱਡੇ ਅਹੁਦਿਆਂ 'ਤੇ ਬਿਠਾ ਦਿੱਤਾ। ਅਸੀਂ ਜੇ ਅੱਜ ਬੈਠੇ ਹਾਂ ਇਹਨਾਂ ਮੁਲਕਾਂ ਦੇ ਵਿੱਚ, ਯੂਰਪ ਦੇ, ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਦੇਣ ਹੈ। ਸਾਡੇ ਪਾਸਪੋਰਟ ਕਿਹਨੇ ਬਣਾਉਣੇ ਸੀ?
ਹੈ ਜੀ। ਅਸੀਂ ਤਾਂ ਉੱਥੇ ਉਹਨਾਂ ਦੀਆਂ ਬੁੱਤੀਆਂ ਕਰਨੀਆਂ, ਕਿਉਂਕਿ ਇਹਨਾਂ ਦੇ ਤਾਂ ਵੇਦਾਂ ਗ੍ਰੰਥਾਂ 'ਚ ਵੀ ਲਿਖਿਆ ਹੈ, ਫਿਰ ਤਾਂ ਪੈਦਾ ਹੀ ਜਿਹੜੇ ਉੱਪਰਲੇ 3 ਵਰਣ ਵਾ, ਬ੍ਰਾਹਮਣ, ਖੱਤਰੀ ਤੇ ਵੈਸ਼, ਇਹਨਾਂ ਨੂੰ ਸੇਵਾ ਕਰਨ ਲਈ ਇਹ ਜੰਮਿਆ ਇਹ ਕਰਕੇ ਆ। ਸੋ ਇਹ ਬਾਬਾ ਸਾਹਿਬ ਨੇ ਇਹ ਵੀ ਇੱਕ ਐਡਾ ਬੜਾ ਟਾਈ ਵਾਲਾ ਸੰਤ ਹੋਇਆ ਹੈ ਸਾਡਾ। ਅਤੇ ਫਿਰ ਸਾਡੇ ਬਾਬੂ ਮੰਗੂ ਰਾਮ ਜੀ, ਇਹਨਾਂ ਦੀ ਜਿਹੜੀ ਕੁਰਬਾਨੀਆਂ ਹੈ, ਇਹਨਾਂ ਨੇ ਦੇਖ ਲਓ, ਉਹ ਜਦੋਂ ਉਸ ਵੇਲੇ ਮੇਰਾ ਖਿਆਲ 35 ਜਾਤਾਂ ਦੇ ਲੋਕ ਇਕੱਠੇ ਹੋਏ ਸੀ ਬਾਬੂ ਮੰਗੂ ਰਾਮ ਜੀ। ਸੋ ਇਹ ਇੱਦਾਂ ਦੇ ਜਿਹੜੇ ਬਿਊਰੋ, ਇਹਨਾਂ ਨੂੰ ਹਾਈਲਾਈਟ ਕਰਨਾ ਸਾਡਾ ਫਰਜ਼ ਬਣਦਾ। ਮੈਂ ਤਾਂ ਆਪਣਾ ਨੈਟ ਸਮਝਦਾ ਜਿੰਨੀ ਕਿ ਮੇਰੀ ਜ਼ਿੰਦਗੀ ਹੈ, ਅਤੇ ਮੈਂ ਤਾਂ ਕਰਦਾ ਰਹਾਂਗਾ। ਮੈਂ ਪਹਿਲਾਂ ਵੀ ਇੱਕ ਰੇਡੀਓ ਟੈਲੀਵਿਜ਼ਨ 'ਤੇ ਵੀ ਕਰਦਾ ਰਿਹਾ ਹਾਂ। ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਸੱਚਾਈ ਨਾਲ ਜੁੜੋ, ਅਤੇ ਇੱਦਾਂ ਨਹੀਂ ਆਕੜਨ ਨਾਲ ਨਹੀਂ ਹੈਗਾ। ਜਿਸ ਤਰ੍ਹਾਂ ਆਕੜ ਕਾਹਦੀ ਹੈ, ਕਈ ਨਾਅਰੇ ਲਾਉਣਗੇ, ਰਵਿਦਾਸ ਸ਼ਕਤੀ ਅਮਰ ਰਹੇ। ਇਹ ਸ਼ਕਤੀ ਜਿਹੜੀ ਆ, ਇਹ ਤਾਂ ਕਰੋਪੀ ਦਾ ਨਾਂ ਆ। ਸ਼ਕਤੀ ਕਿਸੇ ਦੇ ਨੇ, ਗੁਰੂਆਂ ਨੇ ਤਾਂ ਆਪ ਨਹੀਂ ਕਿਹਾ ਕਿਤੇ ਮੇਰੀ ਸ਼ਕਤੀ ਆ ਬਲਾ। ਉਹਨਾਂ ਨੇ ਤਾਂ ਕਿਹਾ ਆਬੇ ਪਰ ਪ੍ਰਧਾਨ ਕਿਆ ਕਰੇ ਡੰਡੌਤ ਕਰੇ, ਨਾਮ ਸਰਣਾਏ ਰਵਿਦਾਸ ਦਾਸਾ। ਉਹਨਾਂ ਨੇ ਤਾਂ ਆਪਣੇ ਆਪ ਨੂੰ ਨੀਵਾਂ ਹੋਣ ਲਈ ਕਿਹਾ। ਅਤੇ ਇਹ ਸਾਡੇ ਜਿਹੜੇ, ਇਹੀ ਮੈਂ ਕਹਿੰਦਾ, ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨਾ, ਇਹ ਨਾਅਰੇ ਲਾਣੇ, ਸ਼ਕਤੀ ਅਮਰ ਰਹੇ। ਸ਼ਕਤੀ ਤਾਂ ਜਦੋਂ ਅਸੀਂ ਕਹਿੰਦੇ ਹਾਂ ਇੱਦਾਂ ਦੇ ਨਾਅਰੇ ਲਾਉਂਦੇ ਆ ਗੁਰੂ ਘਰਾਂ ਦੇ ਵਿੱਚ, ਸ਼ਕਤੀ ਤੁਸੀਂ ਕਹਿੰਦੇ ਵੀ ਸਾਡੇ ਕੋਲ ਇੱਕ ਜੰਬੂਰਾ ਆ, ਉਹ ਸ਼ਕਤੀ, ਅਸੀਂ ਜਿਹਦੇ ਛੱਡਿਆ ਉਹਦੇ ਡੰਗ ਮਾਰੂ। ਅਤੇ ਅਸੀਂ ਸਗੋਂ ਆਪਣੇ ਗੁਰੂ ਸਾਹਿਬ ਨੂੰ ਛੋਟਾ ਕਰ ਦਿੰਦੇ। ਸ਼ਕਤੀ ਉਹਨਾਂ ਦੇ ਮੂਹਰੇ ਸ਼ਕਤੀਆਂ ਤਾਂ ਹੈ ਹੀ ਨਹੀਂ ਸੀ, ਕੋਈ ਵੀ ਉਹਦਾ ਰੱਬੀ ਰੂਪ ਸੀਗੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਨਾ ਇੱਦਾਂ ਦੇ ਨਾਅਰੇ ਜਕਾਰੇ ਆ, ਇਹ ਨਾ ਲਾਓ। ਇਹਨਾਂ ਫਿਰ ਗਾਹਾਂ ਡਿਵੀਜ਼ਨਾਂ ਪੈਂਦੀਆਂ ਹੋਰ ਕੌਮਾਂ ਦੇ ਵਿੱਚ ਵੀ। ਇਹ ਸ਼ਕਤੀਆਂ ਜਿਹੜੀਆਂ ਆ, ਇਹ ਆਪਣੇ ਸਨਾਤਨ ਧਰਮ, ਹਿੰਦੂ ਧਰਮ, ਉਹਨਾਂ ਨੇ ਸ਼ਕਤੀਆਂ ਨੂੰ ਸ਼ਕਤੀ ਦੇਵੀਆਂ ਫਲਾਨਾ, ਅਸੀਂ ਉਹਨਾਂ ਮਗਰ ਨਹੀਂ ਜਾਣਾ। ਅਸੀਂ ਸਾਡੇ ਜਿਹੜੇ ਗੁਰੂਆਂ ਦੀ ਸਿੱਖਿਆ ਹੈ ਅਤੇ ਉਹਨਾਂ ਦੇ ਵਿੱਚ ਉਹਨਾਂ ਦੇ ਮਗਰ ਲੱਗਣਾ ਹੈ। ਸੋ ਮੇਰੀ ਤਾਂ ਇਹੀ ਬੇਨਤੀ ਹੈ। ਸ਼ਾਇਦ ਮੈਂ ਕੋਈ ਜ਼ਿਆਦਾ ਬੋਲ ਗਿਆ ਹਾਂ, ਅਤੇ ਮੈਂ ਆਪ ਜੀ ਤੋਂ ਇਜਾਜ਼ਤ ਲੈਂਦਾ ਹਾਂ। ਅਤੇ ਪ੍ਰਮਾਤਮਾ ਸੱਚਾ ਪਾਤਸ਼ਾਹ ਦਾਤਾ ਸਤਿਗੁਰੂ ਨਾਨਕ ਦੇਵ ਜੀ, ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਣ ਜੀ, ਸਤਿਗੁਰੂ ਨਾਮਦੇਵ ਜੀ ਅਤੇ ਹੋਰ 35 ਮਹਾਂਪੁਰਸ਼ਾਂ ਦਾ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਪ੍ਰੋਗਰਾਮ ਦੀ ਸਮਾਪਤੀ ਕਰਦਾ ਹਾਂ। ਉਮੀਦ ਹੈ ਕਿ ਤੁਸੀਂ ਅਗਲੇ ਸੰਡੇ ਮੇਰੇ ਨਾਲ ਇੱਦਾਂ ਹੀ ਜੁੜੋਗੇ। ਜੈ ਗੁਰਦੇਵ ਜੀ।